लिंक करता पेपर नंबर 1 भी आ जाता है लैंड रिकॉर्ड मैनुअल। पेपर नंबर 1 भी विच ही आ जाता लैंड रिकॉर्ड मैनुअल, पेपर नंबर 2 भी आ जाता सारा। सर बुक का नाम की इसका? ये बुक का नाम तो ये वाली बुक हैगी है जी मेरे को लिखी गई है, देखो ना ਜਿਹੜੀ ਤੁਸੀਂ ਲਿਖੀ ਹੋਈ ਹੈ। हाँ हाँ ਉਹਦਾ ਹੈਗੀ ਮੇਰੇ ਪਾਸ। ਇਹਦੇ ਵਿੱਚ ਦੇਖੋ पेपर नंबर 1 भी कवर हो जाता है, पेपर नंबर 2 भी कवर हो जाता है, पेपर नंबर 4 का भी काफ़ी पार्ट कवर हो जाता है, पेपर नंबर 3 का भी पार्ट कवर हो जाता है। 3-4 बुक्स पेपर ਜਿਹੜੇ ਇਹਦੇ ਵਿੱਚ ਕਵਰ ਹੋ ਜਾਂਦੇ ਨੇ, ਇਹ ਸਾਰੀ ਤੁਸੀਂ ਇੱਕ ਵਾਰੀ ਪੜ੍ਹ ਲਓ ਜਾਂ ਵਾਰੀ ਕਾਫੀ ਤੁਹਾਨੂੰ ਹੈਲਪਫੁਲ ਹੁੰਦੀ ਹੈ ਸਿੰਪਲ ਦੇ ਵਿੱਚ। ਅੱਜ ਅਸੀਂ ਦੇਖੋ ਜੋ ਰਿਸਰਚ ਕਰਾਂਗੇ ਇਹਦੇ ਸੰਬੰਧ ਵਿੱਚ ਸਾਡੇ ਕਾਨੂੰਗੋ ਸਾਹਿਬਾਨ ਨੂੰ ਤਾਂ ਸਾਰਾ ਪਤਾ ਹੀ ਹੈ। पेपर नंबर ਇਹਦਾ ਚੈਪਟਰ ਨੰਬਰ 24 ਹੈਗਾ ਇੰਤਕਾਲ ਸੰਬੰਧੀ ਜਾਣਕਾਰੀ। ਠੀਕ ਹੈ, ਤੁਹਾਨੂੰ ਤਾਂ ਕੋਈ ਦੱਸਣ ਦੀ ਜ਼ਿਆਦਾ ਜ਼ਰੂਰਤ ਲੱਗਦੀ ਨਹੀਂ, ਪਰ ਫਿਰ ਵੀ ਕਈ ਬੰਦਿਆਂ ਨੂੰ ਜਿਹੜੇ ਹੈਗੇ ਆਪਣੇ ਕਲੈਰੀਕਲ ਸਟਾਫ ਸਾਡਾ ਹੈਗਾ ਉਹਨਾਂ ਨੂੰ ਜ਼ਰੂਰਤ ਹੈਗੀ ਹੈ ਇਸ ਗੱਲ ਦੀ, ਇਸ ਕਰਕੇ ਆਪਾਂ ਨੂੰ ਪੜ੍ਹਾਉਣਾ ਵੀ ਜ਼ਰੂਰੀ ਹੈ। ਇੰਤਕਾਲ ਸੰਬੰਧੀ ਜਾਣਕਾਰੀ ਹੈ ਜਦੋਂ ਕੋਈ ਵਿਅਕਤੀ ਕਿਸੇ ਜਾਇਦਾਦ ਵਿੱਚ ਕਿਸੇ ਬੈਨਾਮੇ ਰਾਹੀਂ, ਹਿਵੇਨਾਮੇ ਰਾਹੀਂ, ਵਿਰਾਸਤ ਰਾਹੀਂ, ਰਹਿਣ ਰਾਹੀਂ, ਪਟੇ ਰਾਹੀਂ, ਤਕਸੀਮ ਰਾਹੀਂ, ਤਬਾਦਲੇ ਰਾਹੀਂ ਜਾਂ ਕਿਸੇ ਵੀ ਹੋਰ ਤਰੀਕੇ ਦੇ ਨਾਲ ਜਦੋਂ ਕੋਈ ਹੱਕ ਪ੍ਰਾਪਤ ਕਰਦਾ ਆਪਣੇ, ਇਹ ਆਪਾਂ ਲੈਂਡ ਰੈਵਨਿਊ ਐਕਟ ਵਿੱਚ ਵੀ ਪੜ੍ਹਿਆ ਸੀਗਾ, ਸੈਕਸ਼ਨ 34 ਸ਼ਾਇਦ ਤੁਹਾਡੇ ਯਾਦ ਹੋਏਗੀ, ਪੇਪਰ 1 ਦੇ ਵਿੱਚ ਆਉਂਦਾ ਹੈਗਾ ਸੈਕਸ਼ਨ 34, 33, 34 ਇਹ ਵਾਲੇ ਸੈਕਸ਼ਨ ਆ ਜਾਂਦੇ ਨੇ ਸਾਡੇ ਕੋਲੇ। ਮਾਰਕਾਟ 'ਚ ਪਟਵਾਰੀ ਹਲਕਾ ਦੁਆਰਾ ਕੀਤੀ ਜਾਣ ਵਾਲੀ ਤਬਦੀਲੀ ਨੂੰ ਇੰਤਕਾਲ ਦਰਜ ਕਰਨਾ ਕਿਹਾ ਜਾਂਦਾ ਹੈ। ਠੀਕ ਹੈ, ਪਟਵਾਰੀ ਹਲਕਾ ਵੱਲੋਂ ਇੰਤਕਾਲ ਦਰਜ ਕਰਨ ਉਪਰੰਤ ਕਾਨੂੰਗੋ ਹਲਕਾ ਕੀਤੇ ਗਏ ਇੰਤਕਾਲ ਦਾ ਮੁਕਾਬਲਾ ਕਰਦਾ ਹੈ ਤੇ ਫਿਰ ਇੰਤਰਾਜ਼ ਠੀਕ ਜਦੋਂ ਪਾਏ ਜਾਂਦੇ ਆ ਤਾਂ ਇਸ ਉਪਰੰਤ ਪਟਵਾਰੀ ਹਲਕਾ ਵੱਲੋਂ ਇੰਤਕਾਲ ਤਹਿਸੀਲਦਾਰ ਜਾਂ ਨਾਇਬ ਤਹਿਸੀਲਦਾਰ ਅੱਗੇ ਪੇਸ਼ ਕੀਤੇ ਜਾਂਦੇ ਨੇ। ਠੀਕ ਹੈ ਜੀ, ਤੇ ਉਹਨਾਂ ਵੱਲੋਂ ਇਸ ਦਾ ਫੈਸਲਾ ਕਰ ਦਿੱਤਾ ਜਾਂਦਾ ਹੈ। ਇੰਤਕਾਲ ਮਨਜ਼ੂਰ ਵੀ ਕੀਤਾ ਜਾ ਸਕਦਾ ਹੈ, ਇੰਤਕਾਲ ਨਾਮਨਜ਼ੂਰ ਵੀ ਕੀਤਾ ਜਾ ਸਕਦਾ ਹੈ। ਪਟਵਾਰੀ ਵੱਲੋਂ ਇੰਤਕਾਲ ਦਰਜ ਕਰਨਾ, ਪਟਵਾਰੀ ਹਲਕਾ ਪਾਸ ਹਰ ਇੱਕ ਪਿੰਡ ਲਈ ਜ਼ਮੀਨ ਦੇ ਹੱਕਾਂ ਦੀ ਤਬਦੀਲੀ ਵਾਸਤੇ ਇੱਕ ਰਜਿਸਟਰ ਲੱਗਿਆ ਹੁੰਦਾ ਹੈ, ਇਸ ਨੂੰ ਇੰਤਕਾਲ ਰਜਿਸਟਰ ਕਿਹਾ ਜਾਂਦਾ ਹੈ। ਇਹਦੇ 15 ਕਾਲਮ ਹੁੰਦੇ ਨੇ, 2 ਪੜਤਾਂ ਹੁੰਦੀਆਂ ਨੇ। ਇੰਤਕਾਲ ਜਦੋਂ ਦਰਜ ਹੁੰਦਾ ਇੱਕ ਪੜਤ ਪਰਿਵਾਰ ਕਿਹਾ ਜਾਂਦਾ, ਦੂਜੀ ਪੜਤ ਸਰਕਾਰ ਹੁੰਦੀ ਹੈ। ਪਹਿਲੀ ਪੜਤ ਪਟਵਾਰੀ ਹਲਕਾ ਹੱਕਾਂ ਦੀ ਤਬਦੀਲੀ ਸੰਬੰਧੀ ਇੰਤਕਾਲ ਦਰਜ ਕਰਦਾ ਹੈ। ਠੀਕ ਹੈ, ਦੂਜੀ ਪੜਤ ਦੀ ਕਾਪੀ ਸੇਮ ਹੁੰਦੀ ਹੈ। ਜਦੋਂ ਇੰਤਕਾਲ ਮਨਜ਼ੂਰ ਹੋ ਜਾਂਦਾ ਹੈ ਤਾਂ ਜਿਹੜੀ ਜਮ੍ਹਾਂ ਹੁੰਦੀ ਹੈ ਉਹਦੇ ਖਾਨਾ ਕੈਫੇ ਦੇ ਵਿੱਚ ਜਦੋਂ ਦਰਜ ਕੀਤਾ ਜਾਂਦਾ ਉਦੋਂ ਪੈਨਸਲ ਦੇ ਨਾਲ ਇੰਤਕਾਲ ਨੰਬਰ ਲਿਖਿਆ ਜਾਂਦਾ ਕੰਸਰਨਡ ਖੇਵੜ ਦੇ ਸਾਹਮਣੇ। ਜਦੋਂ ਪੱਕਾ ਹੋ ਜਾਂਦਾ, ਜਦੋਂ ਮਨਜ਼ੂਰ ਹੋ ਜਾਂਦਾ ਹੈ, ਠੀਕ ਹੈ, ਤਾਂ ਇੰਤਕਾਲ ਦੇ ਉਸ ਨੂੰ ਲਾਸ਼ੀ ਦੇ ਨਾਲ ਪੱਕਾ ਕਰ ਦਿੱਤਾ ਜਾਂਦਾ ਹੈ। ਇਸੇ ਤਰੀਕੇ ਕਾਨੂੰਗੋ ਹਲਕਾ ਵੱਲੋਂ ਮੁਕਾਬਲਾ ਕੀਤਾ ਜਾਂਦਾ ਹੈ। ਜਿਹੜੇ ਇੰਦਰਾਜ ਨੇ ਸਾਰੇ ਇਸ ਦੇ ਚੈੱਕ ਕੀਤੇ ਜਾਂਦੇ ਨੇ। ਸਾਬਕਾ ਇੰਦਰਾਜ ਜਨਰਲ ਅਸੀਂ ਲਿਖਦੇ ਹਾਂ ਸਾਬਕਾ ਇੰਦਰਾਜ, ਠੀਕ ਹੈ, ਪਰ ਨਹੀਂ, ਇਕੱਲੇ ਸਾਬਕਾ ਇੰਦਰਾਜ ਨਾਲ ਸਾਡਾ ਕੰਸਰਨ ਨਹੀਂ ਹੁੰਦਾ। ਠੀਕ ਹੈ, ਕਾਨੂੰਗੋ ਹਲਕਾ 100% ਰਿਸਪੌਂਸੀਬਿਲਿਟੀ ਹੁੰਦੀ ਹੈ ਪਟਵਾਰੀ ਹਲਕਾ ਵੱਲੋਂ ਕੀਤੇ ਗਏ ਕੰਮ ਦੀ, ਤੇ ਇਸ ਕਰਕੇ ਸਾਬਕਾ ਇੰਦਰਾਜ ਦੇ ਨਾਲ ਨਾਲ ਜਿਹੜਾ ਹੈਗਾ ਹਾਲੀਆ ਇੰਦਰਾਜ ਵੀ ਅਸੀਂ ਚੈੱਕ ਕਰਨਾ ਹੁੰਦਾ ਹੈ। ਫਿਰ ਹੈਗਾ 24.3 ਮਾਲ ਅਫਸਰ ਵੱਲੋਂ ਫੈਸਲਾ ਕਰਨਾ। ਕਾਨੂੰਗੋ ਹਲਕਾ ਵੱਲੋਂ ਇੰਤਕਾਲ ਦਾ ਮੁਕਾਬਲਾ ਕਰਨ ਉਪਰੰਤ ਮਾਲ ਅਫਸਰ ਇੰਤਕਾਲ ਦਾ ਫੈਸਲਾ ਕਰਦਾ ਹੈ। ਫੈਸਲੇ ਉਪਰੰਤ ਪਟਵਾਰੀ ਹਲਕਾ ਦੂਜੀ ਪੜਤ ਕੱਟ ਕੇ ਮਾਲ ਅਫਸਰ ਦੇ ਹਵਾਲੇ ਕਰ ਦਿੰਦਾ ਹੈ ਤੇ ਮਾਲ ਅਫਸਰ ਵੱਲੋਂ ਇਸ ਪੜਤ ਤੇ ਵਿਸਥਾਰਪੂਰਵਕ ਨੋਟ, ਜਾਣੀ ਕਿ ਜਿਹੜਾ ਆਰਡਰ ਹੁੰਦਾ ਹੈ, ਜਿਹੜੀ ਪਟਵਾਰ ਹੁੰਦੀ ਉੱਥੇ ਸਿੰਪਲੀ ਅਸੀਂ ਸਿੰਪਲ ਆਰਡਰ ਕਰਦੇ ਹਾਂ ਮਨਜ਼ੂਰ ਹੈ ਜਾਂ ਨਾਮਨਜ਼ੂਰ ਹੈ। ਠੀਕ ਹੈ, ਜਿਹੜੀ ਪੜਤ ਸਰਕਾਰ ਹੁੰਦੀ ਉੱਥੇ ਡਿਟੇਲ ਆਰਡਰ ਕਰਨਾ ਹੁੰਦਾ ਹੈ, ਕੌਣ ਵਿਅਕਤੀ ਕਿਹੜੇ ਹਾਜ਼ਰ ਹੈ, ਕਿਸ ਬੰਦੇ ਨੇ ਆ ਕੇ ਆਪਦਾ ਕੋਈ ਬਿਆਨ ਕਲਮਬੰਦ ਕਰਵਾਇਆ। ਠੀਕ ਹੈ, ਕਿੱਥੇ ਬੈਠ ਕੇ ਇੰਤਕਾਲ ਕੀਤਾ ਗਿਆ, ਕਿਹੜੀ ਤਰੀਕ ਨੂੰ ਕੀਤਾ ਗਿਆ, ਉਹ ਡਿਟੇਲ ਆਰਡਰ ਜਿਹੜਾ ਹੁੰਦਾ ਉਹ ਪੜਤ ਸਰਕਾਰ ਦੀ ਕਾਪੀ ਤੇ ਲਿਖਿਆ ਜਾਂਦਾ। ਪੜਤ ਸਰਕਾਰ ਦੀ ਜਿਹੜੀ ਡਿਟੇਲ ਆਰਡਰ ਲਿਖਣ ਤੋਂ ਬਾਅਦ ਅਸੀਂ ਜਿਹੜਾ ਦਫ਼ਤਰ ਕਾਨੂੰਨ ਕੋਲੇ ਜਮ੍ਹਾਂ ਕਰਾ ਦਿੰਦੇ ਹਾਂ ਰੈਵਨਿਊ ਆਫਿਸਰ ਵੱਲੋਂ। ਇੰਤਕਾਲ ਦਾ ਨਮੂਨਾ ਦਿਖਾਇਆ ਗਿਆ 24.4 ਦੇ ਵਿੱਚ। ਇਹਦੇ 15 ਕਾਲਮ ਹੁੰਦੇ ਨੇ, 1 ਤੋਂ ਲੈ ਕੇ 7 ਜਿਹੜੇ ਕਾਲਮ ਹੁੰਦੇ ਨੇ ਇਹ ਜਿਹੜੀ ਜਮ੍ਹਾਂਬੰਦੀ ਚੱਲ ਰਹੀ ਹੁੰਦੀ ਹੈ, ਜਿਹੜੀ ਜਮ੍ਹਾਂਬੰਦੀ ਹੁੰਦੀ ਹੈ, ਜਾਣੀ ਕਿ ਸਾਬਕਾ ਇੰਦਰਾਜ ਜਿਹੜਾ ਸਾਡਾ ਰੈਵਨਿਊ ਰਿਕਾਰਡ ਐਟ ਪ੍ਰੈਜ਼ੈਂਟ ਹੁੰਦਾ ਹੈਗਾ ਉਹਦੇ ਮੁਤਾਬਕ ਇਹ ਕਾਲਮ ਨੰਬਰ 7 ਭਰੇ ਜਾਂਦੇ ਨੇ, 1 ਤੋਂ ਲੈ ਕੇ 7 ਤੱਕ। ਇੰਤਕਾਲ ਦਾ ਨੰਬਰ, ਖੇਵੜ ਖਤੌਨੀ ਨੰਬਰ, ਜਿਸ ਰਕਬੇ ਨਾਲ ਅਸੀਂ ਸੰਬੰਧਿਤ ਹਾਂ, ਠੀਕ ਹੈ, ਪੱਤੀ ਦਾ ਨਾਮ, ਮਾਲਕ ਦਾ ਨਾਮ, ਕਾਸ਼ਤਕਾਰ ਦਾ ਨਾਮ, ਖਸਰਾ ਨੰਬਰ, ਰਕਬਾ ਤੇ ਲੈਂਡ ਰੈਵਨਿਊ। ਇਹ ਹੈਗੇ ਪਹਿਲਾ 7 ਕਾਲਮ ਪਿਛਲਾ ਇੰਦਰਾਜ ਜਿਹੜਾ ਹੈਗਾ ਤੁਹਾਡਾ। ਫਿਰ ਜਿਹੜੇ 8 ਤੋਂ ਲੈ ਕੇ 15 ਕਾਲਮ ਹੁੰਦੇ ਨੇ ਇਹ ਨਵਾਂ ਇੰਦਰਾਜ ਹੁੰਦਾ ਹੈ, ਜਿਵੇਂ ਕਿਸੇ ਨੇ ਕੋਈ ਜ਼ਮੀਨ ਖਰੀਦੀ ਹੈ ਜਾਂ ਗਹਿਣੇ ਲਈ ਹੈ, ਜੋ ਵੀ ਹੈਗਾ। ਇਹ ਜਿਹੜਾ ਕਾਲਮ ਨੰਬਰ 8 ਹੈ ਨਵੀਂ ਜਮ੍ਹਾਂਬੰਦੀ ਦਾ ਖੇਵੜ ਖਤੌਨੀ ਨੰਬਰ, ਇਹ ਖਾਲੀ ਛੱਡ ਦਿੱਤਾ ਜਾਂਦਾ ਹੈ। ਇਹ ਉਦੋਂ ਇਹਦੇ 'ਚ ਖੇਵੜ ਖਤੌਨੀ ਨੰਬਰ ਪਾਇਆ ਜਾਂਦਾ ਜਦੋਂ ਅਸੀਂ ਨਵੀਂ ਜਮ੍ਹਾਂਬੰਦੀ ਬਣਦੀ ਹੈ 5 ਸਾਲਾਂ ਬਾਅਦ। ਠੀਕ ਹੈ, ਜਿਸ ਖੇਵੜ ਦੇ ਵਿੱਚ ਜਾ ਕੇ ਇਸ ਇੰਤਕਾਲ ਦੀ ਨਵੇਂ ਇੰਦਰਾਜ ਦੀ ਜਿਹੜੀ ਜਾ ਕੇ ਇੰਪਲੀਮੈਂਟੇਸ਼ਨ ਹੁੰਦੀ ਹੈ, ਜਿਸ ਖੇਵੜ 'ਚ ਹੁੰਦੀ ਹੈ ਉਸ ਖੇਵੜ ਦਾ ਨੰਬਰ ਪਾਇਆ ਜਾਂਦਾ ਇੱਥੇ ਲਾਸ਼ੀ ਦੇ ਨਾਲ।
ਹੁਣ ਖੱਲਾ ਨੰਬਰ 9 ਦੇ ਵਿੱਚ ਕੀ ਹੈ, ਮਾਲਕ ਦਾ ਨਾਮ ਦਰਜ ਕੀਤਾ ਜਾਂਦਾ, ਜਿਹੜਾ ਨਵਾਂ ਮਾਲਕ ਆਇਆ ਜਿਹਨੇ ਰਜਿਸਟਰੀ ਕਰਵਾਈ। ਕਾਸ਼ਤਕਾਰ ਦਾ ਨਾਮ ਦਰਜ ਕੀਤਾ ਜਾਂਦਾ ਹੈ, ਜਿਹੜਾ ਹੁਣ ਮੌਕੇ ਤੇ ਕਾਸ਼ਤ ਕਰ ਰਿਹਾ ਹੈ। ਉਹੀ ਨੰਬਰ ਖਸਰਾ ਕਿਹੜੇ ਉਹਨੇ ਪਰਚੇਜ ਕੀਤੇ ਹੈ, ਉਹਨਾਂ ਦਾ ਰਕਬਾ ਸਮੇਤ ਜ਼ਮੀਨ ਦੀ ਕਿਸਮ ਤੇ ਲੈਂਡ ਰੈਵਨਿਊ ਨੂੰ ਲਿਖਿਆ ਜਾਂਦਾ, ਕਿੰਨਾ ਜ਼ਮੀਨ ਦਾ ਮਾਮਲਾ ਹੈਗਾ ਜਿਹੜੀ ਕਿ ਪਰਚੇਜ ਕੀਤੀ ਗਈ, ਇੰਤਕਾਲ ਦੀ ਕਿਸਮ ਕੀ ਹੈ। 3 ਨੰਬਰ ਕਾਲਮ ਇੰਪੋਰਟੈਂਟ ਹੈਗਾ, ਕਿਸਮ ਕੀ ਹੈ, ਜਿਵੇਂ ਬੈ ਖਰੀਦੀ ਹੈ, ਤਬਾਦਲਾ ਕੀਤਾ ਹੈ, ਜਾਂ ਜੋ ਵੀ ਜਿਸ ਤਰੀਕੇ ਦੇ ਰਾਹੀਂ ਹੱਕ ਹਾਸਲ ਕੀਤੇ ਨੇ, ਠੀਕ ਹੈ, ਉਸ ਇੰਤਕਾਲ ਦੀ ਜਿਹੜੀ ਕਿਸਮ ਇੱਥੇ ਦਰਜ ਕੀਤੀ ਜਾਂਦੀ ਹੈ। ਫਿਰ ਇੰਤਕਾਲ ਦੀ ਜਿਹੜੀ ਫੀਸ ਕਿੰਨੀ ਹੈ, ਹੁਣ ਇੰਤਕਾਲ ਦੀ ਫੀਸ ਤਹਿਸੀਲ ਦੇ ਵਿੱਚ ਰਜਿਸਟਰੀ ਦੇ ਨਾਲ ਹੀ ਲਈ ਜਾਂਦੀ ਹੈ, ਠੀਕ ਹੈ। ਅੱਗੇ ਰਿਪੋਰਟ ਪਟਵਾਰੀ ਦੀ ਆ ਜਾਂਦੀ ਹੈ 15 ਨੰਬਰ ਕਾਲਮ ਦੇ ਵਿੱਚ। ਇੰਤਕਾਲ ਰਜਿਸਟਰ ਦੇ ਖਾਨੇ ਸੰਬੰਧੀ ਜਾਣਕਾਰੀ ਇਹ ਮੈਂ ਦੱਸ ਹੀ ਚੁੱਕਾ ਤੁਹਾਨੂੰ ਸਾਰੀ, ਠੀਕ ਹੈ। ਇੰਤਕਾਲ ਦੀਆਂ ਕਿਸਮਾਂ ਅੱਗੇ ਹੈਗੀ ਆ ਇਹਦੇ 24.6 ਦੇ ਵਿੱਚ। ਇੰਤਕਾਲ ਦੀਆਂ ਕਿਸਮਾਂ ਕਿੰਨੀਆਂ ਹੁੰਦੀਆਂ ਨੇ। ਇੰਤਕਾਲ ਦੇਖੋ, ਬੈ ਦਾ ਇੰਤਕਾਲ ਹੋ ਗਿਆ, 24.6 ਬੈ ਦਾ ਇੰਤਕਾਲ ਹੋ ਗਿਆ। ਇਹ ਇਸ ਬੁੱਕ ਦੇ ਵਿੱਚ ਨਾਲ ਤੁਸੀਂ ਦੇਖੋਗੇ ਤੇ ਇੰਤਕਾਲ ਨੰਬਰ 1 ਜਿਹੜਾ ਹੈਗਾ ਦਰਜ ਕਰਕੇ ਦਿਖਾਇਆ ਗਿਆ ਹੈ। ਇਸੇ ਜਮ੍ਹਾਂਬੰਦੀ ਦੇ ਇਸੇ ਬੁੱਕ ਦੇ ਵਿੱਚ ਜਮ੍ਹਾਂਬੰਦੀ ਬਣੀ ਵੀ ਹੈ, ਇੱਕ ਜਿਹਦੀ ਮੂਹਰੇ ਇੰਡੈਕਸ ਬਣਿਆ ਹੋਇਆ ਹੈ ਨਾ, ਜਿਹੜੀ ਮੂਹਰੇ ਇੱਕ ਉਹ ਬਣੀ ਵੀ ਹੈ ਮਿਸਲਕੀਤ ਬਣੀ, ਸੌਰੀ ਮੂਹਰੇ ਨਕਸ਼ਾ ਬਣਿਆ ਪਿਆ ਹੈ ਪਿੰਡ ਦੀ, ਜਿਵੇਂ ਕਿ ਮਸਾਵੀ ਬਣੀ ਵੀ ਹੈ। ਇਸੇ ਮਸਾਵੀ ਦੇ ਬੇਸਡ ਇਸ ਪਿੰਡ ਦੀ ਹੀ ਜਮ੍ਹਾਂਬੰਦੀ ਬਣਾਈ ਗਈ ਹੈ। ਜਮ੍ਹਾਂਬੰਦੀ ਦੇ ਮੁਤਾਬਕ ਜਿਵੇਂ ਖੇਵਟ ਨੰਬਰ ਇੰਤਕਾਲ ਨੰਬਰ 1 ਜਿਹੜਾ ਹੈਗਾ ਬੈ ਦਾ, ਇਸੇ ਜਮ੍ਹਾਂਬੰਦੀ ਦੇ ਬੇਸ ਜਿਹੜਾ ਇੰਤਕਾਲ ਦੀ ਇੱਕ ਕਾਪੀ ਬਣਾ ਕੇ ਦਿਖਾਈ ਗਈ ਹੈ ਵੀ ਜਮ੍ਹਾਂਬੰਦੀ ਜੇ ਕੋਈ ਬੰਦਾ ਜ਼ਮੀਨ ਕਿਸੇ ਨੂੰ ਵੇਚਦਾ ਹੈ ਤਾਂ ਦੂਜਾ ਕੌਣ ਖਰੀਦਦਾ ਹੈਗਾ। ਇੰਤਕਾਲ ਨੰਬਰ 1 ਤੇ ਤੁਸੀਂ ਜਾ ਕੇ ਦੇਖੋਗੇ ਵੀ ਇਸੇ ਜਮ੍ਹਾਂਬੰਦੀ ਦੇ ਮੁਤਾਬਕ ਇੰਤਕਾਲ ਦਰਜ ਕਿਵੇਂ ਕੀਤਾ ਜਾਂਦਾ ਹੈ, ਉਹ ਦਰਜ ਕਰਕੇ ਦਿਖਾਇਆ ਗਿਆ ਹੈ। ਨੰਬਰ 2 ਤੇ ਰਹਿਣ ਦਾ ਇੰਤਕਾਲ ਹੈ, ਉਹ ਇੰਤਕਾਲ ਨੰਬਰ 2 ਤੁਸੀਂ ਦੇਖੋਗੇ ਜਮ੍ਹਾਂਬੰਦੀ ਨਾਲ ਮਿਲਾਨ ਕਰਕੇ ਦੇਖੋਗੇ ਇਸੇ ਬੁੱਕ ਦੇ ਵਿੱਚੋਂ, ਠੀਕ ਹੈ। ਜਮ੍ਹਾਂਬੰਦੀ ਖੋਲੋਗੇ, ਇੰਤਕਾਲ ਨੰਬਰ 2 ਦੇਖੋਗੇ ਕਿਵੇਂ ਦਰਜ ਕੀਤਾ ਗਿਆ ਹੈ, ਉਹ ਤੁਹਾਨੂੰ ਪਤਾ ਚੱਲ ਜਾਏਗਾ। ਫਿਰ ਹੈਗਾ ਆਜ਼ਾਦੀ ਰਹਿਣ ਕੀਤੀ ਵੀ ਹੈ ਕਿਸੇ ਨੇ, ਫਿਰ ਕੁਝ ਹੋਰ ਅਮਾਊਂਟ ਲੈ ਲਈ ਵਾਲੇ ਨੇ ਉਸ ਜ਼ਮੀਨ ਦੇ ਉੱਪਰ, ਉਹਨੂੰ ਆਜ਼ਾਦੀ ਰਹਿਣ ਕਹਿ ਦਿੰਦੇ ਆ, ਠੀਕ ਹੈ। ਰਹਿਣ ਦਰ ਰਹਿਣ ਇਹ ਇੰਤਕਾਲ ਨੰਬਰ 3 ਦੇ ਉੱਪਰ ਤੁਸੀਂ ਦੇਖੋਗੇ ਪੜ੍ਹ ਕੇ। ਇੰਤਕਾਲ ਨੰਬਰ 3 ਰਹਿਣ ਦਰ ਰਹਿਣ ਹੁੰਦਾ ਕੀ ਹੈ, ਠੀਕ ਹੈ, ਉਹ ਦਰਜ ਕਰਕੇ ਦਿਖਾਇਆ ਗਿਆ ਇਹਦੇ ਵਿੱਚ। ਫੱਕੁਲ ਰਹਿਣ, ਜਦੋਂ ਕੋਈ ਜ਼ਮੀਨ ਫੱਕ ਹੋ ਜਾਂਦੀ ਹੈ, ਠੀਕ ਹੈ, ਤਾਂ ਜਿਹਨੂੰ ਰਿਡੈਂਪਸ਼ਨ ਕਹਿ ਦਿੰਦੇ ਅਸੀਂ, ਤੇ ਜਦੋਂ ਕੋਈ ਪਾਰਟੀਆਂ ਦਾ ਜਿਹੜਾ ਸਮਾਂ ਪੂਰਾ ਹੋ ਜਾਂਦਾ ਹੈ ਰਹਿਣ ਦਾ, ਉਸ ਤੋਂ ਬਾਅਦ ਫੱਕ ਕਰਵਾਈ ਜਾਂਦੀ ਹੈ। ਪਰ ਜੇਕਰ ਕੋਈ ਪਾਰਟੀ ਇਨ ਰੂਟੀਨ ਜੋ ਅਸੀਂ ਦੇਖਦੇ ਹਾਂ ਪ੍ਰੈਜੈਂਟ, ਕਈ ਕੇਸਿਸ ਤੁਹਾਡੇ ਸਾਹਮਣੇ ਇੱਦਾਂ ਦੇ ਆਉਣਗੇ ਲਾਈਵ ਦੇ ਵਿੱਚ, ਜਿੱਥੇ ਜ਼ਮੀਨ ਫੱਕ ਤਾਂ ਹੋ ਚੁੱਕੀ ਹੈ, ਕਬਜ਼ਾ ਵੀ ਤਬਦੀਲ ਹੋ ਚੁੱਕਿਆ ਹੈ, ਪਰ ਰਿਕਾਰਡ ਦੇ ਉੱਪਰ ਜਿਹੜੀ ਹੈਗੀ ਆ ਉਹ ਗਹਿਣੇ ਚਲੀ ਆ ਰਹੀ ਹੈ। ਇੱਦਾਂ ਹੀ ਕਿਉਂ ਗਹਿਣੇ ਚਲੀ ਆ ਰਹੀ ਹੈ, ਜਿਹੜਾ ਜਿਸ ਬੰਦੇ ਕੋਲੇ ਗਹਿਣੇ ਸੀਗੀ ਉਹ ਲਿਖਤੀ ਤੌਰ ਤੇ ਲਿਖਤੀ ਰੂਪ ਦੇ ਵਿੱਚ ਨਹੀਂ ਦਿੰਦਾ ਹੈਗਾ ਵੀ ਮੇਰੇ ਕੋਲ ਅਮਾਊਂਟ ਵਾਪਸ ਆ ਚੁੱਕੀ ਹੈ, ਇਸ ਕਰਕੇ ਉਹ ਜ਼ਮੀਨ ਗਹਿਣੇ ਖੜੀ ਰਹਿੰਦੀ ਹੈ। ਇਹਦੇ ਵਿੱਚ ਫਿਰ ਇਹਦੀ ਰੈਮਡੀ ਕੀ ਹੈ, ਮਤਲਬ ਕਿ ਐਸਡੀਐਮ ਕੋਲੇ ਪਾਵਰਸ ਹੁੰਦੀਆਂ ਨੇ, ਸੂਟ ਫਾਰ ਰਿਡੈਂਪਸ਼ਨ ਫਾਈਲ ਕਰਨਾ ਹੁੰਦਾ ਪਾਰਟੀਆਂ ਵੱਲੋਂ। ਜਿਸ ਬੰਦੇ ਦਾ ਜਿਹਨੇ ਗਹਿਣੇ ਪਾਈ ਸੀਗੀ ਉਹ ਸੂਟ ਫਾਰ ਰਿਡੈਂਪਸ਼ਨ ਫਾਈਲ ਕਰੇਗਾ ਐਸਡੀਐਮ ਦੀ ਕੋਰਟ ਦੇ ਵਿੱਚ, ਜਿੰਨੀ ਅਮਾਊਂਟ ਉਸਨੇ ਗਹਿਣੇ 'ਚ ਲਈ ਸੀਗੀ, ਠੀਕ ਹੈ, ਉਹ ਜਿਹੜੀ ਅਮਾਊਂਟ ਹੈਗੀ ਹੈ ਐਸਡੀਐਮ ਦੀ ਕੋਰਟ ਦੇ ਜਮ੍ਹਾਂ ਹੋ ਜਾਂਦੀ ਹੈ। ਪਾਰਟੀ ਆ ਕੇ ਲੈ ਸਕਦੀ ਹੈ, ਜੇ ਉਹ ਆ ਕੇ ਉਹਦਾ ਕੋਈ ਹੋਰ ਪੱਖ ਪੇਸ਼ ਕਰਨਾ ਚਾਹੁੰਦਾ ਜਿਹੜਾ ਮੁਰਤਨ ਹੈਗਾ ਤਾਂ ਦੱਸ ਸਕਦਾ ਹੈ, ਕਿ ਨਹੀਂ ਤਾਂ ਫਿਰ ਐਸਡੀਐਮ ਵੱਲੋਂ ਪ੍ਰੋਸੀਡਿੰਗ ਸਟਾਰਟ ਕਰਨ ਤੋਂ ਬਾਅਦ ਜਿਹੜਾ ਹੈ ਉਹ ਖੇਪ ਜਿਹੜੀ ਹੈਗੀ ਹੈ ਰਿਡੀਮ ਕਰ ਦਿੱਤੀ ਜਾਂਦੀ ਹੈ। ਬਹਿਕ ਮੁਰਤਨੀ ਕੀ ਹੁੰਦਾ ਹੈ, ਜਦੋਂ ਕਿਸੇ ਜ਼ਮੀਨ ਨੇ ਏ ਨੇ ਬੀ ਨੂੰ ਜ਼ਮੀਨ ਗਹਿਣੇ ਪਾ ਦਿੱਤੀ, ਠੀਕ ਹੈ, ਜਿਹੜਾ ਬੀ ਮੁਰਤਨ ਬਣ ਗਿਆ, ਇੱਥੇ ਬੀ ਨੂੰ ਲੋੜ ਪੈ ਗਈ ਪੈਸਿਆਂ ਦੀ, ਠੀਕ ਹੈ, ਇਹ ਬੀ ਨੇ ਏ ਨੂੰ ਕਿਹਾ ਵੀ ਮੈਨੂੰ ਪੈਸੇ ਵਾਪਸ ਕਰ ਦੇ, ਪਰ ਇਹ ਕਹਿੰਦਾ ਮੇਰੇ ਕੋਲ ਪੈਸੇ ਨਹੀਂ ਹੈਗੇ, ਤਾਂ ਜਿਹੜਾ ਬੀ ਹੈਗਾ ਆਪਣੇ ਜਿਹੜੇ ਰਾਈਟਸ ਨੇ ਉਹ ਸੀ ਵਿਅਕਤੀ ਨੂੰ ਸੇਲ ਕਰ ਦਿੰਦਾ ਹੈ, ਯਾਨੀ ਕਿ ਮੁਰਤਨ ਦੇ ਰਾਈਟਸ ਸੇਲ ਕਰ ਦਿੰਦਾ ਆਪਣੇ, ਯਾਨੀ ਕਿ ਹੁਣ ਮੁਰਤਨ ਜਿਹੜਾ ਬੀ ਹੈ ਉਹ ਵਿੱਚੋਂ ਨਿਕਲ ਗਿਆ ਤੇ ਸੀ ਜਿਹੜਾ ਹੈਗਾ ਮੁਰਤਨ ਬਣ ਜਾਂਦਾ ਹੈ। ਇਸ ਨੂੰ ਕਹਿੰਦੇ ਬਹਿਕ ਮੁਰਤਨੀ, ਯਾਨੀ ਕਿ ਸੇਲ ਨਹੀਂ ਹੋਈ, ਜਿਹੜੇ ਮੌਰਗੇਜ ਰਾਈਟਸ ਨੇ ਉਹ ਸੇਲ ਹੋਏ ਨੇ। ਇੰਤਕਾਲ ਉਦੋਂ ਹੋ ਗਿਆ ਗਹਿਣੇ ਯਾਨੀ ਕਿ ਗਹਿਣੇ ਵਾਲਾ ਬੰਦਾ ਜਿਹੜਾ ਹੈਗਾ ਸੀ, ਬੀ ਚੇਂਜ ਹੋ ਕੇ ਸੀ ਨੰਬਰ ਜਿਹੜਾ ਸੀ ਪਾਰਟੀ ਦੀ ਹੈਗੀ ਹੈ ਉਹ ਮੁਰਤਨ ਬਣ ਜਾਂਦੀ ਹੈ। ਅਗਲਾ 7 ਨੰਬਰ ਤੇ ਇੰਤਕਾਲ ਤੇ ਦਿਖਾਇਆ ਗਿਆ ਬੈ ਬਕੈਮੀ ਰਹਿਣ ਕੀ ਹੁੰਦਾ ਹੈ। ਇੰਤਕਾਲ ਨੰਬਰ 6 ਔਰ 7 ਤੁਸੀਂ ਪੜ੍ਹ ਕੇ ਦੇਖੋਗੇ ਤੁਹਾਨੂੰ ਪੂਰੀ ਤਰੀਕੇ ਨਾਲ ਸਮਝ ਆ ਜਾਏਗੀ ਵੀ ਬੈ ਬਕੈਮੀ ਰਹਿਣ ਦਾ ਮਤਲਬ ਕੀ ਹੁੰਦਾ ਹੈ। ਬੈ ਬਕੈਮੀ ਰਹਿਣ ਕੀ ਹੁੰਦਾ ਹੈ, ਜਦੋਂ ਏ ਪਾਰਟੀ ਨੇ ਬੀ ਪਾਰਟੀ ਨੂੰ ਜ਼ਮੀਨ ਗਹਿਣੇ ਪਾਈ ਹੋਈ ਹੈ, ਠੀਕ ਹੈ, ਇਹ ਵਿਅਕਤੀ ਨੂੰ ਹੋਰ ਲੋੜ ਪੈ ਗਈ ਪੈਸਿਆਂ ਦੀ, ਮੈਨੂੰ ਤਾਂ ਪੈਸੇ ਹੋਰ ਚਾਹੀਦੇ ਹੈ, ਬੀ ਨੂੰ ਕਹਿੰਦਾ ਉਹ ਵੀ ਤੂੰ ਮੈਨੂੰ 1 ਲੱਖ ਰੁਪਇਆ ਹੋਰ ਦੇ, ਪਰ ਬੀ ਕਹਿੰਦਾ ਮੇਰੇ ਕੋਲ ਪੈਸੇ ਨਹੀਂ ਹੈਗੇ, ਤਾਂ ਫਿਰ ਇਹ ਕੀ ਕਰਦਾ ਹੈ, ਇਹ ਆਪਣੀ ਜ਼ਮੀਨ ਨੂੰ ਸੇਲ ਕਰ ਦਿੰਦਾ ਹੈ ਕਿਸੇ ਸੀ ਪਾਰਟੀ ਨੂੰ, ਠੀਕ ਹੈ। ਰਹਿਣ ਏਦਾਂ ਹੀ ਕਾਇਮ ਰਹਿ ਜਾਂਦੀ ਹੈ, ਰਹਿਣ ਖੜੀ ਰਹਿ ਜਾਂਦੀ ਹੈ, 1 ਲੱਖ ਰੁਪਏ 'ਚ ਮੰਨ ਲਓ ਜ਼ਮੀਨ ਗਹਿਣੇ ਖੜੀ ਸੀਗੀ,
ए ने बी ਨੂੰ ਜ਼ਮੀਨ ਗਹਿਣੇ ਕੀਤੀ ਸੀ 1 ਲੱਖ ਰੁਪਏ ਦੇ ਵਿੱਚ। ਹੁਣ ए ਨੂੰ ਲੋੜ ਪੈ ਗਈ ਪੈਸਿਆਂ ਦੀ, ਉਹਨੇ ਕੋਈ ਵਿਆਹ ਸ਼ਾਦੀ ਕਰਨੀ ਹੈ, ਠੀਕ ਹੈ, ਉਹ ਆਪਣੀ ਜ਼ਮੀਨ ਨੂੰ 5 ਲੱਖ ਰੁਪਏ ਦੀ ਸੇਲ ਕਰ ਦਿੰਦਾ ਕਿਸੇ ਸੀ ਪਾਰਟੀ ਨੂੰ। ਮਤਲਬ ਕਿ ਰਹਿਣ ਕਿਵੇਂ ਰਹੇਗੀ ਤੇ यस प्लीज कितों प्रॉब्लम आई? अरे आ रही है जी, आवाज आ रही है। आ रही है जी आवाज? ਆਪਾਂ आ ਇੰਤਕਾਲਾਂ रही ਦੇ है, आ रही है। ਆਪਾਂ ਇੰਤਕਾਲਾਂ ਦੇ ਕਿਸਮਾਂ जी, ਬਾਰੇ आ रही है जी। ਓਕੇ 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 ਆਪਾਂ ਇੰਤਕਾਲਾਂ ਦੇ ਕਿਸਮਾਂ ਦੇ ਬਾਰੇ ਗੱਲ ਕਰ ਰਹੇ ਸੀਗੇ। ਵੈਦਾ ਇੰਤਕਾਲ ਹੁੰਦਾ 1 ਨੰਬਰ ਤੇ ਦਰਜ ਕਰਕੇ ਦਿਖਾਇਆ ਗਿਆ ਹੈ। ਇਸੇ ਬੁੱਕ ਦੇ ਵਿੱਚ ਇਸੇ ਇਸੇ ਇੰਤਕਾਲ ਸੌਰੀ ਇਸੇ ਬੁੱਕ ਦੇ ਵਿੱਚ ਜਿਹੜੀ ਜਮਾਬੰਦੀ ਬਣੀ ਹੋਈ ਹੈ, ਉਸੇ ਜਮਾਬੰਦੀ ਦੇ ਬੇਸ ਤੇ ਇੰਤਕਾਲ ਨੰਬਰ 1 ਤੇ 1/1 ਦਰਜ ਕਰਕੇ ਦਿਖਾਏ ਗਏ ਨੇ। ਦੀ ਰਹਿਣ ਦਾ ਇੰਤਕਾਲ ਦਾ ਨੰਬਰ 2 ਤੇ ਦਰਜ ਕੀਤਾ ਗਿਆ ਹੈ। ਆਜ਼ਾਦੀ ਰਹਿਣ ਦਾ, ਜਦੋਂ ਰਹਿਣ ਦੇ ਉੱਪਰ ਹੋਰ ਕੋਈ ਕੁਝ ਅਮਾਊਂਟ ਲੈ ਲੈਂਦਾ ਉਹਨੂੰ ਆਜ਼ਾਦੀ ਰਹਿਣ ਕਿਹਾ ਜਾਂਦਾ ਹੈ। ਰਹਿੰਦਾ ਇੰਤਕਾਲ ਨੰਬਰ 3 ਦਰਜ ਕਰਕੇ ਦਿਖਾਇਆ। ਫਾਕੁਲ ਰਹਿਣ ਕੀ ਹੁੰਦੀ ਹੈ? ਫਾਕੁਲ ਰਹਿਣ ਜਦੋਂ ਰਹਿਣ ਦੀ ਰਕਮ ਜਿਹੜੀ ਹੁੰਦੀ ਹੈ ਉਹ ਅਦਾ ਕਰ ਦਿੰਦਾ ਹੈ ਮਾਲਕ ਨੂੰ। ਮਾਲਕ ਰਹਿਣ ਦੀ ਰਕਮ ਰਹਿਣ ਮੁਰਤਨ ਨੂੰ ਅਦਾ ਕਰ ਦਿੰਦਾ ਤਾਂ ਫੱਕ ਕਰਾਈ ਜਾਂਦੀ ਹੈ। ਜੇਕਰ ਜਿਹੜਾ ਮਾਲਕ ਹੈਗਾ ਉਹ ਰਕਮ ਦੇਣਾ ਚਾਹੇ ਟਾਈਮ ਪੂਰਾ ਹੋਣ ਤੋਂ ਬਾਅਦ, ਜਿਹੜਾ ਮੁਰਤਨ ਹੈ ਪੇਮੈਂਟ ਨਾ ਲੈਂਦਾ ਹੋਵੇ, ਤਾਂ ਉਹਦੇ ਲਈ ਕੀ ਰੈਮਡੀ ਹੁੰਦੀ ਹੈ? ਉਹਦੇ ਲਈ ਰੈਮਡੀ ਹੈ ਇੰਤਕਾਲ ਸੂਟ ਫਾਰ ਰਿਡੈਂਪਸ਼ਨ ਫਾਈਲ ਕਰਨਾ ਹੁੰਦਾ ਹੈ ਐਸਡੀਐਮ ਦੀ ਕੋਰਟ ਦੇ ਵਿੱਚ, ਠੀਕ ਹੈ। ਐਸਡੀਐਮ ਦੀ ਕੋਰਟ ਦੇ ਵਿੱਚ ਜੇ ਕੋਈ ਜਿਹੜਾ ਮੁਰਤਨ ਹੈ ਪੇਮੈਂਟ ਨਹੀਂ ਲੈਂਦਾ, ਮਾਲਕ ਦੀ ਜ਼ਮੀਨ ਖਾਲੀ ਨਹੀਂ ਕਰਦਾ, ਟਾਈਮ ਪੂਰਾ ਵੀ ਹੋ ਚੁੱਕਿਆ ਤੇ ਜਿਹੜਾ ਮਾਲਕ ਹੈ ਉਹ ਪੇਮੈਂਟ ਦੇਣੀ ਚਾਹੁੰਦਾ ਹੈ ਮੁਰਤਨ ਨੂੰ, ਉਹ ਨਹੀਂ ਲੈ ਰਿਹਾ, ਤਾਂ ਸੂਟ ਫਾਰ ਰਿਡੈਂਪਸ਼ਨ ਫਾਈਲ ਕਰਕੇ ਦੂਜੀ ਪਾਰਟੀ ਨੂੰ ਬੁਲਾਇਆ ਜਾਂਦਾ ਐਸਡੀਐਮ ਦੀ ਕੋਰਟ ਵੱਲੋਂ। ਤੇ ਉਸ ਤੇ ਜੇਕਰ ਉਹ ਪੇਮੈਂਟ ਨਹੀਂ ਲੈਣਾ ਚਾਹੁੰਦਾ ਤਾਂ ਕੋਰਟ ਦੇ ਵਿੱਚ ਪੇਮੈਂਟ ਜਮ੍ਹਾਂ ਕਰਾ ਦਿੱਤੀ ਜਾਂਦੀ ਹੈ ਤੇ ਸਾਰੀ ਪ੍ਰੋਸੀਡਿੰਗ ਪੂਰੀ ਕਰਨ ਤੋਂ ਉਪਰੰਤ ਜਿਹੜਾ ਐਸਡੀਐਮ ਵੱਲੋਂ ਸੂਟ ਫਾਰ ਰਿਡੈਂਪਸ਼ਨ ਜਿਹੜਾ ਹੈਗਾ ਉਹ ਡਿਗਰੀ ਕਰ ਦਿੱਤਾ ਜਾਂਦਾ ਹੈ ਤੇ ਜਿਹੜੀ ਪ੍ਰਾਪਰਟੀ ਹੈਗੀ ਹੈ ਫਿਰ ਉਸ ਤੋਂ ਬਾਅਦ ਉਹਦਾ ਇੰਤਕਾਲ ਉਹਦੇ ਆਰਡਰ ਦੇ ਮੁਤਾਬਕ, ਐਸਡੀਐਮ ਦੇ ਆਰਡਰ ਦੇ ਮੁਤਾਬਕ ਜਿਹੜੀ ਜ਼ਮੀਨ ਹੈ ਉਹ ਫੱਕ ਹੋ ਜਾਂਦੀ ਹੈ। ਬਹਿਕ ਮੁਰਤਨੀ ਇੰਤਕਾਲ ਨੰਬਰ 5 ਤੇ ਦਰਜ ਕਰਕੇ ਦਿਖਾਇਆ ਗਿਆ ਹੈ। ਬਹਿਕ ਮੁਰਤਨੀ ਕੀ ਹੁੰਦਾ? ਜ਼ਮੀਨ ਕਿਸੇ ਏ ਪਾਰਟੀ ਨੇ ਬੀ ਪਾਰਟੀ ਨੂੰ ਜ਼ਮੀਨ ਗਹਿਣੇ ਕੀਤੀ ਵੀ ਹੈ, ਠੀਕ ਹੈ। ਬੀ ਪਾਰਟੀ ਕਹਿੰਦੀ ਹੈ ਮੈਨੂੰ ਪੈਸੇ ਦੇ ਦਿਓ, ਏ ਨੂੰ ਕਹਿੰਦੀ ਹੈ ਵੀ ਮੈਨੂੰ ਪੈਸਿਆਂ ਦੀ ਜ਼ਰੂਰਤ ਹੈਗੀ ਹੈ, ਪਰ ਇਹ ਪਾਰਟੀ ਕੋਲੇ ਦੇਣ ਨੂੰ ਪੈਸੇ ਨਹੀਂ ਹੈਗੇ, ਤਾਂ ਫਿਰ ਜਿਹੜੀ ਬੀ ਪਾਰਟੀ ਹੈ ਆਪਣੇ ਜਿਹੜੇ ਰਾਈਟਸ ਨੇ ਮੁਰਤਨ ਦੇ ਰਾਈਟਸ ਜਿਹੜੇ ਹੈਗੇ ਸੀ ਪਾਰਟੀ ਨੂੰ ਸੀਲ ਕਰ ਦਿੰਦੀ ਹੈ। ਇਹਦੇ ਨਾਲ ਕੀ ਹੁੰਦਾ, ਜੇ ਉਹਨੇ 1 ਲੱਖ ਰੁਪਏ ਦਿੱਤਾ ਹੋਇਆ ਸੀਗਾ ਏ ਪਾਰਟੀ ਨੂੰ, ਉਹ 1 ਲੱਖ ਰੁਪਇਆ ਸੀ ਪਾਰਟੀ ਤੋਂ ਲੈ ਕੇ ਜਿਹੜਾ ਕਬਜ਼ਾ ਹੈਗਾ ਸੀ ਪਾਰਟੀ ਨੂੰ ਦੇ ਦਿੰਦੀ ਹੈ ਤੇ ਆਪਣੇ ਇਟ ਮੀਨਸ ਇਹ ਹੁੰਦਾ ਹੈਗਾ ਵੀ ਬੀ ਪਾਰਟੀ ਨੇ ਜਿਹੜੇ ਆਪਣੇ ਰਾਈਟਸ ਨੇ ਉਹ ਸੀ ਪਾਰਟੀ ਨੂੰ ਸੇਲ ਕਰ ਦਿੱਤੇ ਨੇ। ਹੁਣ ਜਿਹੜਾ ਲਿੰਕ ਹੁੰਦਾ ਹੈ ਉਹ ਏ ਤੇ ਸੀ ਦਾ ਡਾਇਰੈਕਟ ਹੋ ਜਾਂਦਾ ਹੈ ਤੇ ਜਿਹੜੀ ਏ ਪਾਰਟੀ ਹੈਗੀ ਉਹ ਸੀ ਪਾਰਟੀ ਨੂੰ ਹੀ ਆਪਣੇ 1 ਲੱਖ ਰੁਪਏ ਜਿਹੜਾ ਉਹਨੇ ਪਹਿਲਾਂ ਜ਼ਮੀਨ ਗਹਿਣੇ ਪਾਈ ਸੀ ਬੀ ਨੂੰ, ਸੀ ਪਾਰਟੀ ਨੂੰ ਜ਼ਮੀਨ 1 ਲੱਖ ਰੁਪਏ ਦੇ ਕੇ ਆਪਣੀ ਜਿਹੜੀ ਜ਼ਮੀਨ ਹੈ ਫੱਕ ਕਰਵਾ ਸਕਦੀ ਹੈ। ਬੈਵਕੈਮੀ ਰਹਿਣ ਕੀ ਹੁੰਦਾ ਹੈ? ਬੈਵਕੈਮੀ ਰਹਿਣ ਕਿਹਾ ਜਾਂਦਾ ਵੀ ਜ਼ਮੀਨ ਪਹਿਲਾਂ ਏ ਪਾਰਟੀ ਨੇ ਬੀ ਪਾਰਟੀ ਨੂੰ ਗਹਿਣੇ ਕੀਤੀ ਵੀ ਸੀ 1 ਲੱਖ ਰੁਪਏ ਦੇ ਵਿੱਚ, ਤਾਂ ਏ ਪਾਰਟੀ ਕਹਿੰਦੀ ਹੈ ਬੀ ਪਾਰਟੀ ਨੂੰ ਵੀ ਮੈਨੂੰ ਹੋਰ ਪੈਸੇ ਚਾਹੀਦੇ ਨੇ, ਤੂੰ ਜ਼ਮੀਨ ਮੇਰੀ ਪਰਚੇਜ਼ ਕਰ ਲੈ, ਮੈਨੂੰ ਜ਼ਰੂਰਤ ਹੈ, ਮੈਂ ਕੋਈ ਵਿਆਹ ਸ਼ਾਦੀ ਕਰਨੀ ਹੈ, ਠੀਕ ਹੈ, ਕਿਸੇ ਬੱਚੇ ਦਾ ਵਿਆਹ ਕਰਨਾ ਹੈ ਜਾਂ ਕੋਈ ਹੋਰ ਜ਼ਰੂਰਤ ਆ ਗਈ, ਕੋਈ ਬਿਮਾਰੀ ਘਰ ਦੇ ਵਿੱਚ ਆ ਗਈ ਤਾਂ ਉਹਨੂੰ ਪੈਸੇ ਦੀ ਜ਼ਰੂਰਤ ਪੈ ਜਾਂਦੀ ਹੈ, ਤਾਂ ਜਿਹੜੀ ਬੀ ਪਾਰਟੀ ਹੈ ਉਹਦੇ ਕੋਲੇ ਪੈਸਿਆਂ ਦਾ ਕੋਈ ਇੰਤਜ਼ਾਮ ਨਹੀਂ ਬਣਦਾ, ਤਾਂ ਫਿਰ ਇਹ ਪਾਰਟੀ ਕਿਸੇ ਥਰਡ ਪਰਸਨ ਨੂੰ ਕੀ ਹੈਗਾ ਆਪਣੀ ਜ਼ਮੀਨ ਸੇਲ ਕਰ ਦਿੰਦੀ ਹੈ। ਸੀ ਪਾਰਟੀ ਨੂੰ ਜ਼ਮੀਨ ਜਦੋਂ ਸੇਲ ਕੀਤੀ ਗਈ ਹੈ ਤਾਂ ਇਹ ਪਾਰਟੀ ਵਿੱਚੋਂ ਨਿਕਲ ਗਈ, ਤਾਂ ਹੁਣ ਸੀ ਪਾਰਟੀ ਜਿਹੜੀ ਹੈਗੀ ਉਹ ਮਾਲਕ ਬਣ ਗਈ ਜ਼ਮੀਨ ਦੀ, ਜਿਹੜੀ ਬੀ ਪਾਰਟੀ ਹੈ ਉਹਦੇ ਕੋਲ ਜ਼ਮੀਨ ਗਹਿਣੇ ਰਹਿ ਜਾਂਦੀ ਹੈ ਤੇ ਜਿਹੜਾ ਡਾਇਰੈਕਟ ਲਿੰਕ ਹੈਗਾ ਫਿਰ ਉਹ ਬੀ ਦਾ ਤੇ ਸੀ ਦਾ ਰਹਿ ਜਾਂਦਾ ਹੈ, ਠੀਕ ਹੈ। ਬੀ ਪਾਰਟੀ ਮਾਲਕ ਬਣ ਗਈ, ਬੀ ਪਾਰਟੀ ਹੀ ਸੀ ਪਾਰਟੀ ਨੂੰ ਗਹਿਣੇ ਦੀ ਰਕਮ ਅਦਾ ਕਰਕੇ ਆਪਣੀ ਜ਼ਮੀਨ ਨੂੰ ਫੱਕ ਕਰਵਾ ਸਕਦੀ ਹੈ। ਫੱਕ ਤਕਮੀਲੀ ਜਾਂ ਫੱਕ ਤਰਤੀਬੀ ਕੀ ਹੁੰਦਾ ਹੈ? ਇੰਤਕਾਲ ਨੰਬਰ 8 ਤੇ ਦਰਜ ਕਰਕੇ ਦਿਖਾਇਆ ਗਿਆ ਹੈ। ਫੱਕ ਤਕਮੀਲੀ ਇਹ ਹੁੰਦਾ ਹੈ ਏ ਪਾਰਟੀ ਨੇ ਬੀ ਪਾਰਟੀ ਨੂੰ ਜ਼ਮੀਨ ਗਹਿਣੇ ਕੀਤੀ ਸੀਗੀ, ਠੀਕ ਹੈ, ਏ ਪਾਰਟੀ ਰਾਹਿਨ ਹੈ ਤੇ ਬੀ ਪਾਰਟੀ ਮੁਰਤਨ ਹੈ, ਤਾਂ ਫਿਰ ਏ ਪਾਰਟੀ ਜ਼ਮੀਨ ਬੀ ਪਾਰਟੀ ਨੂੰ ਹੀ ਸੇਲ ਕਰ ਦਿੰਦੀ ਹੈ। ਬੀ ਪਾਰਟੀ ਨੇ ਹੁਣ ਮਤਲਬ ਕਿ ਮਾਲਕ ਵੀ ਬਣ ਗਈ ਤੇ ਬੀ ਪਾਰਟੀ ਮੁਰਤਨ ਵੀ ਬਣ ਗਈ। ਦੈਟ ਮੀਨਸ ਇਹ ਬੀ ਹੀ ਮਾਲਕ ਹੋਵੇ ਬੀ ਹੀ ਮੁਰਤਨ ਹੋਵੇ, ਇਹ ਗੱਲ ਨੂੰ ਮਤਲਬ ਕਿ ਨਹੀਂ ਠੀਕ ਹੈਗੀ। ਇਸ ਕਰਕੇ ਇਸ ਨੂੰ ਠੀਕ ਕਰਨ ਦੀ ਖਾਤਰ ਰਿਕਾਰਡ ਨੂੰ
ਅਪਡੇਟ ਕਰਨ ਦੀ ਖਾਤਰ, ਕਾਰ ਨੂੰ ਠੀਕ ਕਰਨ ਦੀ ਖਾਤਰ ਜਿਹੜੀ ਇਹ ਜ਼ਮੀਨ ਹੈ ਫਕਤ ਕਰ ਦਿੱਤੀ ਜਾਂਦੀ ਹੈ, ਉਸ ਨੂੰ ਇੰਤਕਾਲ ਨੂੰ ਫਕਤ ਕਮੀਲੀ ਕਿਹਾ ਜਾਂਦਾ ਹੈਗਾ। ਵਿਰਾਸਤਾਂ ਕਿੰਨੇ ਤਰ੍ਹਾਂ ਦੀਆਂ ਹੁੰਦੀਆਂ ਨੇ? ਵਿਰਾਸਤ ਰਜਿਸਟਰਡ ਹੁੰਦੀ ਹੈ, ਠੀਕ ਹੈ। ਇੰਤਕਾਲ ਨੰਬਰ 9 ਦੇਖ ਲੈਣਾ ਤੁਸੀਂ। ਵਿਰਾਸਤ ਕੁਰਸੀਨਾਮੇ ਦੇ ਬੇਸ ਤੇ ਦਰਜ ਕੀਤੀ ਜਾਂਦੀ ਹੈ, ਜਿਹਨੂੰ ਕੋਈ ਟੈਸਟੇਡ ਸਕਸੈਸ਼ਨ ਹੁੰਦਾ ਹੈ, ਇੱਕ ਇੰਟੈਸਟੇਡ ਸਕਸੈਸ਼ਨ ਹੁੰਦਾ ਹੈ। ਇੱਕ ਰਜਿਸਟਰਡ ਵਸੀਅਤ ਹੋ ਗਈ ਵਿਰਾਸਤ ਦੇ ਬੇਸ ਤੇ, ਜਿਹਨੇ ਕੋਈ ਵਿਅਕਤੀ ਵਿਲ ਕਰ ਜਾਂਦਾ, ਆਪਣੀ ਰਜਿਸਟਰਡ ਵਿਲ ਕਰ ਜਾਂਦਾ ਹੈ, ਠੀਕ ਹੈ। ਇਸ ਨੂੰ ਅਸੀਂ ਇੰਟੈਸਟੇਡ ਸਕਸੈਸ਼ਨ ਕਹਿ ਦਿੰਦੇ ਹਾਂ। ਜਦੋਂ ਕੋਈ ਵਿਅਕਤੀ ਕਿਸੇ ਨੂੰ ਵਿਲ ਕਰਕੇ ਜਾਂਦਾ ਹੈ, ਵਿਲ ਮੇ ਵੀ ਰਜਿਸਟਰਡ ਵਿਲ ਮੇ ਵੀ ਖਾਣਗੀ, ਤਾਂ ਉਹ ਜਿਹੜਾ ਇੰਤਕਾਲ ਹੈਗਾ ਉਹ ਟੈਸਟਡ ਇੰਤਕਾਲ ਕਿਹਾ ਜਾਂਦਾ ਹੈ। ਇੰਟੈਸਟਡ ਉਹਨੂੰ ਕਿਹਾ ਜਾਂਦਾ ਹੈ ਜਦੋਂ ਕੋਈ ਵਿਅਕਤੀ ਬਗੈਰ ਕੋਈ ਵਿਲ ਕਰੇ ਡੈਥ ਹੋ ਜਾਂਦੀ ਹੈ ਉਹਦੀ, ਤਾਂ ਕੁਰਸੀਨਾਮੇ ਦੇ ਮੁਤਾਬਕ ਉਹਦੇ ਵਾਰਸਾਂ ਨੂੰ ਜਦੋਂ ਉਹਦੀ ਜ਼ਮੀਨ ਚੜ੍ਹਦੀ ਹੈ, ਉਹਨੂੰ ਅਸੀਂ ਇੰਟੈਸਟਡ ਸਕਸੈਸ਼ਨ ਕਹਿ ਦਿੰਦੇ ਹਾਂ, ਠੀਕ ਹੈ। ਇਹ ਤਿੰਨੇ ਇੰਤਕਾਲ ਨੰਬਰ 9, ਇੰਤਕਾਲ ਨੰਬਰ 10 ਤੇ 10/1 ਇਹ ਜਮ੍ਹਾਂਬੰਦੀ ਦੇ ਬੇਸ ਨੇ, ਇਹ ਦਰਜ ਕਰਕੇ ਦਿਖਾਏ ਗਏ ਨੇ। ਤੁਸੀਂ ਆਪਣੀ ਇਸ ਜਿਹੜੀ ਬੁੱਕ ਦੀ ਵਿੱਚ ਜਮ੍ਹਾਂਬੰਦੀ ਹੈਗੀ ਆ ਉਹਦੇ ਮੁਤਾਬਕ ਤੁਸੀਂ ਇਹ ਇੰਤਕਾਲਾਂ ਨੂੰ ਇੱਕ ਵਾਰੀ ਦੇਖ ਲੈਣਾ ਵੀ ਕਿਵੇਂ ਦਰਜ ਕੀਤੇ ਗਏ ਹੈ। ਹੀਵੇਨਾਮੇ ਦਾ ਇੰਤਕਾਲ ਹੈ, ਜਿਹਨੂੰ ਅਸੀਂ ਗਿਫਟ ਕਹਿ ਦਿੰਦੇ ਹਾਂ, ਗਿਫਟ ਡੀਡ ਕਹਿ ਦਿੰਦੇ ਹਾਂ। ਇੰਤਕਾਲ ਨੰਬਰ 12 ਤੇ ਦਰਜ ਕਰਕੇ ਦਿਖਾਇਆ ਗਿਆ। ਜਦੋਂ ਇਹਦੇ ਵਿੱਚ ਕੀ ਹੈ, ਕੰਸੀਡਰੇਸ਼ਨ ਅਮਾਊਂਟ ਨਹੀਂ ਹੁੰਦੀ ਹੈਗੀ, ਕੋਈ ਪੈਸੇ ਦਾ ਲੈਣ ਦੇਣ ਨਹੀਂ ਹੁੰਦਾ ਹੈਗਾ, ਬਸ ਸਟੈਂਪ ਡਿਊਟੀ ਲੱਗਦੀ ਹੈ ਇਹਦੇ ਉੱਤੇ, ਪੂਰੀ ਲੱਗਦੀ ਹੈ, ਠੀਕ ਹੈ ਜੀ। ਇੰਤਕਾਲ ਨੰਬਰ 11 ਤੇ ਦਰਜ ਕੀਤਾ ਗਿਆ। ਇਖਰਾਜ਼ਨਾਮਾ ਕੀ ਹੁੰਦਾ ਹੈ? ਇਖਰਾਜ਼ਨਾਮੇ ਦਾ ਇੰਤਕਾਲ ਹੁੰਦਾ ਕੋਈ ਵਿਅਕਤੀ ਜਦੋਂ ਲਗਾਤਾਰ ਕੋਈ ਜਾਂ ਤਾਂ ਲਾਪਤਾ ਹੋ ਗਿਆ, ਪਿੰਡ ਦੇ ਵਿੱਚ ਨਹੀਂ ਮਿਲਦਾ, ਉਹਦੇ ਰਿਸ਼ਤੇਦਾਰਾਂ ਨੂੰ, ਸੰਬੰਧੀਆਂ ਨੂੰ, ਯਾਰਾਂ ਦੋਸਤਾਂ ਨੂੰ ਲਗਾਤਾਰ 7 ਸਾਲ ਤੋਂ ਕਿਤੇ ਨਜ਼ਰ ਨਹੀਂ ਆਉਂਦਾ, ਕਿਤੇ ਮਿਲਦਾ ਨਹੀਂ ਹੈਗਾ, ਤਾਂ ਉਸ ਨੂੰ ਇਹ ਪ੍ਰਜ਼ੂਮ ਕਰ ਲਿਆ ਜਾਂਦਾ ਵੀ ਇਹਦੀ ਡੈਥ ਹੋ ਗਈ। ਕਿ ਬਾਰ-ਬਾਰ ਬੰਦ ਹੋ ਜਾਂਦਾ ਹੈਗਾ ਸਿਸਟਮ। ਆਪਾਂ ਡਿਸਕਸ ਕਰ ਰਹੇ ਸੀਗੇ, ਵਿਰਾਸਤ ਦੀ ਗੱਲ ਕਰਦੇ ਸੀ। ਵਿਰਾਸਤ ਦੋ ਤਰ੍ਹਾਂ ਦੀ ਵਿਰਾਸਤ ਹੁੰਦੀ ਹੈ। ਇਹ ਤੁਹਾਨੂੰ ਆਵਾਜ਼ ਆਈ ਸੀ? ਮੈਂ ਜਦੋਂ ਇਹ ਵਿਰਾਸਤ ਡਿਸਕਸ ਕਰ ਰਿਹਾ ਸੀ, ਤੁਹਾਨੂੰ ਆਵਾਜ਼ ਸੁਣ ਰਹੀ ਸੀ ਕਿ ਨਹੀਂ? ਵਿਰਾਸਤ ਵਾਲਾ ਹੋ ਚੁੱਕਿਆ ਸੀਗਾ? ਓਕੇ। ਹੀਵੇਨਾਮੇ ਸੰਬੰਧੀ ਇਖਰਾਜ਼ਨਾਮੇ ਤੇ ਗੱਲ ਕਰ ਰਹੇ ਸੀ। ਇਖਰਾਜ਼ਨਾਮਾ ਕੀ ਹੁੰਦਾ ਹੈ? ਕੋਈ ਮਾਲਕ ਪਿੰਡ ਦਾ, ਕੋਈ ਲੈਂਡ ਓਨਰ ਜਦੋਂ ਹੁੰਦਾ, ਕੋਈ ਕੋਸ਼ੇਰਰ ਹੋਵੇ ਚਾਹੇ, ਠੀਕ ਹੈ, ਜਦੋਂ ਉਹ ਪਿੰਡ ਦੇ ਵਿੱਚੋਂ ਲਾਪਤਾ ਹੋ ਜਾਵੇ, ਲਗਾਤਾਰ 7 ਸਾਲ ਤੱਕ ਕਿਸੇ ਵੀ ਆਪਣੇ ਯਾਰ ਦੋਸਤ ਨੂੰ, ਸੱਗੇ ਸੰਬੰਧੀ ਨੂੰ, ਪਰਿਵਾਰ ਦੇ ਮੈਂਬਰ ਨੂੰ ਕਿਸੇ ਨੂੰ ਨਾ ਮਿਲੇ, ਹੋ ਕਿਸੇ ਨੇ ਉਹਨੂੰ ਦੇਖਿਆ ਨਾ ਹੋਵੇ, ਠੀਕ ਹੈ, ਤਾਂ ਸਾਡਾ ਜਿਹੜਾ ਲਾਅ ਹੈਗਾ ਉਹਦੇ ਵਿੱਚ ਕੀ ਕਿਹਾ ਗਿਆ ਵੀ ਉਸ ਨੂੰ ਇਹ ਪ੍ਰਜ਼ੂਮ ਕਰ ਲਿਆ ਜਾਂਦਾ ਵੀ ਇਹਦੀ ਡੈਥ ਹੋ ਚੁੱਕੀ ਹੈ। ਜਿਹੜੀ ਉਹਦੀ ਵਿਰਾਸਤ ਹੈ, ਉਹਦਾ ਇੰਤਕਾਲ ਹੈ, ਵਿਰਾਸਤ ਦਾ ਦਰਜ ਕਰਕੇ ਉਹਦੇ ਵਾਰਸਾਂ ਨੂੰ ਪ੍ਰਾਪਰਟੀ ਚਾੜ੍ਹ ਦਿੱਤੀ ਜਾਂਦੀ ਹੈ। ਉਹਦੀ ਕਾਰਵਾਈ ਕੀ ਹੁੰਦੀ ਹੈ? ਉਹਦੇ ਲਈ ਕੀ ਹੁੰਦਾ ਹੈ? ਪਹਿਲਾਂ ਇੱਕ ਤਾਂ FIR ਦਰਜ ਕਰਾਉਣੀ ਹੁੰਦੀ ਹੈ ਆਪਣੇ ਪੁਲਿਸ ਸਟੇਸ਼ਨ ਦੇ ਵਿੱਚ, ਤੇ ਫਿਰ ਇਖਰਾਜ਼ਨਾਮੇ ਦੇ ਇੰਤਕਾਲ ਦਰਜ ਕਰਨ ਦੀ ਜਿਹੜੀ ਪਰਮਿਸ਼ਨ ਹੁੰਦੀ ਹੈ, ਐਪਲੀਕੇਸ਼ਨ ਦੇਣੀ ਪੈਂਦੀ ਹੈ SDM ਦੀ ਕੋਰਟ ਦੇ ਵਿੱਚ। SDM ਕੋਰਟ ਤੋਂ ਐਪਲੀਕੇਸ਼ਨ ਦੇ ਕੇ ਉਹ ਰਾਹੀਂ ਰੈਵਨਿਊ ਆਫੀਸਰ ਪਟਵਾਰੀ ਹਲਕਾ ਦੇ ਪਾਸ ਐਪਲੀਕੇਸ਼ਨ ਆ ਜਾਂਦੀ ਹੈ। ਪਟਵਾਰੀ ਹਲਕਾ ਦੇ ਰਾਹੀਂ ਪਿੰਡ ਦੇ ਵਿੱਚ ਜਿਹੜੇ ਹੈਗੇ ਮੌਜੂਦ ਵਿਅਕਤੀ, ਉਹਨਾਂ ਦੇ ਜਾ ਕੇ ਬਿਆਨ ਕਲਮਬੰਦ ਕੀਤੇ ਜਾਂਦੇ ਨੇ। ਬਿਆਨ ਕਲਮਬੰਦ ਕਰਕੇ ਡਿਟੇਲ ਰਿਪੋਰਟ ਬਣਾਈ ਜਾਂਦੀ ਹੈ ਵੀ ਇਹ ਵਿਅਕਤੀ ਵਾਕਈ ਇੰਨੀ ਦੇਰ ਤੋਂ ਜਿਹੜਾ ਹੈਗਾ ਇਹ ਲਾਪਤਾ ਹੈਗਾ, ਪਿੰਡ ਦੇ ਕਿਸੇ ਵਿਅਕਤੀ ਨੂੰ ਨਹੀਂ ਮਿਲਿਆ ਹੈਗਾ, ਨਾ ਹੀ ਕਿਸੇ ਰਿਸ਼ਤੇਦਾਰ ਨੂੰ, ਸਕੇ ਸੰਬੰਧੀਆਂ ਨੂੰ। ਲੋਕਾਂ ਦੇ ਜਿਹੜੇ ਬਿਆਨ ਹੈ ਕਲਮਬੰਦ ਕਰਕੇ ਉਹ ਜਿਹੜੀ ਡਿਟੇਲ ਰਿਪੋਰਟ ਹੈਗੀ ਹੈ, ਇਹਦੇ ਵਾਰਸ ਕੌਣ ਹੈਗੇ ਆ, ਜੇਕਰ ਇਹਦਾ ਵਿਰਾਸਤ ਦਾ ਇੰਤਕਾਲ ਦਰਜ ਕੀਤਾ ਜਾਵੇ ਤਾਂ ਕਿਹਦੇ ਨਾਲ ਦਰਜ ਹੋਏਗਾ? ਕਾਨੂੰਨੀ ਵਾਰਸ, ਲੀਗਲ ਹੇਅਰਸ, ਕਲਾਸ 1 ਲੀਗਲ ਹੇਅਰਸ ਕਿਹੜੇ ਦੇ ਬਣਦੇ ਆ, ਠੀਕ ਹੈ। ਉਹ ਰਿਪੋਰਟ ਸਾਰੀ ਭੇਜੀ ਜਾਂਦੀ ਹੈ ਰਾਹੀਂ ਤਹਿਸੀਲਦਾਰ SDM ਦੀ ਕੋਰਟ ਦੇ ਵਿੱਚ। SDM ਵੱਲੋਂ ਜਿਹੜੀ ਹੈਗੀ ਹੈ ਸਾਰਾ ਦੇਖ ਕੇ ਵੈਰੀਫਾਈ ਕਰਕੇ ਆਰਡਰ ਕੀਤਾ ਜਾਂਦਾ ਹੈ ਵੀ ਇੰਤਕਾਲ ਜਿਹੜਾ ਇਖਰਾਜ਼ਨਾਮੇ ਦਾ ਇੰਤਕਾਲ ਦਰਜ ਕੀਤਾ ਜਾਵੇ। ਫਿਰ ਪਟਵਾਰੀ ਹਲਕਾ ਵੱਲੋਂ ਜਿਹੜਾ ਇੰਤਕਾਲ ਹੈ ਇਖਰਾਜ਼ਨਾਮੇ ਦਰਜ ਕਰਕੇ ਰੈਵਨਿਊ ਆਫੀਸਰ ਵੱਲੋਂ ਉਹ ਮਨਜ਼ੂਰ ਕਰ ਦਿੱਤਾ ਜਾਂਦਾ ਹੈ। ਨੈਕਸਟ ਆ ਪਟਾਨਾਮਾ। ਆਪਾਂ ਕੋਈ ਲੀਜ਼ ਤੇ ਜ਼ਮੀਨ ਦਿੰਦੇ ਹਾਂ, ਉਹਨੂੰ ਪਟਾਨਾਮੇ ਦਾ ਇੰਤਕਾਲ ਕਿਹਾ ਜਾਂਦਾ ਹੈ। ਪਟਾ ਮਨਸੂਖੀ, ਜਦੋਂ ਪਟਾ ਖਤਮ ਹੋ ਜਾਂਦਾ, ਲੀਜ਼ ਪੂਰੀ ਹੋ ਜਾਂਦੀ ਹੈ, ਠੀਕ ਹੈ, ਤਾਂ ਉਹਨੂੰ ਪਟਾ ਮਨਸੂਖੀ ਕਿਹਾ ਜਾਂਦਾ ਹੈ। ਇੰਤਕਾਲ ਨੰਬਰ ਇਹ ਦਰਜ ਕੀਤੇ ਗਏ। ਇਖਰਾਜ਼ਨਾਮੇ ਦਾ ਇੰਤਕਾਲ ਤੁਸੀਂ ਦੇਖ ਲੈਣਾ। ਇੰਤਕਾਲ ਨੰਬਰ 12 ਤੇ ਦਰਜ ਕੀਤਾ ਗਿਆ। ਪਟੇਨਾਮੇ ਦਾ 13 ਨੰਬਰ ਤੇ, ਪਟਾ ਮਨਸੂਖੀ ਦਾ ਇੰਤਕਾਲ ਨੰਬਰ 14 ਇਸੇ ਬੁੱਕ 'ਚ ਦਰਜ ਕਰਕੇ ਦਿਖਾਏ ਗਏ ਨੇ, ਤੁਸੀਂ ਦੇਖ ਸਕਦੇ ਹੋ। ਫਿਰ ਇਹਨਾਂ ਤਬਾਦਲਾ ਵੀ ਦੋ ਤਰ੍ਹਾਂ ਦਾ ਹੁੰਦਾ। ਇੱਕ ਤਬਾਦਲਾ ਰਜਿਸਟਰਡ ਹੁੰਦਾ, ਇੱਕ ਤਬਾਦਲਾ ਖਾਨਗੀ ਹੁੰਦਾ। ਤਬਾਦਲਾ ਜਦੋਂ ਅਸੀਂ ਰਜਿਸਟਰਡ ਕਰਵਾਉਂਦੇ ਹਾਂ ਤਾਂ ਉਹ ਰੈਵਨਿਊ ਸਬ ਰਜਿਸਟਰ ਵੱਲੋਂ ਕੀਤਾ ਜਾਂਦਾ ਰਜਿਸਟਰਡ, ਠੀਕ ਹੈ। ਉਹਦੇ ਉੱਪਰ ਸਟੈਂਪ ਡਿਊਟੀ ਲੱਗਦੀ ਹੈ, ਸਮੇਂ-ਸਮੇਂ ਤੇ ਘਟਦੀ ਵੱਧਦੀ ਰਹਿੰਦੀ ਹੈ, ਤੇ ਇਸ ਵੇਲੇ ਮੇਰੇ ਖਿਆਲ ਸ਼ਾਇਦ 4% ਸਟੈਂਪ ਡਿਊਟੀ ਰਜਿਸਟਰਡ ਤਬਾਦਲੇ ਤੇ ਲੱਗਦੀ ਹੈ। ਤਬਾਦਲਾ ਜਿਹੜਾ ਖਾਨਗੀ ਹੁੰਦਾ, ਪਟਵਾਰੀ ਹਲਕਾ ਵੱਲੋਂ ਇਕਰਾਰਨਾਮੇ ਦੇ ਬੇਸ ਤੇ ਦਰਜ ਕੀਤਾ ਜਾਂਦਾ, ਰੈਵਨਿਊ ਆਫਿਸ ਵੱਲੋਂ ਮਨਜ਼ੂਰ ਕਰ ਦਿੱਤਾ ਜਾਂਦਾ। ਤਕਸੀਮ ਦਾ ਇੰਤਕਾਲ ਹੈ,
ਉਹ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ। ਤਕਸੀਮ ਜਿਹੜੀ ਖਾਨਗੀ ਹੁੰਦੀ ਹੈ, ਤਕਸੀਮ ਵੀ ਦੋ ਤਰ੍ਹਾਂ ਦੀ ਹੁੰਦੀ ਹੈ, ਤਕਸੀਮ ਖਾਨਗੀ ਹੁੰਦੀ ਹੈ, ਤਕਸੀਮ ਵੱਲੋਂ ਮਾਲ ਅਫਸਰ ਕੀਤੀ ਜਾਂਦੀ ਹੈ। ਖਾਨਗੀ ਤਕਸੀਮ ਜਿਹੜੀ ਹੈ, ਇਕਰਾਰਨਾਮਾ ਜਦੋਂ ਪਾਰਟੀਆਂ ਵਿਚਕਾਰ ਇਕਰਾਰਨਾਮਾ ਕਰ ਲਿਆ ਜਾਂਦਾ, ਪਾਰਟੀਆਂ ਇਕਰਾਰਨਾਮੇ ਦੇ ਬੇਸਿਸ ਤੇ ਪਟਵਾਰੀ ਹਲਕਾ ਵੱਲੋਂ ਇੰਤਕਾਲ ਦਰਜ ਕਰ ਦਿੱਤਾ ਜਾਂਦਾ ਹੈ, ਤੇ ਰੈਵਨਿਊ ਆਫਿਸਰ ਵੱਲੋਂ ਜਦੋਂ ਪਾਰਟੀਆਂ ਉਹਦੀ ਹਾਜ਼ਰੀ ਦੇ ਵਿੱਚ ਪਾਰਟੀਆਂ ਦੀ ਹਾਜ਼ਰੀ ਵਿੱਚ ਰੈਵਨਿਊ ਆਫਿਸਰ ਵੱਲੋਂ ਇੰਤਕਾਲ ਮਨਜ਼ੂਰ ਕਰ ਦਿੱਤਾ ਜਾਂਦਾ ਹੈ। ਤਕਸੀਮ ਰਾਹੀਂ ਮਾਲ ਅਫਸਰ ਇੰਤਕਾਲ ਨੰਬਰ 16/1 ਤੇ ਦਰਜ ਕਰਕੇ ਦਿਖਾਇਆ ਗਿਆ ਹੈ। ਠੀਕ ਹੈ, ਜਦੋਂ ਕੋਈ ਪਾਰਟੀਆਂ ਤਕਸੀਮ ਕਰਾਉਣੀ ਚਾਹੁੰਦੀਆਂ ਹੋਣ, ਕੁਝ ਪਾਰਟੀਆਂ ਨਾ ਮੰਨਦੀਆਂ ਹੋਣ, ਕੁਝ ਮੰਨਦੀਆਂ ਹੋਣ, ਤਾਂ ਇਕਰਾਰਨਾਮਾ ਉਹਨਾਂ ਵਿਚਕਾਰ ਨਹੀਂ ਹੋ ਸਕਦਾ। ਜਦੋਂ ਸਾਰੀ ਸੰਭਵ ਕੋਸ਼ਿਸ਼ ਕਰ ਲਈ ਜਾਵੇ ਪਾਰਟੀਆਂ ਵੱਲੋਂ, ਇਕਰਾਰਨਾਮਾ ਨਾ ਹੋ ਪਵੇ, ਤਾਂ ਜਿਹੜੀ ਪਾਰਟੀ ਤਕਸੀਮ ਕਰਾਉਣਾ ਚਾਹੁੰਦੀ ਹੈ ਉਹ ਰੈਵਨਿਊ ਆਫਿਸਰ ਦੀ ਕੋਰਟ ਦੇ ਵਿੱਚ ਜਮਾਬੰਦੀ ਦੀ ਕਾਪੀ ਨਾਲ ਲਗਾ ਕੇ ਐਪਲੀਕੇਸ਼ਨ ਦੇ ਸਕਦੀ ਹੈ। ਐਜ ਏ ਅਸਿਸਟੈਂਟ ਕਲੈਕਟਰ ਫਸਟ ਗ੍ਰੇਡ ਪਾਵਰਾਂ ਦਿੱਤੀਆਂ ਗਈਆਂ ਨੇ ਤਹਿਸੀਲਦਾਰ ਨੂੰ ਤੇ ਨਾਇਬ ਤਹਿਸੀਲਦਾਰ ਨੂੰ ਆਪਣੇ ਆਪਣੇ ਹਲਕੇ ਦੇ ਵਿੱਚ ਇੰਤਕਾਲ ਦੇ ਤਕਸੀਮ ਦੇ ਜਿਹੜੇ ਇੰਤਕਾਲ ਹੈਗੇ ਆ ਉਹਨਾਂ ਨੂੰ ਤਕਸੀਮ ਦੇ ਜਿਹੜੇ ਕੇਸਿਸ ਹੈਗੇ ਉਹਨਾਂ ਨੂੰ ਡੀਲ ਕਰਨ ਦੀਆਂ ਤਕਸੀਮ ਦੀ ਜਿਹੜੀ ਪੈਰਵਾਈ ਹੈ ਉਹ ਸਾਰੀ ਜਿਹੜੀ ਹੈਗੀ ਆ ਕਰਨ ਉਪਰੰਤ ਨਕਸ਼ਾ, ਊੜਾ ਨਕਸ਼ਾ, ਆੜਾ ਨਕਸ਼ਾ, ਈਡੀ, ਮੋਡ ਆਫ ਪਾਰਟੀਸ਼ਨ, ਠੀਕ ਹੈ, ਕੁਐਸਚਨ ਆਫ ਟਾਈਟਲ ਡਿਸਾਈਡ ਕਰਕੇ ਆਪਾਂ ਪਹਿਲਾਂ ਪੜ੍ਹਿਆ ਸੀ ਸਾਰਾ, ਉਹਦੇ ਪੜ੍ਹਿਆ ਸੀਗਾ ਆਪਣੇ ਇਹ ਲੈਂਡ ਰੈਵਨਿਊ ਐਕਟ ਦੇ ਵਿੱਚ। ਤਕਸੀਮ ਦੀ ਕਾਰਵਾਈ ਕੀਤੀ ਜਾਂਦੀ ਹੈ। ਇੰਤਕਾਲ ਨੰਬਰ 16 ਤੇ 16/1 ਤੇ ਦਰਜ ਕਰਕੇ ਦਿਖਾਏ ਗਏ ਨੇ। ਤਬਦੀਲ ਮਲਕੀਅਤ ਵੀ ਦੋ ਤਰ੍ਹਾਂ ਦੀ ਹੁੰਦੀ ਹੈ। ਤਬਦੀਲ ਮਲਕੀਅਤ ਇੱਕ ਤਾਂ ਹੁੰਦੀ ਹੈ ਕੋਰਟਾਂ ਵੱਲੋਂ, ਜਿਹੜੇ ਕੋਰਟਸ ਸਿਵਲ ਕੋਰਟਸ ਵਗੈਰਾ ਵੱਲੋਂ ਸਾਡੇ ਕੋਲ ਆਰਡਰ ਆਉਂਦੇ ਆ, ਠੀਕ ਹੈ, ਕੋਈ ਡਿਗਰੀਜ਼ ਆਉਂਦੀਆਂ ਨੇ, ਕਿਸੇ ਦੇ ਡਿਸਪਿਊਟ ਹੁੰਦੇ ਆ ਉਹਨੂੰ ਸੈਟਲ ਕਰਕੇ ਡਿਗਰੀ ਪਾਸ ਕਰਤੀ ਨੇ ਕੋਰਟ ਵੱਲੋਂ। ਤੇ ਇੱਕ ਤਬਦੀਲ ਮਲਕੀਅਤ ਜਿਹੜੀ ਅਸੀਂ ਕਰਦੇ ਹਾਂ ਬਲੱਡ ਰਿਲੇਸ਼ਨ ਦੇ ਵਿੱਚ, ਜਿਹਨੇ ਰਜਿਸਟਰਿੰਗ ਕੀਤੀ ਜਾਂਦੀ ਨੇ ਸਬ ਰਜਿਸਟਰਾਰ ਵੱਲੋਂ ਬਲੱਡ ਰਿਲੇਸ਼ਨ ਦੇ ਵਿੱਚ, ਤੇ ਉਹਨੂੰ ਵੀ ਅਸੀਂ ਤਬਦੀਲ ਮਲਕੀਅਤ ਕਹਿੰਦੇ ਹਾਂ। ਇੰਤਕਾਲ ਨੰਬਰ 17 ਤੇ 18 ਦੇ ਦਰਜ ਕਰਕੇ ਦਿਖਾਏ ਗਏ ਹੈਗੇ। ਇਹ ਜੋ ਆਪਾਂ ਡਿਸਕਸ ਕੀਤਾ ਹੈ ਇਹ ਇੱਕ ਇੰਤਕਾਲ ਦੇ ਸੰਬੰਧ ਵਿੱਚ ਇਸ ਬੁੱਕ ਦੇ ਵਿੱਚ ਲਿਖ ਕੇ ਵੀ ਦਿਖਾਇਆ ਗਿਆ ਹੈਗਾ। ਤੁਸੀਂ ਇੱਕ ਵਾਰੀ ਫਿਰ ਨਜ਼ਰ ਮਾਰ ਲਿਓ ਸਾਰੇ। ਚਲੋ ਨੈਕਸਟ ਆ ਗਿਆ ਚੈਪਟਰ ਨੰਬਰ 25 ਤਤੀਮਾ ਕੀ ਹੁੰਦਾ, ਤਤੀਮੇ ਸੰਬੰਧੀ ਜਾਣਕਾਰੀ। ਜਦੋਂ ਕਿਸੇ ਮਾਲਕ ਨੇ ਆਪਣੇ ਖੇਤ ਵਿੱਚੋਂ ਕੁਝ ਰਕਬਾ ਵੇਚਿਆ ਜਾਂ ਤਬਦੀਲ ਕੀਤਾ ਹੋਵੇ ਤਾਂ ਕਿਹੜੇ ਪਾਸੇ ਤੋਂ ਕਿੰਨਾ ਰਕਬਾ ਤਬਦੀਲ ਕੀਤਾ ਗਿਆ ਹੈ, ਉਸ ਸੰਬੰਧੀ ਬਣਾਏ ਗਏ ਨਕਸ਼ੇ ਨੂੰ ਤਤੀਮਾ ਕਿਹਾ ਜਾਂਦਾ ਹੈ। ਠੀਕ ਹੈ, ਚੈਪਟਰ ਨੰਬਰ 25 ਤੇ ਤਤੀਮਾ ਕੱਟ ਕੇ ਵੀ ਦਿਖਾਇਆ ਗਿਆ। ਉਦਾਹਰਨ ਦੇ ਵਜੋਂ ਜਿਹੜਾ ਹੈਗਾ ਕੋਈ ਨੰਬਰ ਖਸਰਾ ਹੈਗਾ 16, ਉਹਦਾ ਨੰਬਰ 4 ਨੰਬਰ ਕਿੱਲਾ ਹੈਗਾ, ਉਹ 4 ਨੰਬਰ ਕਿੱਲੇ ਦੇ ਵਿੱਚੋਂ 2 ਕਨਾਲ ਰਕਬਾ 6 ਕਨਾਲ ਰਕਬਾ ਦਾ ਤਤੀਮਾ ਕੱਟ ਕੇ ਦਿਖਾਇਆ ਗਿਆ। ਸ਼ਿਵਦੇ ਵਾਲੀ ਪਾਸੇ ਤੋਂ ਪੱਛਮ ਵਾਲੇ ਪਾਸੇ ਤੋਂ ਕਿਸੇ ਵਿਅਕਤੀ ਨੇ 6 ਕਨਾਲ ਰਕਬਾ ਵੇਚਿਆ ਆਪਣਾ। ਇਹ ਤੁਸੀਂ ਡਰਾਇੰਗ ਦੇਖ ਲੈਣਾ, 40/36 ਦਾ ਕਿੱਲਾ ਸੀਗਾ। ਤੇ ਇਹਦੀ ਜਿਹੜੀ ਨੰਬਰਿੰਗ ਲੱਗਦੀ ਹੈ ਨੰਬਰ ਖਸਰੇ ਦੀ, ਜਿੱਧਰ ਨੂੰ ਨੰਬਰ ਵੱਧ ਰਹੇ ਹੁੰਦੇ ਆ, ਜਿਵੇਂ 4 ਤੋਂ ਬਾਅਦ 5, 6, 5, 4 ਤੋਂ ਬਾਅਦ 5 ਆਉਂਦਾ ਹੈਗਾ। ਇਸ ਕਰਕੇ ਜਿਹੜੀ ਦੀ ਨੰਬਰਿੰਗ ਲੱਗਦੀ ਹੈ, ਜਿਵੇਂ 16 ਮਸਤੀ ਦਾ 4 ਨੰਬਰ ਕਿੱਲਾ ਸੀਗਾ, 4/1 ਤੇ 4/2 ਕਿੱਲੇ ਨੰਬਰ ਬਣ ਗਏ। ਤੇ ਹੁਣ 36/30 ਦੇ ਨਾਲ 4/1 ਬਣ ਗਿਆ, 6 ਕਨਾਲ ਰਕਬਾ ਬਣ ਗਿਆ। 36/10 ਦੇ ਨਾਲ ਜਿਹੜਾ ਹੈਗਾ 4/2 ਬਣ ਗਿਆ, 2 ਕਨਾਲ ਰਕਬਾ ਬਣ ਗਿਆ। ਫਿਰ ਇਹਦੀ ਫੀਲਡ ਬੁੱਕ ਬਣਾਈ ਜਾਂਦੀ ਹੈ ਤੇ ਜਿਹੜੀ ਨੰਬਰਿੰਗ ਲੱਗਦੀ ਹੈ, ਨੰਬਰਿੰਗ ਜਿੱਧਰ ਨੂੰ ਨੰਬਰ ਵੱਧ ਰਹੇ ਹੁੰਦੇ ਨੇ ਉਸ ਵੱਲੋਂ ਤਤੀਮੇ ਦਾ ਜਿਹੜਾ ਨੰਬਰ ਹੈ ਵਧਾਇਆ ਜਾਂਦਾ ਹੈ। ਜਿਵੇਂ 4/1 ਪਹਿਲਾਂ ਲੱਗਿਆ ਤੇ 4/2 ਲੱਗਿਆ, ਕਿਉਂਕਿ ਨੰਬਰ ਖਸਰਾ 4 ਜਿਹੜਾ 5 ਨੰਬਰ ਸੀਗਾ ਇਹ 4/2 ਦੇ ਨਾਲ ਟੱਚ ਕਰਦਾ ਸੀ, ਇਸ ਕਰਕੇ ਨੰਬਰਿੰਗ ਇੱਧਰ ਵੱਲ ਵੱਧਦੀ ਹੈ। ਤੇ ਫੀਲਡ ਬੁੱਕ ਬਣਾ ਕੇ ਦਿਖਾਈ ਗਈ ਇਹਦੀ। ਸਾਬਕਾ ਨੰਬਰ ਖਸਰਾ ਪਹਿਲਾਂ, ਫਿਰ ਹਾਲੀਆ ਨੰਬਰ ਖਸਰਾ। ਜਦੋਂ ਹਾਲੀਆ ਨੰਬਰ ਖਸਰੇ ਦਾ ਮਤਲਬ ਇਹ ਹੁੰਦਾ ਵੀ ਨੰਬਰ ਖਸਰੇ ਦੇ ਵਿੱਚ ਜੋ ਟੁਕੜਾ ਬਣ ਗਿਆ ਕੋਈ, ਤਾਂ ਉਸ ਦਾ ਨੰਬਰ ਜਿਹੜਾ ਹੈਗਾ ਚੇਂਜ ਹੋ ਜਾਂਦਾ ਹੈ। ਪਹਿਲਾ ਨੰਬਰ ਖਸਰਾ 16 ਦਾ 4 ਸੀਗਾ, ਹੁਣ ਨੰਬਰ ਖਸਰਾ ਬਣ ਗਿਆ 16 ਦਾ 4/1। 36 ਕਰਮ ਹੋਣਾ 36 ਕਰਮ, ਜਿਨ ਕਿ ਤੇ ਪੂਰਬ ਤੇ ਪੱਛਮ 36 ਕਰਮ, ਉੱਤਰ ਤੇ ਦੱਖਣ 30 ਕਰਮ। 36 ਗੁਣਾ 30 ਨੂੰ ਜਦੋਂ ਅਸੀਂ 9 ਤੇ ਡਿਵਾਈਡ ਕਰਾਂਗੇ, ਕਿਉਂਕਿ 9 ਸਸਾਈਆਂ ਦਾ ਇੱਕ ਮਰਲਾ ਹੁੰਦਾ ਹੈ, ਇਸ ਕਰਕੇ 6 ਕਨਾਲ ਰਕਬਾ ਬਣ ਗਿਆ ਇਹਦਾ। 4/2 ਦਾ ਰਕਬਾ ਬਣ ਗਿਆ 2 ਕਨਾਲ। एग्जाम्पल 2 ਦਿੱਤੀਆਂ ਗਈਆਂ ਨੇ, ਪੜ੍ਹ ਲੈਣਾ, ਤੁਸੀਂ ਦੇਖ ਲੈਣਾ, ਹੋਰ ਕਲੀਅਰ ਹੋ ਜਾਏਗਾ ਤੁਹਾਨੂੰ।
ਚੈਪਟਰ ਨੰਬਰ 26 ਕੀ ਹੈ, ਤਕਸੀਮ ਵੱਲੋਂ ਮਾਲ ਅਫਸਰ ਕਿਵੇਂ ਕੀਤੀ ਜਾਂਦੀ ਹੈ। ਠੀਕ ਹੈ, ਤਕਸੀਮ ਜਦੋਂ ਮਾਲ ਅਫਸਰ ਨੇ ਕਰਨੀ ਹੁੰਦੀ ਹੈ ਤਾਂ ਇੱਕ ਅਰਜੀ ਦਾ ਨਮੂਨਾ ਬਣਾ ਕੇ ਦਿਖਾਇਆ ਗਿਆ ਇਹਦੇ ਪੰਨਾ ਨੰਬਰ 179 ਦੇ ਉੱਪਰ। ਠੀਕ ਹੈ, ਐਪਲੀਕੇਸ਼ਨ ਕਿਵੇਂ ਦਿੱਤੀ ਜਾਂਦੀ ਹੈ। ਜਿਹੜਾ ਕੋਈ ਮਾਲਕ ਹੈ, ਕੋਈ ਲੈਂਡ ਓਨਰ ਹੈਗਾ, ਪਹਿਲਾਂ ਐਪਲੀਕੇਸ਼ਨ ਜਿਹੜਾ ਮੁਰਤਨ ਸੀਗਾ ਉਹ ਵੀ ਦੇ ਸਕਦਾ ਸੀਗਾ, ਜਾਂ ਟੇਨੈਂਟ ਸੀਗਾ ਉਹ ਵੀ ਦੇ ਸਕਦਾ ਸੀਗਾ। ਸੌਰੀ, ਮੁਰਤਨ ਨਹੀਂ, ਟੇਨੈਂਟ। ਪਰ ਟੇਨੈਂਟ ਦੀ ਜਿਹੜੀ ਹੈਗੀ ਆ ਹੁਣ ਤਕਸੀਮ ਤੇ ਟੇਨੈਂਟ ਨਹੀਂ ਕਰਵਾ ਸਕਦਾ, ਅਮੈਂਡਮੈਂਟ ਨਵੀਂ ਹੋ ਚੁੱਕੀ ਹੈ। ਕੋਈ ਕੋ-ਸ਼ੇਅਰਰ ਜਿਹੜਾ ਹੈਗਾ ਉਹੀ ਤਕਸੀਮ ਕਰਵਾ ਸਕਦਾ ਹੈ। ਜਦੋਂ ਐਪਲੀਕੇਸ਼ਨ ਦਿੱਤੀ ਜਾਂਦੀ ਹੈ, ਐਪਲੀਕੇਸ਼ਨ ਦੇ ਨਾਲ ਜਿਹੜਾ ਹੈਗਾ ਜਮ੍ਹਾਂ ਹੁੰਦੀ ਦੀ ਫਰਦ ਲਗਾਈ ਜਾਂਦੀ ਹੈ ਤੇ ਨਾਲ ਹੀ ਪ੍ਰਪੋਜ਼ਡ ਮੈਪ ਲਗਾਇਆ ਜਾਂਦਾ ਹੈਗਾ ਵੀ ਕਿਹੜੀ ਜ਼ਮੀਨ ਹੈ ਤੇ ਜਿਹੜਾ ਵਿਅਕਤੀ ਹੈਗਾ ਜਿਹੜਾ ਉਹ ਤਕਸੀਮ ਕਰਾਉਣੀ ਚਾਹੁੰਦਾ ਹੈ ਉਹ ਉਹਦੀ ਕੀ ਪ੍ਰਪੋਜ਼ਲ ਹੈਗੀ ਹੈ, ਉਹ ਆਪਦਾ ਨਕਸ਼ਾ ਜਿਹੜਾ ਨਾਲ ਲਾਏਗਾ। ਨਕਸ਼ੇ ਦੇ ਨਾਲ ਉਹ ਦੱਸੇਗਾ ਵੀ ਇੱਥੇ ਮੇਰਾ ਕਬਜ਼ਾ ਹੈ ਤੇ ਮੈਨੂੰ ਇੱਥੇ ਕਬਜ਼ਾ ਮਿਲਣਾ ਚਾਹੀਦਾ। ਇੱਦਾਂ ਪ੍ਰਪੋਜ਼ਡ ਜਿਹਨੀ ਕਿ ਮੈਪ ਬਣਾ ਕੇ ਉਹਦੇ ਵੱਲੋਂ ਐਪਲੀਕੇਸ਼ਨ ਨਾਲ ਲਗਾਇਆ। ਫਿਰ ਜਦੋਂ ਐਪਲੀਕੇਸ਼ਨ ਲੱਗ ਗਈ ਰੈਵਨਿਊ ਆਫੀਸਰ ਦੀ ਕੋਰਟ ਦੇ ਵਿੱਚ ਤਾਂ ਸੰਮਨ ਭੇਜੇ ਜਾਂਦੇ ਆ ਅਧੀਨ ਧਾਰਾ 113 ਲੈਂਡ ਰੈਵਨਿਊ ਐਕਟ ਦੀ ਸੈਕਸ਼ਨ 111 ਹੈਗੀ ਹੈ, ਜਿਹਦੇ ਤਹਿਤ ਅਸੀਂ ਤਕਸੀਮ ਕਰਦੇ ਹਾਂ। ਠੀਕ ਹੈ, 113 ਦੇ ਤਹਿਤ ਐਪਲੀਕੇਸ਼ਨ ਨੋਟਿਸ ਭੇਜੇ ਜਾਂਦੇ ਨੇ ਪਾਰਟੀਆਂ ਨੂੰ। ਫਿਰ ਸੈਕਸ਼ਨ 20 ਆਪਾਂ ਪੜ੍ਹਿਆ ਸੀ, ਮੋਡ ਆਫ ਸਰਵਿਸ ਆਫ ਸਮਨ। ਠੀਕ ਹੈ, ਸੈਕਸ਼ਨ 20 ਦੇ ਤਹਿਤ ਜਿਹੜੇ ਹੈਗੇ ਸਮਨਿੰਗ ਕਰਵਾਈ ਜਾਂਦੀ ਹੈ, ਜਾਤੀ ਤੌਰ ਤੇ ਕਰਵਾਈ ਜਾਂਦੀ ਹੈ ਜਾਂ ਨਿਰਧਾਰਤ ਕਿਸੇ ਏਜੰਟ ਨੂੰ ਕਰਵਾਈ ਜਾਂਦੀ ਹੈ, ਜਾਂ ਉਹਦੇ ਪਰਿਵਾਰ ਦਾ ਕੋਈ ਮੈਂਬਰ ਹੋਵੇ, ਪੁਰਸ਼ ਹੋਵੇ, ਚਾਹੇ ਇਸਤਰੀ ਹੋਵੇ, ਉਹਨੂੰ ਸਮਨ ਭੇਜਿਆ ਜਾਂਦਾ ਹੈ। ਜੇਕਰ ਇਤਲਾਹ ਨਾ ਹੋ ਸਕੇ ਤਾਂ ਸਮਨ ਲੈਣ ਤੋਂ ਕੋਈ ਇਨਕਾਰੀ ਵਿੱਚ ਛਪਾਣ ਵੀ ਕਰਾਈ ਜਾਂਦੀ ਹੈ, ਦੀਵਾਰ ਤੇ ਚਸ਼ਪਾ ਕੀਤਾ ਜਾਂਦਾ ਹੈ ਜਾਂ ਕਿਸੇ ਸਾਂਝੀ ਜਗ੍ਹਾ ਤੇ ਲਗਾਈ ਜਾਂਦੀ ਹੈ। ਠੀਕ ਹੈ, ਜੇਕਰ ਫਿਰ ਵੀ ਨਾ ਹੋਵੇ ਤਾਂ ਫਿਰ ਜਿਹੜੀ ਹੈਗੀ ਹੈ ਜੇਕਰ ਵਿਅਕਤੀ ਬਹੁਤ ਜ਼ਿਆਦਾ ਹੋਣ ਤੇ ਸਮਨਿੰਗ ਕਰਵਾਉਣੀ ਮੁਸ਼ਕਲ ਹੋਵੇ ਤਾਂ ਰਫਟ ਰੋਜ਼ਨ ਤੇ ਦਰਜ ਕਰਕੇ ਪਟਵਾਰੀ ਹਲਕਾ ਦੇ ਰਾਹੀਂ ਜਿਹੜੀ ਪਿੰਡ ਦੇ ਵਿੱਚ ਚੌਕੀਦਾਰ ਰਾਹੀਂ ਮਨਾਦੀ ਕਰਵਾ ਦਿੱਤੀ ਜਾਂਦੀ ਹੈ। ਮਾਲ ਵਿਭਾਗ ਦੀ ਭਾਸ਼ਾ ਵਿੱਚ ਇਸ ਨੂੰ ਮਨਾਦੀ ਕਹਿੰਦੇ ਆ। ਇਹ ਸੈਕਸ਼ਨ 20 ਦੀ 4 ਹੈਗੀ ਹੈ ਸਾਡੀ। ਰਜਿਸਟਰ ਡਾਕ ਦੇ ਰਾਹੀਂ ਸਮਨਿੰਗ ਵੀ ਰਜਿਸਟਰ ਡਾਕ ਦੇ ਰਾਹੀਂ ਵੀ ਅਸੀਂ ਸਮਨਿੰਗ ਕਰਵਾ ਸਕਦੇ ਹਾਂ। ਜੇਕਰ ਰਜਿਸਟਰ ਲਿਫਾਫਾ ਸਮੇਤ ਸਮਨ ਵਾਪਸ ਨਾ ਆਵੇ ਤਾਂ ਸਮਝ ਲਿਆ ਜਾਂਦਾ ਵੀ ਜਿਹੜੀ ਇਤਲਾਹ ਹੋ ਚੁੱਕੀ ਹੈ। ਜੇਕਰ ਕਿਸੇ ਢੰਗ ਦੇ ਰਾਹੀਂ ਅਧੀਨ ਧਾਰਾ 21 ਤੋਂ ਲੈ ਕੇ 20(5) ਤੱਕ ਲੈਂਡ ਰੈਵਨਿਊ ਐਕਟ ਦੀ ਜਿਹੜੀ ਸੈਕਸ਼ਨਸ 20 ਤੇ 1 ਤੋਂ 20 ਤੱਕ ਇਤਲਾਹ ਕਰਾਈ ਜਾਣੀ ਸੰਭਵ ਨਾ ਹੋਵੇ ਤਾਂ ਇਤਲਾਹ ਕਰਾਉਂਦੇ ਜਿਹੜੇ ਹੈਗੇ ਕੁਝ ਜਿਹੜੇ ਨੋਟੀਫਿਕੇਸ਼ਨ ਕੀਤਾ ਸੀ ਨਵਾਂ ਸਰਕਾਰ ਨੇ 26/4/2011 ਨੂੰ। ਠੀਕ ਹੈ, ਤਾਂ ਕੁਝ ਢੰਗ ਹੋਰ ਨਵੇਂ ਐਡ ਕੀਤੇ ਸੀਗੇ, ਜਿਵੇਂ ਰਾਜ ਅੰਦਰ ਜਾਂ ਰਾਜ ਤੋਂ ਬਾਹਰ ਡਾਕ ਰਾਹੀਂ, ਕੋਰੀਅਰ ਸਰਵਿਸ ਰਾਹੀਂ, ਫੈਕਸ ਰਾਹੀਂ, ਈਮੇਲ ਰਾਹੀਂ ਵੀ ਜਿਹੜੀ ਹੈਗੀ ਹੈ ਸਮਨਿੰਗ ਕਰਾਈ ਜਾ ਸਕਦੀ ਹੈ। ਜੇਕਰ ਕੋਈ ਇਸਤਰੀ ਜੇਲ੍ਹ ਦੇ ਵਿੱਚ ਹੋਵੇ ਤਾਂ ਸਮਨ ਜਿਹੜਾ ਡਾਕ ਰਾਹੀਂ ਜਾਂ ਕੋਰੀਅਰ ਰਾਹੀਂ, ਫੈਕਸ ਰਾਹੀਂ, ਈਮੇਲ ਰਾਹੀਂ ਜੇਲ੍ਹ ਦੇ ਜਿਹੜੇ ਇੰਚਾਰਜ ਹੈਗੇ ਆ, ਆਫਿਸਰ ਇੰਚਾਰਜ ਉਹ ਤੱਕ ਜੇਲ੍ਹ ਉਹਨੂੰ ਭੇਜਿਆ ਜਾ ਸਕਦਾ ਹੈ। ਜੇਕਰ ਵਿਅਕਤੀ ਭਾਰਤ ਤੋਂ ਬਾਹਰ ਰਹਿੰਦਾ ਹੋਵੇ ਤਾਂ ਸਮਨ ਉਸਦੇ ਪਤੇ ਤੇ ਡਾਕ ਰਾਹੀਂ ਜਾਂ ਕੋਰੀਅਰ ਰਾਹੀਂ ਜਾਂ ਫੈਕਸ ਰਾਹੀਂ ਜਾਂ ਮੇਲ ਰਾਹੀਂ ਭੇਜਿਆ ਜਾ ਸਕਦਾ ਹੈ। ਜਿੱਥੇ ਕੇਂਦਰ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੋਵੇ ਅਤੇ ਕੋਈ ਵਿਅਕਤੀ ਕਿਸੇ ਬਾਹਰਲੇ ਦੇਸ਼ ਵਿੱਚ ਅਸਲ ਵਿੱਚ ਆਪਣੀ ਮਰਜ਼ੀ ਦੇ ਨਾਲ ਕਮਾਈ ਖਾਤਰ, ਕੰਮ ਕਰਨ ਖਾਤਰ ਗਿਆ ਹੈ ਹੋਵੇ ਤਾਂ ਕੇਂਦਰ ਸਰਕਾਰ ਵੱਲੋਂ ਨਿਰਧਾਰਤ ਬਾਹਰਲੇ ਦੇਸ਼ ਦੇ ਅਫਸਰ ਰਾਹੀਂ ਸਮਨ ਤਮੀਲ ਕਰਵਾਏ ਜਾਣਗੇ। ਇਹ ਸਮਨ ਨਿਰਧਾਰਤ ਅਫਸਰ ਨੂੰ ਵਿਦੇਸ਼ੀ ਮਾਮਲਿਆਂ ਬਾਰੇ ਮੰਤਰਾਲੇ ਦੇ ਰਾਹੀਂ ਭੇਜੇ ਜਾਂਦੇ ਨੇ। ਜੇਕਰ ਨਿਰਧਾਰਤ ਅਫਸਰ ਵੱਲੋਂ ਸਮਨਿੰਗ ਉਪਰੰਤ ਰਿਪੋਰਟ ਕੀਤੀ ਜਾਂਦੀ ਹੈ ਤਾਂ ਅਜਿਹੀ ਰਿਪੋਰਟ ਗਵਾਹੀ ਦੇ ਤੌਰ ਤੇ ਮੰਨਣਯੋਗ ਹੋਵੇਗੀ ਤੇ ਸਮਨ ਤਮੀਲ ਹੋਏ ਸਮਝੇ ਜਾਂਦੇ ਨੇ। ਜੇਕਰ ਕਿਸੇ ਨੂੰ ਕੋਈ ਵਿਅਕਤੀ ਸਮਨ ਲੈਣ ਤੋਂ ਇਨਕਾਰੀ ਕਰ ਦਿੰਦਾ ਹੈ 26(1)(2) ਜੇਕਰ ਕੋਈ ਸਮਨ ਲੈਣ ਤੋਂ ਇਨਕਾਰੀ ਕਰ ਦਿੰਦਾ ਹੈ, ਠੀਕ ਹੈ, ਤਾਂ ਉਹਦੇ ਤੇ ਜਦੋਂ ਸਾਡਾ ਪ੍ਰੋਸੈਸ ਸਰਵਰ ਹੈਗਾ, ਚੌਕੀਦਾਰ ਹੈਗਾ ਜਾਂ ਤਹਿਸੀਲ ਚੋਂ ਜਿਹੜਾ ਕੋਈ ਵਿਅਕਤੀ ਜਾਂਦਾ ਹੈ ਸਮਨ ਲੈ ਕੇ, ਉਹ ਰਿਪੋਰਟ ਕਰ ਦਿੰਦਾ ਮੈਂ ਇਹਨੂੰ ਸਮਨ ਦੇ ਰਿਹਾ ਸੀ ਪਰ ਇਹਨੇ ਸਮਨ ਲੈਣ ਤੋਂ ਇਨਕਾਰੀ ਕੀਤੀ ਹੈ, ਤਾਂ ਅਜਿਹੇ ਵਿਅਕਤੀ ਨੂੰ ਜਿਹੜੀ ਹੈਗੀ ਆ ਉਹਨੂੰ ਉਹਦੇ ਖਿਲਾਫ ਜਿਹੜੀ ਇੱਕ ਤਰਫਾ ਕਾਰਵਾਈ ਕਰ ਦਿੱਤੀ ਜਾਂਦੀ ਹੈ। ਉਪਰੋਕਤ ਦਰਸਾਏ ਗਏ ਸਾਰੇ ਤਰੀਕੇ ਅਪਣਾਉਣ ਉਪਰੰਤ ਜੇਕਰ ਧਿਰਾਂ ਹਾਜ਼ਰ ਨਹੀਂ ਹੁੰਦੀਆਂ, ਜੇਕਰ ਹਾਜ਼ਰ ਨਹੀਂ ਹੁੰਦੀ ਕੋਈ ਧਿਰ ਤਾਂ ਉਹਨੂੰ ਉਹਦੇ ਖਿਲਾਫ ਜਿਹੜੀ ਹੈਗੀ ਐਕਸ ਪਾਰਟੀ ਕਰ ਦਿੱਤਾ ਜਾਂਦਾ ਹੈ। ਜਿਹੜੀ ਪ੍ਰੋਸੀਡਿੰਗ ਹੈ ਅੱਗੇ ਸਟਾਰਟ ਕਰਤੀ ਹੈ। ਮਸੂਲ ਨੂੰ ਦਰਖਾਸਤਕਰਤਾ ਵੱਲੋਂ ਸ਼ਾਮਲ ਕਰਨਾ। ਦੇਖੋ, ਇੱਕ ਪਲੈਂਟਿਫ ਹੁੰਦਾ, ਇੱਕ ਡਿਫੈਂਡੈਂਟ ਹੁੰਦੇ ਆ, ਯਾਨੀ ਕਿ ਐਪਲੀਕੈਂਟ, ਰਿਸਪੋਂਡੈਂਟ ਹੁੰਦੇ ਆ। ਜਿਹੜਾ ਰਿਸਪੋਂਡੈਂਟ ਹੁੰਦਾ, ਜੇ ਕੋਈ ਰਿਸਪੋਂਡੈਂਟ ਸਮਨਿੰਗ ਹੋਣ ਤੋਂ ਉਪਰੰਤ ਜੇ ਕੋਈ ਰਿਸਪੋਂਡੈਂਟ ਜਾ ਕੇ ਕਹਿੰਦਾ ਵੀ ਹਾਂ ਮੈਂ ਵੀ ਪਾਰਟੀਸ਼ਨ ਕਰਵਾਉਣੀ ਚਾਹੁੰਦਾ, ਤਾਂ ਉਸਨੂੰ ਕੀ ਹੈਗਾ ਸੈਕਸ਼ਨ 114 ਦੇ ਤਹਿਤ ਉਸਨੂੰ ਐਪਲੀਕੈਂਟ ਪ੍ਰਜ਼ਿਊਮ ਕਰ ਲਿਆ ਜਾਂਦਾ, ਉਹਨੂੰ ਐਪਲੀਕੈਂਟ ਵਜੋਂ ਮਾਨਤਾ ਦਿੱਤੀ ਜਾਂਦੀ ਹੈ ਤੇ ਜਿਹੜਾ ਉਹਦਾ ਵੀ ਜਿਹੜਾ ਵੱਖਰੇ ਤੌਰ ਤੇ ਟੱਕ ਬਣਾਇਆ ਜਾਂਦਾ ਹੈਗਾ ਪਾਰਟੀਸ਼ਨ ਦੇ ਵਿੱਚ। ਤਕਸੀਮ ਦੀ ਅਰਜ਼ੀ ਰੱਦ ਕਰਨ ਸੰਬੰਧੀ ਕਿਹੜੇ ਹਾਲਾਤਾਂ 'ਚ ਤਕਸੀਮ ਦੀ ਅਰਜ਼ੀ ਰੱਦ ਕੀਤੀ ਜਾ ਸਕਦੀ ਹੈ। ਤਕਸੀਮ ਸੰਬੰਧੀ ਅਦਾਲਤ ਵਿੱਚ ਹਾਜ਼ਰ ਹੋਣ ਬਾਰੇ ਨੋਟਿਸ ਜਾਰੀ ਹੋਣ ਉਪਰੰਤ ਨਿਸ਼ਚਿਤ ਤਰੀਕ ਉੱਤੇ ਪਹੁੰਚੇ ਹਿੱਸੇਦਾਰਾਂ ਤੇ ਹਾਜ਼ਰ ਵਿਅਕਤੀਆਂ ਨੂੰ ਸੁਣਨ ਉਪਰੰਤ ਜੇਕਰ ਤਕਸੀਮ ਅਧੀਨ ਰਕਬਾ ਸਾਂਝਾ ਰਸਤਾ ਹੋਵੇ ਜਾਂ ਸਾਂਝਾ ਕੋਈ ਪਾਣੀ ਦਾ ਖਾਲ ਹੋਵੇ, ਠੀਕ ਹੈ, ਕੋਈ ਹੋਰ ਅਜਿਹੀ ਥਾਂ ਹੋਵੇ ਜੋ ਹਿੱਸੇਦਾਰਾਂ ਵੱਲੋਂ ਸਾਂਝੇ ਤੌਰ ਤੇ ਵਰਤੀ ਜਾਂਦੀ ਹੋਵੇ, ਤਾਂ ਮਾਲ ਅਧਿਕਾਰੀ ਪੰਜਾਬ ਲੈਂਡ ਰੈਵਨਿਊ ਐਕਟ ਦੀ ਧਾਰਾ 115 ਦੇ ਅਧੀਨ ਤਕਸੀਮ ਦੀ ਅਰਜ਼ੀ ਨੂੰ ਰੱਦ ਕਰ ਸਕਦਾ ਹੈ। ਠੀਕ ਹੈ, ਧਿਰਾਂ ਵਿਚਕਾਰ ਸਮਝੌਤੇ ਨਾਲ ਤਕਸੀਮ ਸੰਬੰਧੀ ਪੰਜਾਬ ਲੈਂਡ ਰੈਵਨਿਊ ਐਕਟ ਦੀ ਧਾਰਾ 115 ਊੜਾ ਪੰਜਾਬ ਲੈਂਡ
15 ਊੜਾ ਅਨੁਸਾਰ ਜੇਕਰ ਮਾਲ ਅਧਿਕਾਰੀ ਨੂੰ ਇਹ ਮਹਿਸੂਸ ਹੋਵੇ ਕਿ ਤਕਸੀਮ ਵਾਲੀਆਂ ਧਿਰਾਂ ਦੋਨੋਂ ਧਿਰਾਂ ਵਿਚਕਾਰ ਸਮਝੌਤਾ ਹੋ ਸਕਦਾ ਹੈ ਤਾਂ ਦੋਨੋਂ ਧਿਰਾਂ ਨੂੰ ਸਮਝੌਤੇ ਦੀਆਂ ਸ਼ਰਤਾਂ ਲਿਖਤੀ ਤੌਰ ਤੇ ਦੋਵੇਂ ਧਿਰਾਂ ਦੇ ਸੁਝਾਅ ਮੰਗੇ ਜਾਣਗੇ। ਇਤਰਾਜ਼ ਅਤੇ ਸੁਝਾਅ ਲੈਣ ਉਪਰੰਤ ਮਾਲ ਅਧਿਕਾਰੀ ਨੂੰ ਲੱਗੇ ਕਿ ਸਮਝੌਤਾ ਹੋ ਸਕਦਾ ਹੈ ਤਾਂ ਸਮਝੌਤਾ ਕਰਵਾਉਣ ਦੇ ਲਈ ਉਹ ਮਾਮਲਾ ਕਿਸੇ ਪਿੰਡ ਦੇ ਪਤਵੰਤੇ ਲੋਕਾਂ ਦੀ ਸਹਾਇਤਾ ਦੇ ਨਾਲ ਧਿਰਾਂ ਦੇ ਵਿਚਕਾਰ ਨਹੀਂ ਭੇਜਿਆ ਜਾਂਦਾ ਹੈ। ਜੇਕਰ ਲਿਖਤੀ ਡੀਡ ਦੇ ਰਾਹੀਂ ਧਿਰਾਂ ਵਿਚਕਾਰ ਸਮਝੌਤਾ ਹੋ ਜਾਵੇ ਤਾਂ ਮਾਲ ਅਧਿਕਾਰੀ ਉਸ ਡੀਡ ਮੁਤਾਬਕ ਹੁਕਮ ਪਾਸ ਕਰ ਦਿੱਤਾ ਜਾਂਦਾ ਹੈ। ਮਾਲ ਅਧਿਕਾਰੀ ਵੱਲੋਂ ਪਾਸ ਕੀਤੇ ਗਏ ਹੁਕਮ ਅੰਤਮ ਹੋਣਗੇ। ਹੁਕਮਾਂ ਮੁਤਾਬਕ ਹੀ ਫਿਰ ਜਿਹੜੀ ਸਨਦ ਤਕਸੀਮ ਜਾਰੀ ਕਰ ਦਿੱਤੀ ਜਾਂਦੀ ਹੈ। ਜੇਕਰ ਪੰਜਾਬ ਲੈਂਡ ਰੈਵਨਿਊ ਐਕਟ ਸੈਕਸ਼ਨ 115 ਊੜਾ ਦੇ ਸਬ ਸੈਕਸ਼ਨ 1 ਦੇ ਰਾਹੀਂ ਸਮਝੌਤਾ ਨਾ ਹੋਵੇ ਤਾਂ ਮਾਲ ਅਧਿਕਾਰੀ ਨੂੰ ਸੁਣਨ ਉਪਰੰਤ 4 ਤੋਂ 6 ਮਹੀਨਿਆਂ ਦੇ ਵਿੱਚ ਮੈਰਿਟ ਦੇ ਆਧਾਰ ਤੇ ਜਿਹੜਾ ਫੈਸਲਾ ਕਰਨਾ ਹੁੰਦਾ ਹੈ। ਦਰਖਾਸਤ ਨੂੰ ਮਨਜ਼ੂਰ ਕਰਨਾ ਲੈਂਡ ਰੈਵਨਿਊ ਐਕਟ ਦੀ ਧਾਰਾ 1887 ਸੈਕਸ਼ਨ 116 ਜੇਕਰ ਪੰਜਾਬ ਲੈਂਡ ਰੈਵਨਿਊ ਐਕਟ 1887 ਧਾਰਾ 115 ਦੀ ਮਾਲ ਅਧਿਕਾਰੀ ਵੱਲੋਂ ਤਕਸੀਮ ਦੀ ਦਰਖਾਸਤ ਰੱਦ ਨਾ ਕੀਤੀ ਗਈ ਹੋਵੇ ਤਾਂ ਨਿਮਨਲਿਖਤ ਨੁਕਤਿਆਂ ਬਾਰੇ ਨਿਰਣਾ ਲਿਆ ਜਾਵੇਗਾ। ਕੀ ਨਿਰਣਾ ਲਿਆ ਜਾਏਗਾ? ਪਹਿਲਾਂ ਕੀ ਤਕਸੀਮ ਅਧੀਨ ਰਾਜੀ ਦੀ ਮਾਲਕੀ ਸੰਬੰਧੀ ਧਿਰਾਂ ਵਿਚਕਾਰ ਕੋਈ ਝਗੜਾ ਤਾਂ ਨਹੀਂ ਹੈਗਾ, ਜਿਨਕੇ ਕੁਐਸਚਨ ਆਫ ਟਾਈਟਲ ਜਿਹੜਾ ਹੈਗਾ ਉਹ ਕਲੀਅਰ ਹੈਗਾ। ਕੁਐਸਚਨ ਆਫ ਟਾਈਟਲ ਕੀ ਹੈ ਕਿ ਓਨਰਸ਼ਿਪ ਦਾ ਕੋਈ ਡਿਸਪਿਊਟ ਤਾਂ ਨਹੀਂ ਮਾਲਕੀ ਸੰਬੰਧੀ। ਜੇਕਰ ਕੋਈ ਓਨਰਸ਼ਿਪ ਦਾ ਡਿਸਪਿਊਟ ਹੈਗਾ ਮਾਲਕਾਂ ਦਾ ਆਪਸ ਦੇ ਵਿੱਚ ਉਸ ਕੀਵਰਡ ਦੇ ਨੂੰ ਲੈ ਕੇ ਤਾਂ ਜਿਹੜੀ ਪਾਰਟੀਸ਼ਨ ਦੀ ਜਿਹੜੀ ਕਾਰਵਾਈ ਹੈ ਅੱਗੇ ਨਹੀਂ ਵਧਾਈ ਜਾਂਦੀ। ਤਾਂ ਪਹਿਲਾਂ ਕੁਐਸਚਨ ਆਫ ਟਾਈਟਲ ਨੂੰ ਡਿਸਾਈਡ ਕਰਵਾਇਆ ਜਾਂਦਾ ਹੈ। ਠੀਕ ਹੈ, ਕੁਐਸਚਨ ਆਫ ਟਾਈਟਲ ਨੂੰ ਸਿਵਲ ਕੋਰਟ ਰਾਹੀਂ ਡਿਸਾਈਡ ਕਰਵਾਇਆ ਜਾ ਸਕਦਾ ਹੈ ਜਾਂ ਫਿਰ ਇਹ ਵੀ ਇੱਕ ਪ੍ਰੋਵੀਜ਼ਨ ਹੈਗੀ ਹੈ ਸਾਡੇ ਐਕਟ ਦੇ ਵਿੱਚ ਰੈਵਨਿਊ ਆਫੀਸਰ ਐਜ ਏ ਸਿਵਲ ਕੋਰਟ, ਜਿਵੇਂ ਸਿਵਲ ਕੋਰਟ ਫੈਸਲਾ ਕਰਦੀ ਹੈ ਰੈਵਨਿਊ ਕੋਰਟ ਜਿਹੜੀ ਹੈਗੀ ਹੈ ਉਸ ਕੁਐਸਚਨ ਆਫ ਟਾਈਟਲ ਨੂੰ ਆਪਦੇ ਪੱਧਰ ਤੇ ਵੀ ਜਿਵੇਂ ਪ੍ਰੋਸੀਡਿੰਗ ਸਿਵਲ ਕੋਰਟ ਦੀਆਂ ਚੱਲਦੀਆਂ ਨੇ ਇਦਾਂ ਹੀ ਜਿਹੜੀ ਡਿਗਰੀ ਪਾਸ ਕਰ ਸਕਦੀ ਹੈ। ਰੈਵਨਿਊ ਕੋਰਟ ਵੱਲੋਂ ਕੁਐਸਚਨ ਆਫ ਟਾਈਟਲ ਨੂੰ ਲੈ ਕੇ ਜਿਹੜੀ ਪਾਸ ਕੀਤੀ ਜਿਹੜੀ ਡਿਗਰੀ ਹੈ ਜਿਹੜੀ ਉਹਦੀ ਅਪੀਲ ਹੈ ਫਿਰ ਉਹ ਰੈਵਨਿਊ ਕੋਰਟ 'ਚ ਨਹੀਂ ਚੱਲਦੀ, ਉਹਦੀ ਜਿਹੜੀ ਅਪੀਲ ਹੈ ਫਿਰ ਉਹ ਸੈਸ਼ਨ ਕੋਰਟ 'ਚ ਜਾਂਦੀ ਹੈ। ਯਾਨੀ ਕਿ ਤੁਸੀਂ ਜਿਹੜੀ ਡਿਗਰੀ ਪਾਸ ਕੀਤੀ ਹੈ ਐਜ ਏ ਸਿਵਲ ਕੋਰਟ ਕੀਤੀ ਹੈਗੀ ਹੈ, ਬੇਸ਼ੱਕ ਤੁਸੀਂ ਰੈਵਨਿਊ ਕੋਰਟ ਦੇ ਤੌਰ ਤੇ ਕੰਮ ਕਰ ਰਹੇ ਹੋ ਪਰ ਤੁਹਾਡੇ ਕੋਲ ਪ੍ਰੋਵੀਜ਼ਨ ਦਿੱਤੀ ਹੈ ਇਹਦੇ ਵਿੱਚ ਵੀ ਤੁਸੀਂ ਜਿਹੜਾ ਰੈਵਨਿਊ ਆਫੀਸਰ ਹੈ ਐਜ ਏ ਸਿਵਲ ਕੋਰਟ ਪ੍ਰੋਸੀਡਿੰਗ ਪੂਰੀਆਂ ਉਸੇ ਤਰੀਕੇ ਪਲੇਂਟ ਲੈਣੀ ਫਿਰ ਰਿਟਰਨ ਸਟੇਟਮੈਂਟ ਲੈਣੀ ਫਿਰ ਇਸ਼ੂ ਫਰੇਮ ਕਰਨੇ, ਇਸ਼ੂ ਫਰੇਮ ਕਰਕੇ ਫਿਰ ਇਕੱਲੇ ਇਸ਼ੂ ਦੇ ਉੱਪਰ ਡਿਸੀਜਨ ਕਰਨਾ। ਠੀਕ ਹੈ, ਇਹ ਕਾਰਵਾਈਆਂ ਰੈਵਨਿਊ ਆਫੀਸਰ ਵੀ ਕਰ ਸਕਦਾ ਹੈਗਾ ਪਰ ਮੈਂ ਕਦੇ ਦੇਖਿਆ ਨਹੀਂ ਕਿਸੇ ਰੈਵਨਿਊ ਆਫੀਸਰ ਨੇ ਇਦਾਂ ਦੀ ਕੋਈ ਕਾਰਵਾਈ ਕੀਤੀ, ਕੋਈ ਡਿਗਰੀ ਪਾਸ ਕੀਤੀ ਗਈ ਹੋਵੇ। ਠੀਕ ਹੈ, ਸਿਵਲ ਕੋਰਟ ਦੇ ਵਿੱਚੋਂ ਹੀ ਜਦੋਂ ਡਿਗਰੀ ਪਾਸ ਹੋ ਕੇ ਕੋਈ ਆ ਜਾਂਦੀ ਹੈ ਫਿਰ ਹੀ ਫਾਰ ਦਾ ਟਾਈਮ ਬੀਇੰਗ ਜਿਹੜਾ ਕੇਸ ਹੈਗਾ ਉਸ ਨੂੰ ਸਾਈਨ ਕਰ ਦਿੱਤਾ ਜਾਂਦਾ ਹੈ ਤੇ ਕੋਰਟ ਵੱਲੋਂ ਡਿਸੀਜਨ ਹੋਣ ਉਪਰੰਤ ਫਿਰ ਉਹਦੇ ਮੁਤਾਬਕ ਜਿਹੜਾ ਹੈਗਾ ਅੱਗੇ ਜਿਹੜੀ ਤਕਸੀਮ ਦੀ ਕਾਰਵਾਈ ਹੈ ਸਟਾਰਟ ਕੀਤੀ ਜਾਂਦੀ ਹੈ। ਪਹਿਲਾ ਕੁਐਸਚਨ ਹੁੰਦਾ ਕੁਐਸਚਨ ਆਫ ਟਾਈਟਲ ਦਾ, ਮਾਲਕੀ ਸੰਬੰਧੀ ਕੋਈ ਝਗੜਾ ਹੋਵੇ ਉਹਨੂੰ ਸੈਟਲ ਕਰਵਾਉਣਾ ਫਿਰ ਅਗਲੀ ਕਾਰਵਾਈ ਕਰਨੀ। ਦੂਜਾ ਤਰੀਕਾ ਹੁੰਦਾ ਹੈਗਾ ਤਕਸੀਮ, ਜਿਹੜਾ ਪੁਆਇੰਟ ਹੁੰਦਾ ਉਹ ਜ਼ਮੀਨ ਦਾ ਤਰੀਕਾ ਤਕਸੀਮ ਕੀ ਹੋਏਗਾ, ਕੀ ਤਕਸੀਮ ਅਧੀਨ ਜ਼ਮੀਨ ਦੇ ਤਰੀਕਾ ਤਕਸੀਮ ਸੰਬੰਧੀ ਕੋਈ ਝਗੜਾ ਹੈਗਾ ਜਾਂ ਨਹੀਂ ਹੈਗਾ, ਕੀ ਟੱਕ ਕਿੰਨੇ ਨੇ ਜ਼ਮੀਨ ਦੇ। ਠੀਕ ਹੈ, ਕਿਹੜੀ ਪਾਰਟੀ ਕੀ ਕਹਿੰਦੀ ਹੈ ਕਿਹੜੀ ਪਾਰਟੀ ਕੀ ਕਹਿੰਦੀ ਹੈਗੀ ਆ, ਮੌਕਾ ਦੇਖਿਆ ਜਾਏਗਾ। ਤਰੀਕਾ ਤਕਸੀਮ ਦਾ ਢੰਗ ਬਣਾਇਆ ਜਾਏਗਾ ਵੀ ਕਿਵੇਂ ਚੰਗੀ ਚੋਂ ਚੰਗੀ ਮਾੜੀ ਚੋਂ ਮਾੜੀ ਜ਼ਮੀਨ ਕਿਵੇਂ ਵੰਡੀ ਜਾਣੀ ਹੈ। ਠੀਕ ਹੈ, ਇਹ ਜਿਹੜਾ ਤਰੀਕਾ ਤਕਸੀਮ ਹੈ ਇਹ ਪਹਿਲਾਂ ਤਰੀਕਾ ਤਕਸੀਮ ਸੰਬੰਧੀ ਤਿਆਰ ਕੀਤਾ ਜਾਏਗਾ। ਤਰੀਕਾ ਤਕਸੀਮ ਤਿਆਰ ਕਰਕੇ ਫਿਰ ਪਾਰਟੀਆਂ ਦੇ ਆਬਜੈਕਸ਼ਨ ਲਏ ਜਾਂਦੇ ਨੇ, ਆਬਜੈਕਸ਼ਨ ਲੈ ਕੇ ਫਿਰ ਇਕੱਲੀ ਪਾਰਟੀ ਦਾ ਇਤਰਾਜ਼ ਲਿਆ ਜਾਂਦਾ ਹੈ। ਫਿਰ ਰੈਵਨਿਊ ਆਫੀਸਰ ਵੱਲੋਂ ਮੌਕੇ 'ਤੇ ਜਾ ਕੇ ਜਿਹੜਾ ਤਰੀਕਾ ਤਕਸੀਮ ਸੰਬੰਧੀ ਜਿਹੜਾ ਡਿਸੀਜਨ ਕੀਤਾ ਜਾਂਦਾ ਹੈ। ਪਹਿਲਾਂ ਸਰਕਾਰ ਨੇ ਤਰੀਕਾ ਤਕਸੀਮ ਦੇ ਤੇ ਜਿਹੜੀ ਅਪੀਲ ਦੇ ਉੱਪਰ ਰੋਕ ਲਗਾ ਦਿੱਤੀ ਸੀ ਪਰ ਹੁਣ ਨਵੀਂ ਅਮੈਂਡਮੈਂਟ ਕਰਕੇ ਫਿਰ ਤਰੀਕਾ ਤਕਸੀਮ ਨੂੰ ਤੁਸੀਂ ਅਪੀਲ ਦੀ ਫਾਈਲ ਕਰ ਸਕਦੇ ਹੋ। ਪਹਿਲਾਂ ਇਸ ਨੂੰ ਕਿਹਾ ਗਿਆ ਜੀ ਕੋਈ ਪਾਰਟੀ ਇਹ ਇੰਟਰਮ ਆਰਡਰ ਹੈਗਾ। ਤਰੀਕਾ ਤਕਸੀਮ ਨੂੰ ਦਾ ਆਰਡਰ ਜਦੋਂ ਰੈਵਨਿਊ ਆਫੀਸਰ ਵੱਲੋਂ ਕੀਤਾ ਜਾਂਦਾ ਹੈ ਤਾਂ ਦੇਖੋ ਇੰਟਰਮ ਆਰਡਰ ਦੀ ਕੋਈ ਅਪੀਲ ਫਾਈਲ ਨਹੀਂ ਹੁੰਦੀ। ਪਾਰਟੀਸ਼ਨ ਦੇ ਕੇਸ ਦੇ ਵਿੱਚ ਜਦੋਂ ਅਸੀਂ ਛੋਟੇ ਕੋਈ ਆਰਡਰ ਕਰਦੇ ਹਾਂ, ਕਿਸੇ ਦੀ ਐਪਲੀਕੇਸ਼ਨ ਮਨਜ਼ੂਰ ਕਰ ਲਈ, ਕਿਸੇ ਨੂੰ ਪਾਰਟੀ ਜੁਆਇਨ ਕਰਵਾ ਲਿਆ, ਠੀਕ ਹੈ ਜੀ, ਕਿਸੇ ਨੂੰ ਐਕਸ ਪਾਰਟੀ ਕਰ ਦਿੱਤਾ, ਇਹ ਇੰਟਰਮ ਆਰਡਰਸ ਹੁੰਦੇ ਆ। ਤੇ ਪਹਿਲਾਂ ਸਰਕਾਰ ਨੇ ਇਸ ਨੂੰ ਤਰੀਕਾ ਤਕਸੀਮ ਦੇ ਜਿਹੜੇ ਸੀਗਾ ਇਸ ਆਰਡਰ ਨੂੰ ਵੀ ਇੰਟਰਮ ਆਰਡਰ ਦੇ ਵਿੱਚ ਪਰਿਭਾਸ਼ਾ 'ਚ ਲਿਆ ਸੀਗਾ। ਜਦੋਂ ਇਸ ਨੂੰ ਕਿਹਾ ਗਿਆ ਸੀ ਵੀ ਇਹ ਇੰਟਰਮ ਆਰਡਰ ਹੈ ਤਾਂ ਫਿਰ ਇਹਦੀ ਅਪੀਲ ਫਾਈਲ ਨਹੀਂ ਸੀ ਕੀਤੀ ਜਾ ਸਕਦੀ, ਪਰ ਹੁਣ ਸਰਕਾਰ ਨੇ ਉਸ ਨੂੰ ਇੰਟਰਮ ਆਰਡਰ ਨੂੰ ਕੱਢ ਕੇ ਇਸ ਨੂੰ ਫਾਈਨਲ ਆਰਡਰ 'ਚ ਲੈ ਲਿਆ ਹੈਗਾ। ਫਾਈਨਲ ਇਹ ਆਰਡਰ ਹੈਗਾ, ਇਹਦੀ ਵੀ ਪਾਰਟੀ ਜਿਹੜੀ ਹੈ ਅਪੀਲ ਫਾਈਲ ਕੀਤੀ ਜਾ ਸਕਦੀ ਹੈ ਤਾਂ ਕਿ ਕਿਸੇ ਵਿਅਕਤੀ ਦੇ ਜਿਹੜੇ ਰਾਈਟਸ ਨੇ ਉਹਦੇ ਰਾਈਟਸ ਨੂੰ ਕੋਈ ਨੁਕਸਾਨ ਨਾ ਹੋਵੇ। ਇਸ ਕਰਕੇ ਤਰੀਕਾ ਤਕਸੀਮ ਦੀ ਵੀ ਜਿਹੜੀ ਹੈ ਹੁਣ ਅਸੀਂ ਅਪੀਲ ਫਾਈਲ ਕਰ ਸਕਦੇ ਹਾਂ। ਮਾਲਕੀ ਸੰਬੰਧੀ ਝਗੜੇ ਦਾ ਨਿਪਟਾਰਾ ਇਹ ਹੋ ਗਿਆ ਆਪਣਾ। ਹਾਂ, ਆਪਾਂ ਗੱਲ ਕਰ ਰਹੇ ਸੀਗੇ ਸਬਆਰਡੀਨੇਟ ਅਸਲ ਕੇਸ ਵਿੱਚ ਪਾਸ ਕੀਤੀ ਗਈ ਡਿਗਰੀ ਦੀ ਤਰ੍ਹਾਂ ਅਪੀਲ ਹੋਵੇਗੀ। ਜੇ ਸਿਵਲ ਕੋਰਟ ਦੇ ਵਿੱਚ ਸਿਵਲ ਕੋਰਟ ਦੀ ਤਰ੍ਹਾਂ ਰੈਵਨਿਊ ਕੋਰਟ ਨੇ ਡਿਗਰੀ ਪਾਸ ਕੀਤੀ ਹੈ ਤਾਂ ਉਹਦੀ ਜਿਹੜੀ ਅਪੀਲ ਹੈਗੀ ਹੈ
ਉਹ ਸੈਸ਼ਨ ਕੋਰਟ 'ਚ ਜਾਏਗੀ। ਸੈਸ਼ਨ ਕੋਰਟ ਦਾ ਕੋਈ ਜਿਹੜਾ ਫੈਸਲਾ ਹੋਏਗਾ, ਫਿਰ ਫਰਦਰ ਅਪੀਲ ਕਿਸੇ ਨੇ ਫਾਈਲ ਕਰਨੀ ਹੈ, ਉਹ ਹਾਈ ਕੋਰਟ ਜਾਂਦੀ ਹੈ। ਜ਼ਿਲ੍ਹਾ ਅਦਾਲਤ ਵੱਲੋਂ ਕੀਤੇ ਗਏ ਅਪੀਲ ਦੇ ਫੈਸਲੇ ਦੀ ਜੇਕਰ ਉਸ ਸਮੇਂ ਦਾ ਕਾਨੂੰਨ ਇਜਾਜ਼ਤ ਦੇਵੇ ਤਾਂ ਹਾਈ ਕੋਰਟ ਵਿੱਚ ਅਪੀਲ ਹੋ ਸਕਦੀ ਹੈ। ਮਾਲਕੀ ਦਾ ਤਰੀਕਾ ਤਕਸੀਮ ਬਾਰੇ ਆਪਾਂ ਪੜ੍ਹ ਚੁੱਕੇ ਹਾਂ। ਫਿਰ ਉਸ ਤੋਂ ਬਾਅਦ ਜੋ ਤਰੀਕਾ ਤਕਸੀਮ ਹੋ ਗਿਆ ਤੇ ਮਾਲਕੀ ਦੀ ਤਕਸੀਮ ਦੀ ਜਿਹੜੀ ਕਾਰਵਾਈ ਹੈ ਉਹ ਆਰੰਭ ਕਿਵੇਂ ਕੀਤੀ ਜਾਂਦੀ ਹੈ। ਠੀਕ ਹੈ, ਪਟਵਾਰੀ ਹਲਕਾ ਵੱਲੋਂ ਨਕਸ਼ਾ ਊੜਾ ਤਿਆਰ ਕਰਵਾਇਆ ਜਾਂਦਾ ਹੈ। ਉਹਦਾ ਤੁਸੀਂ ਨਕਸ਼ੇ ਊੜੇ ਦਾ ਜਿਹੜਾ ਨਮੂਨਾ ਹੈਗਾ, ਇਹ ਇਸ ਜਮ੍ਹਾਂਬੰਦੀ ਦੇ ਬੇਸ ਜਿਹੜੀ ਇਸ ਬੁੱਕ ਦੇ ਵਿੱਚ ਲੱਗੀ ਹੋਈ ਜਮ੍ਹਾਂਬੰਦੀ ਹੈ, ਉਹਦੀ ਖੇਵਟ ਨੰਬਰ 3 ਦੇ ਆਧਾਰ ਤੇ ਜਿਹੜੀ ਖੇਵਟ ਹੈਗੀ 53 ਕਨਾਲ 6 ਮਰਲੇ ਦੀ ਕੋਈ ਖੇਵਟ ਹੈਗੀ ਹੈ। ਠੀਕ ਹੈ, ਉਹਦੇ ਵਿੱਚ ਖੇਵਟ 2 ਹਿੱਸਾ ਹੈਗਾ। ਜਿਹੜਾ ਦਰਖਾਸਤ ਕਰਤਾ ਹੈਗਾ ਮਲਕੀਤ ਸਿੰਘ ਪੁੱਤਰ ਹਰਨਾਮ ਸਿੰਘ, ਉਹਦਾ ਖੇਵਟ 2 ਦਾ ਸ਼ੇਅਰ ਹੈਗਾ। ਉਹਦੇ ਬੇਸ ਤੇ ਜਿਹੜਾ ਨਕਸ਼ਾ ਊੜਾ ਬਣਾ ਕੇ ਦਿਖਾਇਆ ਗਿਆ, ਤੁਸੀਂ ਉਹ ਦੇਖ ਲੈਣਾ, ਪੰਨਾ ਨੰਬਰ 183 ਦੇ ਉੱਪਰ ਤਿਆਰ ਕਰਕੇ ਦਿਖਾਇਆ ਗਿਆ। ਨਕਸ਼ਾ ਊੜਾ ਸੰਬੰਧੀ ਇਤਰਾਜ਼, ਫਿਰ ਇਤਰਾਜ਼ ਮੰਗੇ ਜਾਂਦੇ ਨੇ। ਠੀਕ ਹੈ ਜੀ, ਤਰੀਕਾ ਤਕਸੀਮ ਨਕਸ਼ਾ ਊੜਾ ਤੋਂ ਬਾਅਦ ਜਿਹੜੀ ਤਰੀਕਾ ਤਕਸੀਮ ਦੀ ਕਾਰਵਾਈ ਆਰੰਭ ਕੀਤੀ ਨੇ ਆਪਾਂ ਡਿਸਕਸ ਆਪਾਂ ਕਰ ਚੁੱਕੇ ਹਾਂ ਉੱਪਰ ਹੀ। ਨਕਸ਼ਾ ਊੜਾ ਪਾਸ ਹੋ ਗਿਆ, ਫਿਰ ਤਰੀਕਾ ਤਕਸੀਮ ਪਾਸ ਹੋ ਗਿਆ। ਠੀਕ ਹੈ, ਮੇ ਵੀ ਕੋਈ ਤਰੀਕਾ ਤਕਸੀਮ ਦੀ ਅਪੀਲ ਨਹੀਂ ਹੋਈ ਹੈਗੀ, ਫਿਰ ਨਕਸ਼ਾ ਆੜਾ ਬਣਵਾਇਆ ਜਾਂਦਾ ਹੈ। ਨਕਸ਼ਾ ਆੜਾ ਕੀ ਹੁੰਦਾ? ਨਕਸ਼ਾ ਆੜਾ ਦੇ ਵਿੱਚ ਜਿਹੜੀ ਤਕਸੀਮ ਦੀ ਜਿਹੜੀ ਡਰਾਇੰਗ ਬਣਦੀ ਹੈ ਪ੍ਰੋਪਰ, ਵੀ ਕਿਹੜੀ ਪਾਰਟੀ ਨੂੰ ਕਿਹੜਾ ਟੱਕ ਦਿੱਤਾ ਗਿਆ। ਠੀਕ ਹੈ, ਨਾਲੇ ਉਹਦੀ ਫੀਲਡ ਬੁੱਕ ਬਣਦੀ ਹੈ। ਪਟਵਾਰੀ ਹਲਕਾ ਤੇ ਕਾਨੂੰਗੋ ਹਲਕਾ ਦੋਹੇ ਮਿਲ ਬੈਠ ਕੇ ਇਹ ਜਿਹੜਾ ਨਕਸ਼ਾ ਆੜਾ ਬਣਾਉਂਦੇ ਆ। ਮੌਕਾ ਦੇਖ ਕੇ ਪਹਿਲਾਂ ਕਾਨੂੰਗੋ ਹਲਕਾ ਵੱਲੋਂ ਆਪਦਾ ਨੋਟਿਸ ਭੇਜਿਆ ਜਾਂਦਾ ਧਿਰਾਂ ਨੂੰ ਹਾਜ਼ਰ ਹੋਣ ਦੇ ਲਈ ਮੌਕੇ ਤੇ ਜਾ ਕੇ। ਠੀਕ ਹੈ, ਫਿਰ ਪਟਵਾਰੀ ਹਲਕਾ ਤੇ ਕਾਨੂੰਗੋ ਹਲਕਾ ਮੌਕੇ ਤੇ ਜਾ ਕੇ ਜਿਹੜਾ ਨਕਸ਼ਾ ਤਿਆਰ ਕਰਦੇ ਨੇ। ਜਦੋਂ ਨਕਸ਼ਾ ਆੜਾ ਤਿਆਰ ਹੋ ਕੇ ਆ ਗਿਆ ਰੈਵਨਿਊ ਆਫਿਸਰ ਦੀ ਕੋਰਟ ਦੇ ਵਿੱਚ, ਫਿਰ ਆਬਜੈਕਸ਼ਨ ਲਏ ਜਾਂਦੇ ਆ ਪਾਰਟੀਆਂ ਤੋਂ। ਠੀਕ ਹੈ, ਨਕਸ਼ਾ ਆੜਾ ਤੇ ਆਬਜੈਕਸ਼ਨ ਲੈ ਕੇ ਫਿਰ ਮੇ ਵੀ ਜ਼ਰੂਰਤ ਪਵੇ ਤਾਂ ਰੈਵਨਿਊ ਆਫਿਸਰ ਮੌਕਾ ਦੇਖ ਸਕਦਾ ਹੈ ਤੇ ਨਕਸ਼ਾ ਊੜਾ ਦੇ ਜਿਹੜੇ ਇਤਰਾਜ਼ ਨੇ, ਜੇ ਕਿਸੇ ਪਾਰਟੀ ਦੇ ਇਤਰਾਜ਼ ਸਹੀ ਨੇ ਤਾਂ ਉਹਦੇ ਮੁਤਾਬਕ ਉਸ ਨੂੰ ਦੁਰਸਤ ਕਰਵਾ ਲਿਆ ਜਾਂਦਾ ਹੈ। ਜੇਕਰ ਇਤਰਾਜ਼ ਕਿਸੇ ਦੀ ਗਲਤ ਹੋਏਗੀ ਤਾਂ ਫਿਰ ਉਹਨੂੰ ਰੀਜ਼ਨ ਦਿੰਦੇ ਹੋਏ ਪ੍ਰੋਪਰ ਤਰੀਕੇ ਦੇ ਨਾਲ ਜਿਹੜੇ ਇਤਰਾਜ਼ ਨੇ ਰੱਦ ਕੀਤੇ ਜਾਂਦੇ ਆ। ਤਾਂ ਇੱਦਾਂ ਮਤਲਬ ਸਿੰਪਲ ਇਹ ਨਹੀਂ ਵੀ ਨਕਸ਼ਾ ਆੜਾ ਪਾਸ ਕਰ ਦਿੱਤਾ ਜਾਂਦਾ, ਇੱਦਾਂ ਨਹੀਂ। ਨਕਸ਼ਾ ਆੜਾ ਪਾਸ ਕਰਨ ਦੇ ਵੇਲੇ ਪ੍ਰੋਪਰ ਸਪੀਕਿੰਗ ਆਰਡਰ ਹੋਣਾ ਚਾਹੀਦਾ ਹੈ, ਕਿਸ ਪਾਰਟੀ ਨੇ ਕੀ ਇਤਰਾਜ਼ ਕੀਤਾ ਤੇ ਉਹਦਾ ਤੁਸੀਂ ਕੀ ਆਨਸਰ ਦੇ ਰਹੇ ਹੋ। ਠੀਕ ਹੈ, ਪੂਰੇ ਕੰਪਲੀਟ ਰੀਜ਼ਨ ਦਿੰਦੇ ਹੋਏ ਤੁਸੀਂ ਜਿਹੜਾ ਨਕਸ਼ਾ ਆੜਾ ਹੈਗਾ ਉਹ ਪਾਸ ਕਰਨਾ ਚਾਹੀਦਾ। ਸਾਰੇ ਇਤਰਾਜ਼ਾਂ ਨੂੰ ਵਾਚ ਕੇ ਤੇ ਉਹਨਾਂ ਦੇ ਕੱਲੇ ਜਿਹੜੇ ਆਬਜੈਕਸ਼ਨਸ ਨੇ ਉਹਦਾ ਕੱਲੇ ਜਿਹੜਾ ਫੈਸਲਾ ਕੀਤਾ ਜਾਣਾ ਚਾਹੀਦਾ, ਤਦ ਹੀ ਜਿਹੜਾ ਤੁਹਾਡਾ ਪ੍ਰੋਪਰ ਨਕਸ਼ਾ ਆੜਾ ਦੀ ਜਿਹੜੀ ਹੈਗੀ ਕਾਰਵਾਈ। ਨਹੀਂ ਤਾਂ ਇੱਥੇ ਆ ਕੇ ਜਦੋਂ ਪਾਰਟੀ ਅਪੀਲ 'ਚ ਜਾਂਦੀ ਹੈ, ਇਸੇ ਗੱਲ ਤੇ ਅੱਗੇ ਹੁੰਦਾ ਮੈਂ ਇਤਰਾਜ਼ ਕੀਤਾ ਸੀ, ਮੇਰੇ ਇਤਰਾਜ਼ ਨੂੰ ਸੁਣਿਆ ਨਹੀਂ ਗਿਆ ਹੈਗਾ। ਠੀਕ ਹੈ, ਮੇਰੇ ਇਤਰਾਜ਼ ਦੇ ਬਾਰੇ ਕੋਈ ਕਮੈਂਟ ਨਹੀਂ ਕੀਤਾ ਰੈਵਨਿਊ ਆਫਿਸਰ ਨੇ ਆਪਣੇ ਫੈਸਲੇ ਦੇ ਵਿੱਚ। ਨਕਸ਼ਾ ਆੜਾ ਜਨਰਲੀ ਇੱਕ ਲਾਈਨ ਲਿਖ ਕੇ ਪਾਸ ਕਰਤਾ ਵੀ ਨਕਸ਼ਾ ਆੜਾ ਪਾਸ ਕੀਤਾ ਜਾਂਦਾ ਹੈ, ਪਰ ਇੱਦਾਂ ਨਹੀਂ ਹੋਣਾ ਚਾਹੀਦਾ। ਨਕਸ਼ਾ ਆੜਾ ਪਾਸ ਕਰਨ ਵੇਲੇ ਜਿੰਨੇ ਵੀ ਆਬਜੈਕਸ਼ਨਸ ਆਉਂਦੇ ਆ, ਕੱਲੇ ਆਬਜੈਕਸ਼ਨਸ ਦਾ ਜਿਹੜਾ ਰੀਜ਼ਨ ਦਿੰਦੇ ਹੋਏ, ਚਾਹੇ ਉਹਦੀ ਸੁਣਵਾਈ ਕੀਤੀ ਹੈ, ਸੁਣਵਾਈ ਕਰਕੇ ਕੋਈ ਅਮੈਂਡਮੈਂਟ ਕਰਵਾਈ ਹੈ ਨਕਸ਼ੇ ਦੇ ਵਿੱਚ, ਜਾਂ ਫਿਰ ਉਸ ਨੂੰ ਉਹਦੇ ਇਤਰਾਜ਼ ਨੂੰ ਰੱਦ ਕੀਤਾ ਗਿਆ ਤਾਂ ਕਿਉਂ ਕੀਤਾ ਗਿਆ। ਠੀਕ ਹੈ ਜੀ, ਉਸ ਤੋਂ ਬਾਅਦ ਨਕਸ਼ੇ ਆੜੇ ਤੋਂ ਬਾਅਦ ਨਕਸ਼ਾ ਈਡੀ ਬਣਦਾ ਹੈ। ਨਕਸ਼ਾ ਈਡੀ ਦਾ ਜਨਰਲ ਕਾਪੀ ਹੁੰਦੀ ਹੈ, ਖੇਵਟਾਂ ਬਣਦੀਆਂ ਨੇ, ਉਹਦੀਆਂ ਖਤੌਨੀਆਂ ਬਣ ਜਾਂਦੀਆਂ ਨੇ। ਨਕਸ਼ਾ ਈਡੀ ਦੇ ਵਿੱਚ ਕੋਈ ਇੱਦਾਂ ਦੀ ਕੋਈ ਚੇਂਜ ਨਹੀਂ ਹੁੰਦੀ ਹੈਗੀ ਨਕਸ਼ਾ ਆੜੇ ਤੋਂ ਬਾਹਰ ਜਾ ਕੇ। ਪਰ ਜੇਕਰ ਕੋਈ ਕਲੈਰੀਕਲ ਮਿਸਟੇਕ ਹੁੰਦੀ ਹੈ ਫਿਰ ਵੀ ਇਸ ਕਰਕੇ ਨਕਸ਼ਾ ਆੜੇ ਦੇ ਈਡੀ ਤੇ ਵੀ ਇਤਰਾਜ਼ ਲਏ ਜਾਂਦੇ ਨੇ। ਨਕਸ਼ਾ ਈਡੀ 'ਚ ਜਿਹੜਾ ਨਕਸ਼ਾ ਈਡੀ ਦੇ ਇਤਰਾਜ਼ ਲੈ ਕੇ ਫਿਰ ਕੀ ਹੈਗਾ, ਨਕਸ਼ਾ ਈਡੀ ਪਾਸ ਕਰ ਦਿੱਤਾ ਜਾਂਦਾ ਹੈ। ਜੇ ਕੋਈ ਕਲੈਰੀਕਲ ਮਿਸਟੇਕ ਹੈ ਤਾਂ ਉਹਨੂੰ ਠੀਕ ਕਰ ਲਿਆ ਜਾਂਦਾ ਹੈ। ਅਪੀਲ ਦਾ ਪ੍ਰੋਵੀਜ਼ਨ ਸਾਰੇ ਕਿਤੇ ਹੈਗੀ ਹੈ। ਫਿਰ ਜਦੋਂ ਨਕਸ਼ਾ ਈਡੀ ਪਾਸ ਹੋ ਜਾਂਦਾ ਹੈ ਤਾਂ ਹੁਣ ਜਿਹੜਾ ਮੇਰੇ ਖਿਆਲ ਹੈ ਅਮੈਂਡਮੈਂਟ ਹੋਈ ਹੈ ਰੀਸੈਂਟਲੀ, ਸਨਦ ਜਾਰੀ ਕੀਤੀ ਜਾਂਦੀ ਹੈ। ਪਹਿਲਾਂ ਤਾਂ ਅਸੀਂ 30 ਡੇਜ਼ ਦੇ ਅੰਦਰ 30 ਡੇਜ਼ ਕੰਪਲੀਟ ਹੋਣ ਤੋਂ ਬਾਅਦ ਸਨਦ ਜਾਰੀ ਕਰਦੇ ਸੀ। ਸ਼ਾਇਦ ਹੁਣ ਮੇਰਾ ਜਿਹੜਾ ਸਮਾਂ ਹੈਗਾ ਚੇਂਜ ਹੋ ਗਿਆ, ਸ਼ਾਇਦ 60 ਦਿਨ ਦਾ ਹੋ ਗਿਆ ਹੈਗਾ। ਇੱਕ ਵਾਰੀ ਦੇਖ ਲੈਣਾ ਅਮੈਂਡਮੈਂਟ, 60 ਜਾਂ 90 ਡੇਜ਼ ਦਾ ਸਮਾਂ ਹੋ ਚੁੱਕਿਆ। ਸਨਦ ਜਾਰੀ ਕੀਤੀ ਜਾਂਦੀ। ਸਨਦ ਜਾਰੀ ਹੋਣ ਤੋਂ ਬਾਅਦ ਕੀ ਹੈ, ਕਬਜ਼ਾ ਕਾਰਵਾਈ ਕੀਤੀ ਜਾਂਦੀ। 3 ਸਾਲ ਦੇ ਅੰਦਰ ਜਦੋਂ ਸਨਦ ਜਾਰੀ ਹੋ ਗਈ, ਨਕਸ਼ਾ ਈਡੀ ਪਾਸ ਹੋ ਗਿਆ ਜਦੋਂ, ਤਾਂ 1 ਸਾਲ ਦੇ ਅੰਦਰ ਸੈਕਸ਼ਨ 122 ਦੇ ਤਹਿਤ ਜਿਹੜੀ ਹੈਗੀ ਹੈ ਕਬਜ਼ੇ ਦੀ ਕਾਰਵਾਈ ਆਰੰਭ ਕੀਤੀ ਜਾਂਦੀ ਹੈ, ਕਬਜ਼ਾ ਕਾਰਵਾਈ ਕੀਤੀ ਜਾਂਦੀ ਹੈ। ਵਾਰੰਟ ਜਾਰੀ ਕੀਤਾ ਜਾਂਦਾ ਹੈ ਰੈਵਨਿਊ ਆਫਿਸਰ ਵੱਲੋਂ। ਠੀਕ ਹੈ, ਤੇ ਕਾਨੂੰਗੋ ਹਲਕਾ ਵੱਲੋਂ ਤੇ ਪਟਵਾਰੀ ਹਲਕਾ ਵੱਲੋਂ ਮੌਕੇ 'ਤੇ ਜਾ ਕੇ ਕਬਜ਼ਾ ਦਵਾਇਆ ਜਾਂਦਾ ਹੈ। ਇਹ ਅਰਜੀ ਦਾ ਨਮੂਨਾ ਦਿਖਾਇਆ ਗਿਆ ਹੈ, ਇਹ ਦੇਖ ਲੈਣਾ ਤੁਸੀਂ। ਅਰਜੀ ਦਾ ਨਮੂਨਾ ਬਣਾ ਕੇ ਦਿਖਾਇਆ ਗਿਆ ਵੀ ਐਪਲੀਕੇਸ਼ਨ ਜਦੋਂ ਪਾਰਟੀਸ਼ਨ ਦੇਣੀ ਹੈ, ਪੇਜ ਨੰਬਰ 179 ਦੇ ਉੱਪਰ 179 180 ਦੇ ਉੱਪਰ ਜਿਹੜਾ ਐਪਲੀਕੇਸ਼ਨ ਦੀ ਕਾਰਵਾਈ, ਐਪਲੀਕੇਸ਼ਨ ਦਾ ਨਮੂਨਾ ਬਣਾ ਕੇ ਦਿਖਾਇਆ ਗਿਆ। ਨੈਕਸਟ ਹੈਗਾ ਇਹ ਨਕਸ਼ਾ ਊੜਾ ਹੈ 182 ਦੇ ਉੱਪਰ
ठीक है जी। इसे बुक ਦੇ ਵਿੱਚ ਜਿਹੜੀ ਜਮ੍ਹਾਂ ਹੁੰਦੀ ਲੱਗੀ ਵੀ ਉਹਦੀ ਖੇਵਟ ਹੈਗੀ ਹੈ 3/5 3/5 ਦੀ ਖੇਵਟ ਤੇ ਉੱਪਰ ਨਕਸ਼ਾ ਊੜਾ ਬਣਾ ਕੇ ਦਿਖਾਇਆ ਪਾਰਟੀਆਂ ਜਿਹੜੀਆਂ ਅਰਜੀ ਦਿੱਤੀ ਹੈ ਪਾਰਟੀਸ਼ਨ ਦੀ। ਠੀਕ ਹੈ, ਦੇਖ ਲੈਣਾ ਮਿਲਾ ਕੇ ਖੇਵਟ ਦੇ ਨਾਲ ਮਿਲਾ ਕੇ ਦਿਖਾਉਣਾ। ਫਿਰ ਤਰੀਕਾ ਤਕਸੀਮ ਕਿਵੇਂ ਜਾਰੀ ਹੁੰਦਾ ਹੈ, ਆ ਤਰੀਕਾ ਤਕਸੀਮ ਦਾ ਇੱਕ ਬਣਾ ਕੇ ਦਿਖਾਇਆ ਗਿਆ ਨਮੂਨਾ ਪੇਜ ਨੰਬਰ 183 ਦੇ ਉੱਪਰ। ਇਹ ਵੀ ਤੁਸੀਂ ਦੇਖ ਲੈਣਾ ਇੱਕ ਵਾਰੀ। ਤੇ ਇਹ ਨਕਸ਼ਾ ਆੜਾ ਨੂੰ ਲੱਗ ਡੀ। ਠੀਕ ਹੈ ਜੀ, ਇਹ ਵੀ ਨਕਸ਼ਾ ਆੜਾ ਕਿਵੇਂ ਬਣਦਾ ਹੈਗਾ। ਪੇਜ 184 ਨੈਕਸਟ ਆ ਗਿਆ ਨਕਸ਼ਾ ਈਡੀ। ਇਹ ਵੀ ਤੁਸੀਂ ਦੇਖ ਲੈਣਾ, ਉਸੇ ਜਮ੍ਹਾਂਬੰਦੀ ਦੇ ਬੇਸ ਬਣਾਏ ਗਏ ਸਾਰੇ। ਠੀਕ ਹੈ ਜੀ, ਅੱਗੇ ਸ਼ਿਜਰਾ ਕਿਸ਼ਤਵਾਰ ਬਣਾ ਕੇ ਦਿਖਾਇਆ, ਨਕਸ਼ਾ ਬਣਾਇਆ ਜ਼ਮੀਨ ਦਾ। ਅੱਗੇ ਫੀਲਡ ਬੁੱਕ ਬਣਾ ਕੇ ਦਿਖਾਈ ਗਈ ਹੈ। फिर आ गया चैप्टर में 27 फर्द बदल बारे जानकारी। लैंड रिकॉर्ड मैनुअल का पैरा 7.29 729। ठीक है, जो कोई क्लैरिकल मिस्टेक हो जाए जमाबंदी लिखते हुए कोई क्लैरिकल मिस्टेक हो जाए, वो क्लैरिकल मिस्टेक को दुरुस्त करने के लिए जी है फर्द बदल की प्रोविजन दी गई है। कि जमाबंदी च रिकॉर्ड ठीक सीगा, किहड़े साल की जमाबंदी लिखण समय किहड़ा अंदाज लिखण ਵਿੱਚ त्रुटि क्लैरिकल गलती ਨਾਲ ਦਰਜ ਹੋ ਗਿਆ ਹੈ। ਤੇ ਹੁਣ ਹਾਲੇ ਜਮਾਬੰਦੀ ਦੀ ਕਿਹੜੀ ਖੇਵਟ ਦੇ ਵਿੱਚ ਕਿਸ ਗਲਤ ਅੰਦਾਜ਼ ਦੀ ਬਜਾਏ ਕਿਹੜਾ ਅੰਦਾਜ਼ ਠੀਕ ਹੋਣਾ ਚਾਹੀਦਾ। ਸ਼ਾਰਟ ਦੇ ਵਿੱਚ ਹੋਣੀ ਚਾਹੀਦੀ ਹੈ, ਇਹ ਜ਼ਿਆਦਾ ਲੰਮਾ ਚੌੜਾ ਡਿਟੇਲ ਨਹੀਂ ਲਿਖਣੀ ਚਾਹੀਦੀ। ਠੀਕ ਹੈ, ਲੰਮੀ ਚੌੜੀ ਡਿਟੇਲ ਲਿਖਦੇ ਕਈ ਵਾਰੀ 2-2 3-3 ਪੇਜ ਭਰ ਦਿੱਤੇ ਜਾਂਦੇ ਨੇ, ਅਖੀਰ ਤੇ ਆ ਕੇ ਨਹੀਂ ਪਤਾ ਲੱਗਦਾ ਵੀ ਹੋਇਆ ਕੀ ਹੈ। ਸਕੇ ਸ਼ਾਰਟ ਦੇ ਵਿੱਚ ਕੀ ਮਿਸਟੇਕ, ਕੀ ਕਰੈਕਟ ਰਿਕਾਰਡ ਕੀ ਸੀ, ਕਿਹੜੀ ਜਮਾਬੰਦੀ ਵਿੱਚ ਕੀ ਕਰੈਕਟ ਰਿਕਾਰਡ ਸੀਗਾ, ਕਿਹੜੀ ਜਮਾਬੰਦੀ ਲਿਖਣ ਵੇਲੇ ਕੀ ਗਲਤੀ ਹੋ ਗਈ, ਤੇ ਹੁਣ ਅਸੀਂ ਕੀ ਚਾਹੁੰਦੇ ਹਾਂ, ਕਿਹੜੀ ਜਮਾਬੰਦੀ ਦੇ ਵਿੱਚ ਕਿਹੜੀ ਜਮਾਬੰਦੀ ਦੀ ਕਿਹੜੀ ਖੇਵਟ ਦੇ ਵਿੱਚ ਅਸੀਂ ਕਰੈਕਸ਼ਨ ਚਾਹੁੰਦੇ ਹਾਂ, ਕਿਸ ਜਗ੍ਹਾ ਦੀ ਥਾਂ ਤੇ ਕੀ ਹੋਣਾ ਚਾਹੀਦਾ। ਜਿਹੜਾ ਨਾਮ ਦੀ ਗਲਤੀ ਹੈਗੀ, ਮਤਲਬ ਸੋਹਣ ਸਿੰਘ ਦੀ ਥਾਂ ਤੇ ਮੋਹਨ ਸਿੰਘ ਹੋਣਾ ਚਾਹੀਦਾ। ਠੀਕ ਹੈ, ਜਾਂ ਨੰਬਰ ਖਸਰਾ 7/25 ਦੀ ਜਗ੍ਹਾ ਤੇ 7 ਲਿਖਿਆ ਹੋਣਾ ਚਾਹੀਦਾ। ਬਸ ਸ਼ਾਰਟ ਦੇ ਵਿੱਚ ਹੀ ਕਾਨੂੰ ਪਟਵਾਰੀ ਦੀ ਰਿਪੋਰਟ ਆਪਦੀ ਥੋੜੀ ਡਿਟੇਲ ਦਿੰਦਾ, ਤੇ ਕਾਨੂੰ ਹਲਕਾ ਨੂੰ ਬਿਲਕੁਲ ਸ਼ਾਰਟ ਦੇ ਵਿੱਚ ਜਿਹੜਾ ਹੈਗਾ ਆਪਦੀ ਵੈਰੀਫਿਕੇਸ਼ਨ ਕਰਨੀ ਹੁੰਦੀ ਹੈ। ਇਹ ਫਰਵਰ ਦਾ ਨਮੂਨਾ ਬਣਾਇਆ ਗਿਆ ਪੇਜ ਨੰਬਰ 190 ਦੇ ਉੱਪਰ। ਲੜੀ ਨੰਬਰ, ਨਵੀਂ ਜਮਾਬੰਦੀ ਦੀ ਖੇਵਟ ਨੰਬਰ, ਜਮਾਬੰਦੀ ਜਿਹੜੀ ਹੁਣ ਅਸੀਂ ਜਿਹੜੀ ਜਮਾਬੰਦੀ ਚੱਲ ਰਹੀ ਹੁੰਦੀ ਹੈ ਪਟਵਾਰੀ ਹਲਕਾ ਦੀ। ਠੀਕ ਹੈ, ਪੁਰਾਣੀ ਜਮਾਬੰਦੀ ਜਿੱਥੇ ਅੰਦਾਜ਼ ਠੀਕ ਹੋਇਆ ਹੁੰਦਾ ਹੈ, ਫਿਰ ਪਟਵਾਰੀ ਦੀ ਰਿਪੋਰਟ ਆ ਜਾਂਦੀ ਹੈ, ਫਿਰ ਫੀਲਡ ਕਾਨੂੰਨ ਦੀ ਰਿਪੋਰਟ ਆ ਜਾਂਦੀ ਹੈ, ਫਿਰ ਰੈਵਨਿਊ ਆਫਿਸਰ ਵੱਲੋਂ ਤਸਦੀਕ ਕਰ ਦਿੱਤੀ ਜਾਂਦੀ ਹੈ। ਅੱਗੇ ਚੈਪਟਰ 28 ਆ ਜਾਂਦਾ ਭੌਂ ਦੀਆਂ ਕਿਸਮਾਂ। ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ, ਚਾਹੀ ਜ਼ਮੀਨ ਹੁੰਦੀ ਹੈ, ਨਹਿਰੀ ਹੁੰਦੀ ਹੈ। ਪੇਜ ਨੰਬਰ 191 ਬੰਜਰ ਕਦੀਮ, ਬੰਜਰ ਜਦੀਦ। ਚਾਹੀ ਜਿਹਨੂੰ ਖੂਹ ਦਾ ਪਾਣੀ ਲੱਗਦਾ ਹੋਵੇ ਜਾਂ ਟਿਊਬਵੈਲ ਦਾ ਪਾਣੀ ਲੱਗਦਾ ਹੋਵੇ, ਨਹਿਰੀ ਜਿਹਨੂੰ ਨਹਿਰ ਦਾ ਪਾਣੀ ਲੱਗਦਾ ਹੋਵੇ। ਚਾਹੀ ਨਹਿਰੀ ਜਿਹਨੂੰ ਮੇਨ ਸੋਰਸ ਆਫ ਇਰੀਗੇਸ਼ਨ ਖੂਹ ਵਗੈਰਾ ਜਾਂ ਟਿਊਬਵੈਲ ਹੋਵੇ, ਤੇ ਨਾਲ ਥੋੜਾ ਬਹੁਤਾ ਪਾਣੀ ਨਹਿਰ ਦਾ ਵੀ ਲੱਗਦਾ ਹੋਵੇ। ਨਹਿਰੀ ਚਾਹੀ ਜਿਹਦਾ ਮੇਨ ਸੋਰਸ ਆਫ ਇਰੀਗੇਸ਼ਨ ਜਿਹੜੀ ਲੈਂਡ ਦਾ ਨਹਿਰੀ ਹੋਵੇ, ਪਰ ਥੋੜਾ ਬਹੁਤਾ ਜਿਹੜਾ ਹੈਗਾ ਇੰਤਜ਼ਾਮ ਟਿਊਬਵੈਲ ਵਗੈਰਾ ਦਾ ਵੀ ਹੋਵੇ। ਪੁਰਾਣੀ ਜਿਹਨੂੰ ਪਾਣੀ ਲੱਗਦੀ ਨਾ ਹੋਵੇ। ਠੀਕ ਹੈ, ਸਿਰਫ ਬਰਸਾਤ ਦੇ ਉੱਪਰ ਡਿਪੈਂਡ ਕਰਦੀ ਹੋਵੇ। ਗੈਰ ਮੁਮਕਨ ਜਿੱਥੇ ਕੋਈ ਰਕਬਾ ਵਾਹੀਯੋਗ ਨਾ ਰਹੇ, ਜਿਵੇਂ ਕਿ ਆਬਾਦੀਆਂ ਹੋ ਗਈਆਂ, ਰੋੜੀਆਂ, ਰਸਤੇ ਵਗੈਰਾ, ਸਕੂਲ ਸਕਾਲ ਵਗੈਰਾ, ਜਿੱਥੇ ਵੀ ਕਿਤੇ ਕੰਸਟਰਕਸ਼ਨ ਹੋ ਚੁੱਕੀ ਹੈ, ਉਹਨੂੰ ਰਕਬੇ ਨੂੰ ਗੈਰ ਮੁਮਕਨ ਕਹਿੰਦੇ ਆ। ਬੰਜਰ ਜਦੀਦ ਕੀ ਹੁੰਦਾ ਹੈ, ਇਹਦੇ ਤੇ ਕੁਐਸਚਨ ਆ ਜਾਂਦਾ ਕਈ ਵਾਰੀ, ਜਨਰਲ ਕੁਐਸਚਨ ਹੈ, ਕਈ ਵਾਰੀ PCH ਵੀ ਦੇਖਿਆ ਇਹ ਕੁਐਸਚਨ ਆਉਂਦਾ। ਠੀਕ ਹੈ, ਹੋਰ ਵੀ ਬਹੁਤ ਸਾਰੇ ਜਿਹੜੇ ਕੰਪਿਊਟਰ ਐਗਜ਼ਾਮ ਹੁੰਦੇ ਉਹਦੇ 'ਚ ਵੀ ਆ ਜਾਂਦਾ। ਬੰਜਰ ਜਦੀਦ ਜ਼ਮੀਨ ਕਿਹਨੂੰ ਕਹਿੰਦੇ ਨੇ, ਜਿਹੜੀ ਜ਼ਮੀਨ ਲਗਾਤਾਰ 3 ਫਸਲਾਂ ਤੋਂ ਖਾਲੀ ਰਹਿ ਜਾਵੇ, 3 ਫਸਲਾਂ ਲਗਾਤਾਰ ਖਾਲੀ ਰਹਿ ਜਾਵੇ, ਚੌਥੀ ਫਸਲ ਤੇ ਆ ਕੇ ਉਸ ਗਿਰਦਾਵਰੀ ਦੇ ਵਿੱਚ ਜਿਹੜਾ ਪਟਵਾਰੀ ਹਲਕਾ ਹੈਗਾ ਉਸਨੂੰ ਉਸ ਲੈਂਡ ਨੂੰ ਬੰਜਰ ਜਦੀਦ ਲਿਖ ਦਿੰਦਾ ਹੈ। ਠੀਕ ਹੈ, ਫਿਰ ਬੰਜਰ ਕਦੀਮ ਕਦੋਂ ਬਣਦੀ ਹੈ, ਜਿਹੜੀ ਜ਼ਮੀਨ ਲਗਾਤਾਰ 4 ਫਸਲਾਂ ਤੋਂ ਬੰਜਰ ਜਦੀਦ ਰਹੇ, 4 ਫਸਲਾਂ ਲਗਾਤਾਰ ਬੰਜਰ ਜਦੀਦ ਚੱਲਦੀ ਰਹੇ। ਪਹਿਲਾਂ 3 ਫਸਲਾਂ ਖਾਲੀ ਰਹੇਗੀ। ਠੀਕ ਹੈ, ਫਿਰ 4 ਫਸਲਾਂ ਲਗਾਤਾਰ ਬੰਜਰ ਜਦੀਦ ਚੱਲਦੀ ਰਹੇ, 5ਵੀਂ ਫਸਲ ਤੇ ਗਿਰਦਾਵਰੀ ਸਮੇਂ ਉਸ ਜ਼ਮੀਨ ਨੂੰ ਬੰਜਰ ਕਦੀਮ ਲਿਖ ਦਿੱਤਾ ਜਾਂਦਾ ਹੈ। ਠੀਕ ਹੈ ਜੀ, 5 ਦਿਨ 8 ਫਸਲਾਂ ਹੋ ਗਈਆਂ, 8 ਫਸਲਾਂ ਮਤਲਬ 4 ਸਾਲ ਹੋ ਗਏ ਹੈ। ਇਹ ਜ਼ਮੀਨ ਦਾ ਬੰਜਰ ਜਦੀਦ ਦਾ ਤੇ ਬੰਜਰ ਕਦੀਮ ਦਾ ਹੈਗਾ। ਪਹਿਲਾਂ 3 ਸਾਲ ਲਗਾਤਾਰ ਖਾਲੀ ਰਹਿ ਜੇ, ਚੌਥੀ ਫਸਲ ਤੇ ਬੰਜਰ ਜਦੀਦ ਬਣ ਜਾਂਦੀ ਹੈ। ਜੇ ਲਗਾਤਾਰ 4 ਫਸਲਾਂ ਬੰਜਰ ਜਦੀਦ ਚੱਲਦੀ ਆ ਰਹੀ ਹੋਵੇ, ਤਾਂ 5ਵੀਂ ਫਸਲ ਤੇ ਆ ਕੇ ਬੰਜਰ ਕਦੀਮ ਬਣ ਜਾਂਦੀ ਹੈ। ਸਲਾਬ ਜਿਹੜੀ ਜ਼ਮੀਨ ਦਰਿਆਵਾਂ ਦੇ ਨੇੜੇ ਤੇੜੇ ਹੁੰਦੀ ਹੈ, ਉਹ ਸਿੱਲੀ ਜੀ ਰਹਿੰਦੀ ਹੈ, ਉਸ ਨੂੰ ਸਲਾਬ ਕਹਿੰਦੇ ਆ। ਆਬੀ ਕੀ ਹੁੰਦਾ ਹੈ, ਜਿਹੜੀ ਜ਼ਮੀਨ ਨੂੰ ਝੀਲਾਂ ਜਾਂ ਟੈਂਕਾਂ ਤੋਂ ਲਿਫਟ ਰਾਹੀਂ, ਟਿੰਡਾਂ ਰਾਹੀਂ, ਖੂਹ ਦੇ ਟਿੰਡਾਂ ਰਾਹੀਂ ਚੁੱਕ ਕੇ ਪਾਣੀ ਪੂਣੀ ਲਗਾਇਆ ਜਾਂਦਾ, ਉਸ ਨੂੰ ਆਬੀ ਕਹਿੰਦੇ ਆ। ਗਿਰਦਾਵਰੀ
ਬਾਰੇ ਜਾਣਕਾਰੀ। ਗਿਰਦਾਵਰੀ ਸਾਲ ਦੇ ਵਿੱਚ 2 ਵਾਰੀ ਗਿਰਦਾਵਰੀ ਹੁੰਦੀ ਹੈ, ਸੋਣੀ ਦੀ ਹੁੰਦੀ ਹੈ ਤੇ ਹਾੜੀ ਦੀ ਹੁੰਦੀ ਹੈ। ਮੌਕੇ 'ਤੇ ਜਾ ਕੇ ਪਟਵਾਰੀ ਹਲਕਾ ਵੱਲੋਂ ਠੀਕ ਹੈ ਫਰਦਰ ਰਫਤਾਰ ਗਿਰਦਾਵਰੀ ਕਰਨ ਤੋਂ ਪਹਿਲਾਂ ਫਰਦਰ ਰਫਤਾਰ ਤਿਆਰ ਕੀਤੀ ਜਾਂਦੀ ਹੈ ਵੀ ਪਟਵਾਰੀ ਹਲਕਾ ਵੱਲੋਂ ਦੀ ਜਿਹੜੀ ਹੈਗੀ ਹੈ ਆਪਣੀ ਉਹ ਭੇਜੀ ਜਾਂਦੀ ਹੈ ਰਿਪੋਰਟ, ਜਿਹਨੂੰ ਅਸੀਂ ਫਰਦਰ ਰਫਤਾਰ ਕਹਿੰਦੇ ਹਾਂ ਵੀ ਕਿਹੜੇ ਤਰੀਕ ਨੂੰ ਕਿਹੜੇ ਪਿੰਡ ਦੇ ਵਿੱਚ ਗਿਰਦਾਵਰੀ ਕੀਤੀ ਜਾਣੀ ਹੈ। ਇਹਦੀ ਰਿਪੋਰਟ ਜਿਹੜੀ ਕਾਪੀ ਹੈਗੀ ਆ ਕਾਨੂੰਗੋ ਹਲਕਾ ਰਾਹੀਂ ਜਿਹੜੀ ਤਹਿਸੀਲ ਨੂੰ ਭੇਜੀ ਜਾਂਦੀ ਹੈ ਫਰਦਰ ਰਫਤਾਰ ਦੀ। ਤੇ ਗਿਰਦਾਵਰੀ ਸ਼ੁਰੂ ਕਰਨ ਤੋਂ ਪਹਿਲਾਂ ਪਿੰਡ ਦੇ ਵਿੱਚ ਮਨਾਦੀ ਕਰਾਈ ਜਾਂਦੀ ਹੈ ਤੇ ਉੱਥੇ ਦੇ ਜਿਹੜਾ ਨੰਬਰਦਾਰ ਹੈਗਾ ਉਸ ਨੂੰ ਇਹਦੀ ਫਰਦਰ ਰਫਤਾਰ ਦੀ ਕਾਪੀ ਭੇਜ ਕੇ ਨੰਬਰਦਾਰ ਨੂੰ ਜਾਂ ਸਰਪੰਚ ਨੂੰ ਫਰਦਰ ਰਫਤਾਰ ਦੀ ਕਾਪੀ ਭੇਜ ਕੇ ਪਿੰਡ ਦੇ ਵਿੱਚ ਮਨਾਦੀ ਕਰਾਈ ਜਾਂਦੀ ਹੈ ਵੀ ਇੰਨੀ ਤਰੀਕ ਲੈ ਕੇ ਇੰਨੀ ਤਰੀਕ ਤੱਕ ਦੀ ਜਿਹੜੀ ਗਿਰਦਾਵਰੀ ਹੈ ਸ਼ੁਰੂ ਹੋਏਗੀ। ਜਿਹਦੇ ਦਾ ਕਲੈਕਟਰ ਗਿਰਦਾਵਰੀ ਦੀ ਤਰੀਕ 15 ਦਿਨਾਂ ਤੱਕ ਮੁਲਤਵੀ ਕਰ ਸਕਦਾ ਹੈ। ਗਿਰਦਾਵਰੀ ਵਾਲੇ ਦਿਨ ਪਟਵਾਰੀ ਹਲਕਾ ਪਿੰਡ ਦੇ ਨੰਬਰਦਾਰ, ਚੌਕੀਦਾਰ, ਪੰਚਾਇਤ ਅਤੇ ਹੋਰ ਮਾਲਕਾਂ ਕਾਸ਼ਤਕਾਰਾਂ ਨੂੰ ਨਾਲ ਲੈ ਕੇ ਫਸਲਾਂ ਦਾ ਮੁਆਇਨਾ ਕਰਦਾ ਹੈ ਅਤੇ ਆਪਣੇ ਰਜਿਸਟਰ ਦੇ ਵਿੱਚ ਫਸਲ ਤੇ ਫਸਲ ਦੀ ਰਕਬੇ ਦੀ ਦਰਜ ਕੀਤਾ ਜਾਂਦਾ ਹੈ। ਗਿਰਦਾਵਰੀ ਦੀਆਂ 2 ਮੁੱਖ ਫਸਲਾਂ ਹੁੰਦੀਆਂ ਨੇ। ਸਾਉਣ ਦੀ ਗਿਰਦਾਵਰੀ ਹੈ ਜਿਹਨੂੰ ਅਸੀਂ ਖਰੀਫ ਕਹਿ ਦਿੰਦੇ ਹਾਂ ਠੀਕ ਹੈ। ਸਾਉਣ ਦੀ ਗਿਰਦਾਵਰੀ ਨੂੰ ਖਰੀਫ ਦੀ ਗਿਰਦਾਵਰੀ ਕਿਹਾ ਜਾਂਦਾ ਹੈ। ਪਟਵਾਰੀ ਹਲਕਾ ਵੱਲੋਂ ਹਰ ਸਾਲ ਅਕਤੂਬਰ ਦੇ ਮਹੀਨੇ 'ਚ, ਹੁਣ ਕੋਈ ਸ਼ਾਇਦ ਡੇਟ ਚੇਂਜ ਹੋਵੇ, ਅਕਤੂਬਰ ਦੇ ਮਹੀਨੇ 'ਚ 1 ਤਰੀਕ ਤੋਂ ਲੈ ਕੇ 31 ਅਕਤੂਬਰ ਤੱਕ ਜਿਹੜੀ ਗਿਰਦਾਵਰੀ ਕੀਤੀ ਜਾਂਦੀ ਹੈ ਠੀਕ ਹੈ। ਜਿਹਦੇ 'ਚ ਸਾਉਣ ਦੀਆਂ ਫਸਲਾਂ ਕਿਹੜੀਆਂ ਹੁੰਦੀਆਂ, ਆਮ ਮੁੱਖ ਫਸਲਾਂ ਹੁੰਦੀਆਂ ਜਿਵੇਂ ਜੀਰੀ ਹੋਈ, ਮੱਕੀ, ਬਾਜਰਾ, ਜਵਾਰ, ਕਮਾਦ, ਕਪਾਹ, ਨਰਮਾ ਠੀਕ ਹੈ ਜੀ, ਚਰੀ ਚਾਰਾ ਇਹ ਹੁੰਦੀਆਂ ਨੇ। ਹਾੜੀ ਦੀ ਫਿਰ ਜਿਹੜੀ ਗਿਰਦਾਵਰੀ ਹੁੰਦੀ ਹੈ ਉਹ 1 ਮਾਰਚ ਤੋਂ 31 ਮਾਰਚ ਤੱਕ ਜਨਰਲ ਕੀਤੀ ਜਾਂਦੀ ਹੈ। ਇਹਦੀਆਂ ਮੁੱਖ ਫਸਲਾਂ ਜਿਹੜੀਆਂ ਹੁੰਦੀਆਂ ਜੌਂ, ਛੋਲੇ, ਸਰੋਂ, ਮਟਰ, ਬਰਸੀਨ ਵਗੈਰਾ ਵਗੈਰਾ। ਜ਼ਾਇਦ ਖਰੀਫ ਹੁੰਦੀ ਹੈ। ਜ਼ਾਇਦ ਖਰੀਫ ਜਿਹੜੀਆਂ ਸਾਉਣੀ ਤੋਂ ਬਾਅਦ ਕੁਝ ਫਸਲਾਂ ਜਿਹੜੀਆਂ ਬੀਜੀਆਂ ਜਾਂਦੀਆਂ ਨੇ 16 ਦਸੰਬਰ ਤੋਂ ਲੈ ਕੇ 31 ਦਸੰਬਰ ਤੱਕ ਜ਼ਾਇਦ ਖਰੀਫ, ਜਿਹਦੇ ਤੋਰੀਆ ਵਗੈਰਾ, ਆਲੂ ਵਗੈਰਾ ਦੀ ਜਿਹੜੀ ਗਿਰਦਾਵਰੀ ਉਹਨੂੰ ਜ਼ਾਇਦ ਖਰੀਫ ਕਹਿ ਦਿੰਦੇ ਹਾਂ। ਇਸ ਤਰੀਕੇ ਜ਼ਾਇਦ ਰੱਬੀ ਹੁੰਦੀ ਹੈ, 1 ਮਈ ਤੋਂ ਲੈ ਕੇ 15 ਮਈ ਤੱਕ ਗਿਰਦਾਵਰੀ ਹੁੰਦੀ ਹੈ ਜ਼ਾਇਦ ਰੱਬੀ ਦੀ। ਇਹ 'ਚ ਤਰਬੂਜ਼, ਖਰਬੂਜਾ, ਸੂਰਜਮੁਖੀ ਠੀਕ ਹੈ ਜੀ, ਇਹ ਜ਼ਾਇਦ ਰੱਬੀ ਦੀ ਗਿਰਦਾਵਰੀ ਚਾਹੀਦੇ ਨੇ। ਗਿਰਦਾਵਰੀ ਦਾ ਜਿਹੜਾ ਰਜਿਸਟਰ ਹੁੰਦਾ ਉਹ ਤੁਸੀਂ ਹਰ ਪਿੰਡ ਦੀ ਜਮ੍ਹਾਂ ਹੁੰਦੀ ਬਣਨ ਉਪਰੰਤ ਜਿਹਦੀ ਗਿਰਦਾਵਰੀ ਦਾ ਰਜਿਸਟਰ ਤਿਆਰ ਕੀਤਾ ਜਾਂਦਾ। ਪਰ ਹੁਣ ਕੰਪਿਊਟਰ ਤੇ ਹੀ ਜਿਹੜੀ ਹੈਗੀ ਹੈ ਸਾਡੇ ਫਰਦ ਕੇਂਦਰ ਤੋਂ ਹੀ ਗਿਰਦਾਵਰੀ ਦਾ ਰਜਿਸਟਰ ਮੁਕੰਮਲ ਕਰਕੇ ਦਿੱਤਾ ਜਾਂਦਾ ਹੈ। ਕੁਝ ਕਾਲਮ ਹੈ ਜਿਹੜੇ ਮੂਹਰਲੇ ਹੁੰਦੇ ਨੇ, ਜਿਹੜੇ ਕਾਲਮ ਪਟਵਾਰੀ ਹਲਕਾ ਨੇ ਜਾ ਕੇ ਮੌਕੇ ਤੇ ਕਰਨੇ ਹੁੰਦੇ ਨੇ, ਉਹ ਮੌਕੇ ਤੇ ਗਿਰਦਾਵਰੀ ਕੀਤੀ ਜਾਂਦੀ ਹੈ। ਜਿਹਦੇ ਗਿਰਦਾਵਰੀ ਕਰਦੇ ਕਰਦੇ ਕੋਈ ਤਬਦੀਲੀ ਨਾ ਹੋਵੇ, ਜਿਹੜਾ ਕ੍ਰਾਸ ਹੈ ਜਿਹਨੂੰ ਅਸੀਂ ਕ੍ਰਾਸ ਲਗਾਇਆ ਜਾਂਦਾ, ਖਾਨਾ ਕਾਲਮ ਬਣਾਇਆ ਹੁੰਦਾ, ਗਿਰਦਾਵਰੀ ਤਬਦੀਲੀ ਸੰਬੰਧੀ ਕਾਲਮ ਬਣਾਇਆ ਹੁੰਦਾ ਠੀਕ ਹੈ। ਅਸੀਂ ਕ੍ਰਾਸ ਲਗਾ ਦਿੰਦੇ, ਕੋਈ ਤਬਦੀਲੀ ਨਾ ਹੋਈ ਹੋਵੇ। ਜੇ ਕੋਈ ਤਬਦੀਲੀ ਹੁੰਦੀ ਹੈ ਤਾਂ ਉਹਦਾ ਇੰਤਕਾਲ ਦਾ ਨੰਬਰ ਵਗੈਰਾ ਪਾ ਕੇ ਜਾਂ ਰਫਟ ਨੰਬਰ ਦਰਜ ਕਰਕੇ ਤਬਦੀਲੀ ਕਰ ਦਿੱਤੀ ਜਾਂਦੀ ਹੈ। ਗਿਰਦਾਵਰੀ ਦਾ ਨਮੂਨਾ ਹੈਗਾ 195 ਪੇਜ ਦੇ ਉੱਪਰ 'ਚ, ਇਹ ਦੇਖ ਲੈਣਾ ਤੁਸੀਂ। ਰਜਿਸਟਰ ਗਿਰਦਾਵਰੀ ਦਾ ਜਿਹੜਾ ਨਮੂਨਾ ਬਣਾ ਕੇ ਦਿਖਾਇਆ ਗਿਆ 195 196। ਖਰਾਬੇ ਬਾਰੇ ਜਾਣਕਾਰੀ ਦਿੱਤੀ ਗਈ ਹੈ। ਫਸਲ ਖਰਾਬਾ ਜਦੋਂ ਕਿਸੇ ਕੁਦਰਤੀ ਆਫਤ ਫਸਲਾਂ ਨੂੰ ਨੁਕਸਾਨ ਹੋ ਜਾਂਦਾ ਹੈ, ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪਟਵਾਰੀ ਹਲਕਾ ਵੱਲੋਂ ਗਿਰਦਾਵਰੀ ਜਾਂ ਸਪੈਸ਼ਲ ਗਿਰਦਾਵਰੀ ਕੀਤੀ ਜਾਂਦੀ ਹੈ। ਇਸ ਗਿਰਦਾਵਰੀ ਸਮੇਂ ਖਰਾਬ ਹੋਈ ਫਸਲ ਦਾ ਅਨੁਮਾਨ ਲਗਾਇਆ ਜਾਂਦਾ ਹੈ ਕਿੰਨੇ % ਫਸਲ ਖਰਾਬ ਹੋਈ ਹੈ ਠੀਕ ਹੈ। ਇਹਦੇ ਵਿੱਚ ਕੁਝ ਤਬਦੀਲੀ ਹੋਈ ਹੈ। ਪਹਿਲਾਂ ਤਾਂ ਜਿਹੜਾ ਹੈ ਸੈੱਟ ਰੂਲ ਸੀ, ਪਹਿਲਾਂ 1 ਤੋਂ 25% ਤੱਕ ਕੋਈ ਖਰਾਬਾ ਨਹੀਂ ਸੀ ਮੰਨਿਆ ਜਾਂਦਾ ਤੇ 26 ਤੋਂ 50% ਜੇ ਖਰਾਬਾ ਹੁੰਦਾ ਤਾਂ 50% ਮੰਨਿਆ ਜਾਂਦਾ ਸੀਗਾ। 51 ਤੋਂ 75 ਹੋਵੇ ਤਾਂ 75% ਤੇ 76 ਤੋਂ 100 ਹੋਵੇ ਤਾਂ 100% ਖਰਾਬਾ ਮੰਨਿਆ। ਪਰ ਇਹ 'ਚ ਹੁਣ ਥੋੜੀ ਅਮੈਂਡਮੈਂਟ ਹੋ ਚੁੱਕੀ ਹੈ 1 ਤੋਂ 33 ਤੱਕ। 34 ਤੋਂ ਅੱਗੇ ਉਹ ਦੇਖ ਲੈਣਾ ਤੁਸੀਂ, ਬਾਅਦ 'ਚ ਡਿਸਕਸ ਕਰ ਲਾਂਗੇ ਆਪਾਂ। ਪੰਜਾਬ ਸਰਕਾਰ ਦੇ ਮੈਮੋ ਨੰਬਰ ਇੰਨੇ ਰਾਹੀਂ 76 ਤੋਂ 100% ਤੇ ਹੋਏ ਖਰਾਬੇ ਦਾ 8000 ਰੁਪਇਆ ਦਿੱਤਾ ਜਾਂਦਾ ਹੈ, ਤੋਂ ਵਧਾ ਕੇ 12000 ਰੁਪਏ ਕਰ ਦਿੱਤਾ ਹੈਗਾ ਗਵਰਨਮੈਂਟ ਨੇ। 100% ਖਰਾਬਾ ਜਿੱਥੇ ਹੈਗਾ ਉੱਥੇ ਜਿਹਦੀ ਰਾਸ਼ੀ ਦਿੱਤੀ ਜਾਂਦੀ ਹੈ 12000 ਰੁਪਏ ਦਿੱਤੀ ਜਾਂਦੀ ਹੈ। ਜਿਹੜੀ ਰਾਸ਼ੀ ਦਾ ਹੁਣ ਵੇਰਵਾ ਕੀ ਹੈਗਾ, 26 ਤੋਂ 32% ਤੱਕ ਜਿਹੜੀ ਹੈਗੀ ਹੈ 2000 ਰੁਪਏ ਮਿਲਦਾ ਜਿਹੜਾ ਕਿ ਸਟੇਟ ਗਵਰਨਮੈਂਟ ਵੱਲੋਂ ਦਿੱਤਾ ਜਾਂਦਾ ਹੈ। 33% ਤੋਂ ਲੈ ਕੇ 75% ਤੱਕ ਜੇ ਖਰਾਬਾ ਹੋਵੇ ਤਾਂ 54000 SDRF ਕਿ ਸੈਂਟਰ ਗਵਰਨਮੈਂਟ ਵੱਲੋਂ ਆਉਂਦਾ ਹੈ ਪੈਸਾ ਠੀਕ ਹੈ। ਜੇ 76 ਤੋਂ 100% ਖਰਾਬਾ ਹੋ ਜਾਂਦਾ ਹੈ ਤਾਂ ਜਿਹੜੀ ਸੈਂਟਰ ਗਵਰਨਮੈਂਟ ਤੇ ਸਟੇਟ ਗਵਰਨਮੈਂਟ ਦੋਨੋਂ ਮਿਲ ਕੇ ਦਿੰਦੀਆਂ ਨੇ। 5400 ਰੁਪਏ ਸੈਂਟਰ ਗਵਰਨਮੈਂਟ ਦਾ ਹੁੰਦਾ ਤੇ 6600 ਰੁਪਏ ਸਟੇਟ ਗਵਰਨਮੈਂਟ ਵੱਲੋਂ ਦੇ ਕੇ 12000 ਰੁਪਏ ਰਕਬਾ ਬਣ ਜਾਂਦਾ ਹੈ। ਅੱਗੇ 30.2 ਦੇ ਵਿੱਚ ਕਿਸੇ ਖਰਾਬ ਹੋਏ ਖੇਤ ਲਈ ਮੁਆਵਜ਼ੇ ਦੀ ਰਾਸ਼ੀ ਕਿਵੇਂ ਤੈਅ ਕੀਤੀ ਜਾਂਦੀ ਹੈ, ਹੇਠਾਂ ਉਦਾਹਰਨ ਦਿੱਤੀ ਗਈ ਇੱਕ ਠੀਕ ਹੈ। ਮੰਨ ਲਓ ਕਿਸੇ ਖੇਤ ਦਾ ਨੰਬਰ ਖਸਰੇ ਦਾ ਰਕਬਾ 8 ਕਨਾਲਾ ਸੀਗਾ, ਬੀਜਿਆ ਵਿਅਕਤੀ ਨੇ ਤਾਂ 2 ਕਨਾਲਾ ਮੰਨ ਲਓ ਖਰਾਬ ਹੋ ਗਿਆ ਤਾਂ ਇਸ ਨੂੰ ਇਹ ਪ੍ਰਜ਼ਿਊਮ ਕਰਿਆ ਜਾਏਗਾ ਵੀ ਇਹ 1 ਤੋਂ 25% ਦੇ ਵਿੱਚ ਆ ਗਿਆ ਤਾਂ ਇਹਦੇ ਤੇ ਕੋਈ ਰਾਸ਼ੀ ਨਹੀਂ ਮਿਲਦੀ ਹੈਗੀ। ਜੇਕਰ
ਰਕਬਾ 8 ਕਨਾਲਾਂ ਬੀਜਿਆ ਸੀ, ਉਹ ਚੋਂ 2 ਕਨਾਲਾਂ 10 ਮਰਲੇ ਖਰਾਬ ਹੋ ਗਿਆ, ਤਾਂ ਇਹ ਮੰਨ ਲਿਆ ਇਹ ਮਤਲਬ ਕਿ 31.25% ਹੋ ਗਿਆ, 26 ਤੋਂ 32 ਦੀ ਰੇਸ਼ੋ ਵਿੱਚ ਆ ਜਾਂਦਾ ਹੈਗਾ, ਤੇ ਇਸ 2000 ਰੁਪਏ ਰਾਸ਼ੀ ਦਿੱਤੀ ਜਾਂਦੀ ਹੈ। ਇਸੇ ਤਰੀਕੇ ਇਹ ਬਣਾ ਕੇ ਦਿਖਾਇਆ ਗਿਆ ਤੁਹਾਨੂੰ, ਜਿਹੜਾ ਹੈਗਾ ਕਾਲਮ ਦੇਖ ਲੈਣਾ ਇੱਕ ਵਾਰੀ ਸਾਰਾ। ਅੱਗੇ ਚਲੋ, ਵਿਰਾਸਤ ਸੰਬੰਧੀ ਜਾਣਕਾਰੀ ਆਪਾਂ ਪਹਿਲਾਂ ਹੀ ਪੜ੍ਹ ਚੁੱਕੇ ਹਾਂ ਵੀ ਦੋ ਤਰ੍ਹਾਂ ਦੀ ਵਿਰਾਸਤ ਹੁੰਦੀ ਹੈ, ਇੱਕ ਟੈਸਟੇਟ ਹੁੰਦੀ ਹੈ, ਇੱਕ ਇੰਟੈਸਟੇਟ ਹੁੰਦੀ ਹੈ। ਟੈਸਟੇਟ ਜਦੋਂ ਕੋਈ ਬੰਦਾ ਵਿਰਾਸਤ ਵਸੀਅਤ ਕਰਕੇ ਜਾਂਦਾ ਹੈ, ਖਾਨਗੀ ਹੋਵੇ ਚਾਹੇ ਰਜਿਸਟਰਡ ਹੋਵੇ, ਉਹਨੂੰ ਅਸੀਂ ਟੈਸਟੇਟ ਸਕਸੈਸ਼ਨ ਕਹਿ ਦਿੰਦੇ ਹਾਂ। ਜਦੋਂ ਕੋਈ ਵਿਅਕਤੀ ਕੋ ਆਪਦੀ ਜ਼ਮੀਨ ਦੀ ਵਸੀਅਤ ਨਹੀਂ ਕਰਕੇ ਜਾਂਦਾ, ਉਹਨੂੰ ਇੰਟੈਸਟੇਟ ਸਕਸੈਸ਼ਨ ਕਹਿੰਦੇ ਆ। ਉਹ ਕਾਨੂੰਨੀ ਵਾਰਸਾਂ ਨੂੰ ਜਾਂਦੀ ਹੈਗੀ ਹੈ। ਪਹਿਲਾਂ ਕਲਾਸ 1 ਦੇ ਲੀਗਲ ਏਅਰਸ ਹੁੰਦੇ ਆ, ਫਿਰ ਕਲਾਸ 2 ਦੇ ਲੀਗਲ ਏਅਰਸ ਹੁੰਦੇ ਆ। ਇਹ ਚੈਪਟਰ ਨੰਬਰ 31 ਹੈ, ਬਹੁਤ ਇੰਪੋਰਟੈਂਟ ਹੈ। ਬੇਸ਼ੱਕ ਇਹ ਸਾਡੇ ਸਿਲੇਬਸ 'ਚ ਕਿਤੇ ਨਹੀਂ, ਮੇਰੇ ਖਿਆਲ ਹੈ ਮੈਨੂੰ ਦੇਖਣ ਨੂੰ ਮਿਲਿਆ ਹੈਗਾ, ਠੀਕ ਹੈ। ਇਹ ਸਾਡੇ ਸਿਲੇਬਸ ਦਾ ਪਾਰਟ ਹੋਣਾ ਜ਼ਰੂਰੀ ਹੈਗਾ, ਸਕਸੈਸ਼ਨ ਐਕਟ, ਪਰ ਨਹੀਂ ਕਿਤੇ ਦਿੱਤਾ ਗਿਆ ਸਾਡੇ ਸਿਲੇਬਸ ਦੇ ਵਿੱਚ। ਪਰ ਜੇ ਇਨਕੇ ਤੁਹਾਨੂੰ ਜ਼ਰੂਰ ਹਰ ਰੋਜ਼ ਲੋੜ ਪੈਂਦੀ ਹੈਗੀ ਇੰਤਕਾਲ ਦਰਜ ਕਰਨ ਵੇਲੇ। ਇੰਤਕਾਲ ਦਰਜ ਕਰਨਾ ਹੈ, ਕਿਹਦੇ ਨਾਮ ਦਰਜ ਕਰਨਾ ਹੈ, ਕਿਹਦੀ ਡੈਥ ਹੋਈ ਹੈ, ਉਹਦੇ ਵਾਰਸ ਕੌਣ ਕੌਣ ਨੇ, ਠੀਕ ਹੈ। ਕੋਈ ਵਾਰਸ ਨਹੀਂ ਹੈਗਾ ਤਾਂ ਵਿਰਾਸਤ ਕਿਹਨੂੰ ਹੋਏਗੀ। ਜੇ ਕੋਈ ਲੇਡੀ ਦੀ ਡੈਥ ਹੋ ਜਾਂਦੀ ਹੈ ਤਾਂ ਉਹਦੀ ਵਿਰਾਸਤ ਕਿਹਨੂੰ ਹੋਏਗੀ, ਉਹਨੂੰ ਵਿਰਾਸਤ ਪੇਕਿਆਂ ਤੋਂ ਹੋਈ ਹੈ, ਸਹੁਰਿਆਂ ਤੋਂ ਹੋਈ ਹੈ, ਤਾਂ ਵਿਰਾਸਤ ਕਿਹਨੂੰ ਜਾਣੀ ਹੈ। ਇਹ ਰੋਜ਼ਮਰ੍ਹਾ ਦੀਆਂ ਸਾਡੀਆਂ ਜਿਹੜੀਆਂ ਪ੍ਰੋਬਲਮਸ ਹੈਗੀਆਂ ਨੇ, ਠੀਕ ਹੈ। ਇਹ ਚੈਪਟਰ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਇਹ ਪੜ੍ਹ ਲੈਣਾ। ਤੇ ਰਜਿਸਟਰਡ ਵਸੀਅਤ ਹੈ, ਖਾਨਗੀ ਵਸੀਅਤ ਹੈ। ਫਿਰ ਅੱਗੇ ਚਲੋ, ਬਿਮਾਰ ਵਿਅਕਤੀ ਦੀ ਵਸੀਅਤ ਨੂੰ ਉਸਦੇ ਘਰ ਜਾ ਕੇ, ਹਸਪਤਾਲ ਜਾ ਕੇ ਰਜਿਸਟਰ ਕਰਨ ਦੇ ਬਾਰੇ ਵੀ ਪ੍ਰੋਵੀਜ਼ਨ ਦਿੱਤੀ ਗਈ ਹੈ ਸੈਕਸ਼ਨ 38 ਦੇ ਵਿੱਚ, ਠੀਕ ਹੈ। ਜੇਲ੍ਹ ਦੇ ਕੋਈ ਵਿਅਕਤੀ ਜੇਲ੍ਹ ਦੇ ਵਿੱਚ ਬੰਦ ਹੋਵੇ, ਵਸੀਅਤ ਰਜਿਸਟਰ ਕਰਵਾਉਣਾ ਚਾਹੁੰਦਾ ਹੋਵੇ, ਤਾਂ ਸੈਕਸ਼ਨ 38 ਸਾਡਾ ਹੈਗਾ ਰਜਿਸਟ੍ਰੇਸ਼ਨ ਐਕਟ ਦਾ, ਉਹਦੇ ਤਹਿਤ ਵੀ ਅਸੀਂ ਜਾ ਕੇ ਉਹਦੀ ਵਸੀਅਤ ਨੂੰ ਰਜਿਸਟਰ ਕਰ ਸਕਦੇ ਹਾਂ ਜੇਲ੍ਹ ਦੇ ਵਿੱਚ। ਖਾਨਗੀ ਵਸੀਅਤ, ਜਦੋਂ ਕੋਈ ਵਿਅਕਤੀ ਜਿਹੜਾ ਹੈਗਾ ਮਰਨ ਤੋਂ ਪਹਿਲਾਂ ਕੋਈ ਵਸੀਅਤ ਲਿਖ ਜਾਂਦਾ ਹੈ, ਠੀਕ ਹੈ, ਤਾਂ ਆਪਦੀ ਵਸੀਅਤ ਵਿੱਚ ਦਰਸਾ ਜਾਂਦਾ ਵੀ ਮੇਰੀ ਮੌਤ ਤੋਂ ਬਾਅਦ ਕੌਣ ਕੌਣ ਉਹਦੇ ਵਾਰਸ ਹੋਣਗੇ। ਇਹਦਾ ਇੰਤਕਾਲ ਨੰਬਰ ਦਰਜ ਕਰਕੇ ਦਿਖਾਇਆ ਗਿਆ ਪੰਨਾ ਨੰਬਰ 128 ਤੇ, ਇੰਤਕਾਲ ਨੰਬਰ 10, ਠੀਕ ਹੈ, ਤੁਸੀਂ ਦੇਖ ਲੈਣਾ। ਤੇ ਮਨਸੂਖੀ ਵਸੀਅਤ ਕੀ ਹੁੰਦੀ ਹੈ? ਕੋਈ ਵਿਅਕਤੀ ਨੇ ਕਿਸੇ ਆਪਦੇ ਕਿਸੇ ਵਾਰਸ ਦੇ ਨਾਂ ਤੇ ਵਸੀਅਤ ਕਰ ਦਿੱਤੀ, ਵਾਰਸ ਦੇ ਨਾਂ ਤੇ ਕਰਤੀ ਜਾਂ ਕਿਸੇ ਵੀ ਵਿਅਕਤੀ ਨਾਂ ਤੇ ਵਸੀਅਤ ਕਰ ਦਿੱਤੀ, ਠੀਕ ਹੈ। ਬਾਅਦ ਚ ਤਾਂ ਮਨ ਬਦਲ ਗਿਆ, ਉਹ ਵਸੀਅਤ ਨੂੰ ਤੋੜ ਦਿੰਦਾ ਹੈ, ਉਹਨੂੰ ਮਨਸੂਖੀ ਵਸੀਅਤ ਕਹਿੰਦੇ ਆ। ਬਿਨਾਂ ਵਸੀਅਤ ਜਾਂ ਕੁਰਸੀਨਾਮੇ ਮੁਤਾਬਕ ਜਿਹੜੀ ਵਿਰਾਸਤ ਹੁੰਦੀ ਹੈ ਉਹਨੂੰ ਇੰਟੈਸਟੇਟ ਸਕਸੈਸ਼ਨ ਕਿਹਾ ਜਾਂਦਾ ਹੈ। ਇਹ ਇੰਟੈਸਟੇਟ ਸਕਸੈਸ਼ਨ ਜਿਹੜਾ ਹੁੰਦਾ ਹੈਗਾ, ਜਿਹੜਾ ਸਾਡਾ ਸਕਸੈਸ਼ਨ ਐਕਟ ਹੈ 1956 ਸਕਸੈਸ਼ਨ ਐਕਟ, ਉਹ ਤੁਹਾਡੇ ਸਿਲੇਬਸ 'ਚ ਮੇਰੇ ਖਿਆਲ ਕਿਤੇ ਮੈਨੂੰ ਦੇਖਣ ਨਹੀਂ ਹੈਗਾ। ਪਹਿਲੀ ਸ਼੍ਰੇਣੀ ਦੇ ਵਾਰਸ ਜਿਹੜੇ ਹੁੰਦੇ ਨੇ, ਉਹਨਾਂ ਨੂੰ ਦੇਖਿਆ ਜਾਂਦਾ ਪਹਿਲੀ ਸ਼੍ਰੇਣੀ ਦੇ ਵਾਰਸਾਂ ਦੇ ਨਾਂ ਤੇ ਜਿਹੜਾ ਇੰਤਕਾਲ ਦਰਜ ਕੀਤਾ ਜਾਂਦਾ ਹੈ। ਜੇਕਰ ਪਹਿਲੀ ਸ਼੍ਰੇਣੀ ਦਾ ਕੋਈ ਵਾਰਸ ਨਾ ਹੋਵੇ ਤਾਂ ਦੂਜੀ ਸ਼੍ਰੇਣੀ ਦੇ ਵਾਰਸਾਂ ਜਿਹੜੀ ਜ਼ਮੀਨ ਹੈ ਵੰਡੀ ਜਾਂਦੀ ਹੈ। ਜੇਕਰ ਪਹਿਲੀ ਤੇ ਦੂਜੀ ਸ਼੍ਰੇਣੀ ਦਾ ਕੋਈ ਵਾਰਸ ਨਾ ਹੋਵੇ ਤਾਂ ਜਿਹੜੇ ਕੀ ਹੁੰਦਾ, ਫਿਰ ਉਹ ਐਗਨੇਟਸ ਨੂੰ ਜ਼ਮੀਨ ਜਾਂਦੀ ਹੈ। ਐਗਨੇਟਸ ਕੀ ਹੁੰਦਾ, ਐਗਨੇਟਸ ਦੀਆਂ ਕਿਹੜੀਆਂ ਐਗਨੇਟਸ ਕੌਣ ਵਿਅਕਤੀ ਆਉਂਦੇ ਨੇ, ਇਹ ਵੀ ਇਸ ਬੁੱਕ ਦੇ ਵਿੱਚ ਤੁਸੀਂ ਪੜ੍ਹ ਲਿਓ, ਡਿਟੇਲ ਦੇ ਵਿੱਚ ਦਿਖਾਇਆ ਗਿਆ ਹੈਗਾ। ਪਹਿਲੀ ਸ਼੍ਰੇਣੀ ਦਾ ਕੋਈ ਵਾਰਸ ਨਾ ਹੋਵੇ, ਦੂਜੀ ਸ਼੍ਰੇਣੀ ਦਾ ਵੀ ਕੋਈ ਵਾਰਸ ਨਾ ਹੋਵੇ। ਦੂਜੀ ਸ਼੍ਰੇਣੀ 'ਚ ਵਾਰਸ ਕੌਣ ਹੁੰਦੇ ਨੇ? ਫਾਦਰ ਆ ਜਾਂਦਾ ਹੈ, ਫਿਰ ਉਹਦੇ ਭਰਾ ਆ ਜਾਂਦੇ ਨੇ, ਭੈਣਾਂ ਆ ਜਾਂਦੀਆਂ ਨੇ, ਠੀਕ ਹੈ। ਇਹ ਦੂਜੀ ਸ਼੍ਰੇਣੀ ਦੇ ਵਾਰਸ ਹੁੰਦੇ ਆ। ਸਕਸੈਸ਼ਨ ਐਕਟ ਦਾ 1956 ਦਾ ਜਿਹੜਾ ਹੈਗਾ ਉਹ 'ਚ ਦਰਸਾਇਆ ਗਿਆ ਡਿਟੇਲ ਦੇ ਵਿੱਚ। ਜੇਕਰ ਦੋਨੋਂ ਪਹਿਲੇ ਤੇ ਦੂਜੀ ਸ਼੍ਰੇਣੀ 'ਚ ਨਾ ਹੋਵੇ ਤਾਂ ਐਗਨੇਟਸ ਨੂੰ ਜਾਂਦੀ ਹੈ। ਜੇ ਐਗਨੇਟਸ ਵੀ ਕੋਈ ਨਾ ਹੋਵੇ ਤਾਂ ਜਿਹੜੀ ਵਿਰਾਸਤ ਹੁੰਦੀ ਹੈ ਕਿਸੇ ਵਿਅਕਤੀ ਦੀ, ਤਾਂ ਉਹਦੇ ਕੋਗਨੇਟਸ ਨੂੰ ਚਲੀ ਜਾਂਦੀ ਹੈ। ਜੇਕਰ ਕੋਈ ਸੰਪਤੀ ਇੱਕ ਹੀ ਖਾਨਦਾਨ ਜਾਂ ਗੋਤ ਜਾਂ ਵਡੇਰੇ ਦੀ ਔਲਾਦ ਵੀ ਨਾ ਹੋਵੇ ਤਾਂ ਜਿਹੜੀ ਵਿਰਾਸਤ ਹੈ ਉਹਦੀ ਕੋਗਨੇਟਸ ਨੂੰ ਚਲੀ ਜਾਂਦੀ ਹੈ। ਕੋਗਨੇਟਸ ਕੌਣ ਹੁੰਦੇ ਨੇ? ਕੋਗਨੇਟਸ ਬਾਰੇ ਜਾਣਕਾਰੀ ਜਿਹੜੀ ਹੈ ਤੇ ਮੈਂ ਨਾ ਤੁਹਾਨੂੰ ਸਮਝਾਵਾਂਗਾ, ਬਹੁਤ ਲੰਮਾ ਚੌੜਾ ਹੈਗਾ, ਉਹ ਅੱਗੇ ਇਸ ਬੁੱਕ ਦੇ ਵਿੱਚ ਦਿਖਾਇਆ ਗਿਆ ਹੈਗਾ। ਕੋਗਨੇਟਸ ਕੀ ਹੁੰਦਾ ਹੈਗਾ, ਕਿਸ ਤਰ੍ਹਾਂ ਹੁੰਦਾ ਹੈ। ਜੇਕਰ ਉੱਪਰ ਚਾਰੋਂ ਸ਼੍ਰੇਣੀਆਂ ਵਿੱਚੋਂ ਕੋਈ ਵਾਰਸ ਨਾ ਹੋਵੇ ਤਾਂ ਜਿਹੜੀ ਜ਼ਮੀਨ ਹੈਗੀ ਹੈ ਉਹ ਨਜ਼ੂਲ ਡਿਕਲੇਅਰ ਹੋ ਜਾਂਦੀ ਹੈ, ਐਸਚੀਤ ਹੋ ਜਾਂਦੀ ਹੈ, ਸਰਕਾਰ ਦੇ ਖਾਤੇ ਚਲੀ ਜਾਂਦੀ ਹੈ। ਜਿੰਨਾ ਕੋਈ ਪਹਿਲੇ ਦੂਜੀ ਅਤੇ ਐਗਨੇਟਸ ਤੇ ਕੋਗਨੇਟਸ ਨਾ ਹੋਣ ਤਾਂ ਸਰਕਾਰ ਉਹਦੀ ਮਾਲਕ ਬਣ ਜਾਂਦੀ ਹੈ, ਜਿਹਨੂੰ ਅਸੀਂ ਨਜ਼ੂਲ ਕਹਿ ਦਿੰਦੇ ਹਾਂ। ਸੈਕਸ਼ਨ 32 ਦੇ ਵਿੱਚ ਪਹਿਲੀ ਸ਼੍ਰੇਣੀ ਦੇ ਵਾਰਸ ਦਿਖਾਏ ਗਏ ਹੈਗੇ ਆ। ਸੈਕਸ਼ਨ 10 ਹੈਗੀ ਹੈ ਜਿਹੜਾ ਸਾਡਾ ਐਕਟ ਹੈ, ਸਕਸੈਸ਼ਨ ਐਕਟ, ਠੀਕ ਹੈ। ਮਦਰ ਹੈ, ਵਿਡੋ ਹੈ, ਪੁੱਤਰੀ ਹੈ, ਪੁੱਤਰ ਹੈ, ਠੀਕ ਹੈ, ਮੁਤਵਫੀ ਨੂੰਹ ਹੈ, ਪੋਤੀ ਹੈ, ਪੋਤਾ ਹੈ, ਠੀਕ ਹੈ। ਇਹ ਸਾਰੇ ਦਿਖਾਏ ਗਏ ਨੇ, ਤੁਸੀਂ ਦੇਖ ਲੈਣਾ ਇੱਕ ਵਾਰੀ, ਲੰਮੀ ਚੌੜੀ ਡਿਟੇਲ ਹੈਗੀ ਹੈ। ਅੱਗੇ ਜਿਹੜਾ ਹੈਗਾ ਕੁਰਸੀਨਾਮਾ ਬਣਾ ਕੇ ਦਿਖਾਇਆ ਗਿਆ ਵਾਰਸਾਂ ਦੇ ਬਾਰੇ 'ਚ। ਸਾਡਾ ਕੰਪਲੀਟ ਹੋ ਗਿਆ। Sir, lesson 5th and 6th
ਹੋ ਗਿਆ ਸੀ ਜੀ ਹਾਂਜੀ ਸਰ 5th and 6th ਲੈਸਨ ਜਿਹੜਾ ਹੈ ਕਿਸ ਚੀਜ਼ ਦਾ? ਰਕਬਾ ਕੱਢਣ ਦਾ ਫਾਰਮੂਲਾ ਸਰ ਵੱਡਾ ਰਕਬਾ ਕੱਢਣ ਦੇ ਫਾਰਮੂਲੇ ਹਾਂ ਤੇ 6th ਵਿੱਚ ਹੈਗਾ ਜੀ। ਹਾਂ ਉਹ ਤੁਸੀਂ ਪੜੋ ਬੁੱਕ, ਜੇ ਤੁਹਾਨੂੰ ਕਿਤੇ ਪ੍ਰੋਬਲਮ ਆਉਂਦੀ ਹੈ ਤਾਂ ਮੈਂ ਤੁਹਾਨੂੰ ਉਹ ਸਮਝਾ ਦੇਵਾਂਗਾ, ਬੜੀ ਸਿੰਪਲ ਤਰੀਕੇ ਨਾਲ ਬਣਾ ਕੇ ਦਿਖਾਇਆ ਗਿਆ ਹੈਗਾ। ਠੀਕ ਹੈ, ਰਕਬਾ ਕੱਢਣ ਦਾ ਫਾਰਮੂਲਾ ਤੁਸੀਂ ਉਹ ਦੇਖ ਲੈਣਾ। ਤੇ ਪਹਿਲੀ ਸ਼੍ਰੇਣੀ ਦੇ ਵਾਰਸਾਂ ਬਾਰੇ ਕੁਝ ਹੋਰ ਜਾਣਕਾਰੀ ਵੀ ਹੈਗੀ ਹੈ। ਗੋਦ ਲੈ ਗਿਆ ਪੁੱਤਰ, ਗੋਦ ਲੈ ਗਿਆ ਪੁੱਤਰ ਵੀ ਪਹਿਲੀ ਸ਼੍ਰੇਣੀ ਦੇ ਵਾਰਸਾਂ ਵਿੱਚ ਆ ਜਾਂਦਾ ਹੈ। ਇਸ ਤਰੀਕੇ ਜਿਹੜੀ ਗੋਦ ਲਈ ਗਈ ਪੁੱਤਰੀ ਹੈ ਉਹ ਵੀ ਪਹਿਲੀ ਸ਼੍ਰੇਣੀ ਦੇ ਵਾਰਸਾਂ 'ਚ ਆ ਜਾਂਦੀ ਹੈ। ਪਤੀ ਦੀ ਮੌਤ ਸਮੇਂ ਪਤਨੀ ਜੇ ਕੋਈ ਪ੍ਰੈਗਨੈਂਟ ਹੋਵੇ ਹੈ ਜੀ, ਪਤੀ ਦੀ ਮੌਤ ਸਮੇਂ ਪਤਨੀ ਦਾ ਗਰਭਵਤੀ ਹੋਣਾ, ਜੇਕਰ ਕਿਸੇ ਵਿਅਕਤੀ ਦੀ ਮੌਤ ਸਮੇਂ ਉਸਦੀ ਜਿਹੜੀ ਵਾਈਫ ਹੈਗੀ ਹੈ ਉਹ ਪ੍ਰੈਗਨੈਂਟ ਹੋਵੇ ਤਾਂ ਆਪਣੇ ਪਤੀ ਦੀ ਮੌਤ ਤੋਂ ਬਾਅਦ ਜਿਹੜੀ ਵਿਡੋ ਹੈਗੀ ਹੈ ਸਹੀ ਸਲਾਮਤ ਬੱਚੇ ਨੂੰ ਜਨਮ ਦੇਵੇ ਤਾਂ ਉਸਦਾ ਜਿਹੜਾ ਬੱਚਾ ਹੋਗਾ ਉਹ ਆਪਣੇ ਪਿਤਾ ਦੀ ਜਾਇਦਾਦ ਵਿੱਚ ਉਹਨਾਂ ਹੀ ਹੱਕਦਾਰ ਹੁੰਦਾ ਹੈਗਾ ਜਿੰਨੇ ਕਿ ਪਹਿਲੀ ਸ਼੍ਰੇਣੀ ਦੇ ਜਿਹੜੇ ਵਾਰਸ ਹੁੰਦੇ ਨੇ। ਸੇਮ ਜਿਹੜਾ ਰਾਈਟ ਤਾਂ ਬਣ ਜਾਂਦਾ ਹੈ। ਮਤਰੇਆ ਪੁੱਤਰ ਹੁੰਦਾ ਇੱਕ, ਮਤਰੇਆ ਪੁੱਤਰ ਤੋਂ ਭਾਵ ਹੈ ਮੁਤਵੀ ਦੇ ਵਿਆਹ ਤੋਂ ਪਹਿਲਾਂ ਹੀ ਉਸਦੀ ਪਤਨੀ ਵੱਲੋਂ ਪੈਦਾ ਹੋਇਆ ਪੁੱਤਰ। ਮਤਰੇਆ ਪੁੱਤਰ ਪੁੱਤਰੀ ਮੁਤਵਫੀ ਦੀ ਜਾਇਦਾਦ ਦੇ ਵਿੱਚੋਂ ਹਿੱਸੇ ਦਾ ਹੱਕਦਾਰ ਨਹੀਂ ਹੁੰਦਾ। ਮਤਰੇਆ ਪੁੱਤਰ ਮੁਤਵਫੀ ਦੀ ਜਾਇਦਾਦ ਵਿੱਚੋਂ ਹਿੱਸੇ ਦਾ ਹੱਕਦਾਰ ਨਹੀਂ ਹੁੰਦਾ। ਮਤਰੀ ਪੁੱਤਰੀ, ਏਦਾਂ ਹੀ ਮਤਰੀ ਪੁੱਤਰੀ ਜਿਹੜੀ ਪਿੱਛੇ ਵਾਈਫ ਦੇ ਕੋਲੇ ਹੁੰਦੀ ਹੈ ਪਹਿਲਾਂ ਤੋਂ ਹੀ, ਮਤਰੀ ਪੁੱਤਰੀ ਵੀ ਮੁਤਵਫੀ ਦੀ ਜਾਇਦਾਦ ਵਿੱਚ ਹਿੱਸੇ ਦਾ ਹੱਕਦਾਰ ਨਹੀਂ ਹੁੰਦੀ। ਮੁਤਵਫੀ ਦੀ ਪਹਿਲਾਂ ਮਰ ਚੁੱਕੀ ਪੁੱਤਰੀ ਵੱਲੋਂ ਗੋਦ ਲਏ ਗਏ ਬੱਚਿਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਵਿਡੋ ਕਾਨੂੰਨੀ ਵਿਆਹ ਦੀ ਪਤਨੀ ਨੂੰ ਹੀ ਮੁਤਵਫੀ ਦੀ ਵਿਧਵਾ ਕਿਹਾ ਜਾਂਦਾ ਹੈ ਤੇ ਗੈਰ ਕਾਨੂੰਨੀ ਵਿਆਹ ਦੀ ਪਤਨੀ ਨੂੰ ਮੁਤਵਫੀ ਦੀ ਵਿਧਵਾ ਨਹੀਂ ਕਿਹਾ ਜਾ ਸਕਦਾ। ਤੇ ਤਲਾਕਸ਼ੁਦਾ ਪਤਨੀ ਬਾਰੇ ਕਿਹਾ ਗਿਆ, ਜਦੋਂ ਤਲਾਕਸ਼ੁਦਾ ਪਤਨੀ ਨੂੰ ਮੁਤਵਫੀ ਦੀ ਵਿਧਵਾ ਨਹੀਂ ਕਿਹਾ ਜਾ ਸਕਦਾ, ਤਲਾਕਸ਼ੁਦਾ ਪਤਨੀ ਦਾ ਮੁਤਵਫੀ ਦੀ ਜਾਇਦਾਦ ਵਿੱਚੋਂ ਜਿਹੜਾ ਕੋਈ ਹੱਕ ਨਹੀਂ ਰਹਿ ਜਾਂਦਾ। ਇਹ ਤੁਸੀਂ ਪੇਜ ਨੰਬਰ ਜਿਹੜੇ ਹੈਗੇ 207, 8, 9 ਪੜ੍ਹ ਲੈਣਾ, ਇੰਪੋਰਟੈਂਟ ਨੇ। ਹਿੰਦੂ ਇਸਤਰੀ ਦੀ ਜਾਇਦਾਦ ਦੀ ਵਿਰਾਸਤ ਕਿਵੇਂ ਹੁੰਦੀ ਹੈ? ਜਿਹੜੀ ਲੇਡੀ ਹੈ, ਵੂਮੈਨ ਹੈਗੀ, ਇਹਦੀ ਜਿਹੜੀ ਵਿਰਾਸਤ ਹੈ, ਇਹਦਾ ਜਿਹੜਾ ਸਕਸੈਸ਼ਨ ਹੈ ਇਹਦਾ ਥੋੜਾ ਤਰੀਕਾ ਵੱਖਰਾ ਹੈਗਾ। ਇਹ ਦੇਖਿਆ ਜਾਂਦਾ ਵੀ ਇਹ ਵਿਰਾਸਤ ਕਿੱਥੋਂ ਆਈ ਹੈ। ਜੇ ਉਹਨੂੰ ਪਿਓ ਤੋਂ ਆਪਣੀ ਵਿਰਾਸਤ ਆਈ ਹੋਵੇ ਤਾਂ ਉਹਦਾ ਵੱਖਰਾ ਢੰਗ ਹੈਗਾ, ਤੇ ਜੇ ਉਹਦੇ ਪੇਕਿਆਂ ਤੋਂ ਦਰਖਾਸਤ ਜ਼ਮੀਨ ਆਈ ਹੋਵੇ ਤਾਂ ਉਹਦਾ ਵੱਖਰਾ ਤਰੀਕਾ ਹੈਗਾ। ਜੇ ਕੋਈ ਸੈਲਫ ਅਕਵਾਇਰਡ ਪ੍ਰਾਪਰਟੀ ਹੋਵੇ, ਉਹਨੇ ਆਪ ਪਰਚੇਜ ਕੀਤੀ ਹੋਵੇ ਤਾਂ ਉਹਦਾ ਤਰੀਕਾ ਵੱਖਰਾ ਹੈਗਾ। ਇਹ ਜਿਹੜਾ ਚੈਪਟਰ ਨੰਬਰ 38 ਹੈ ਬਹੁਤ ਇੰਪੋਰਟੈਂਟ ਹੈ, 241 ਪੇਜ ਦੇ ਉੱਪਰ ਦਰਜ ਕੀਤਾ ਗਿਆ। ਠੀਕ ਹੈ ਜੀ। ਯਾਨੀ ਕਿ ਜੇ ਜਾਇਦਾਦ ਉਹਦੇ ਹਸਬੈਂਡ ਤੋਂ ਆਈ ਹੈ ਤਾਂ ਜਿਹੜੀ ਵਿਰਾਸਤ ਹੁੰਦੀ ਹੈ ਉਹਦੇ ਹਸਬੈਂਡ ਦੇ ਹੀ ਵਾਰਸਾਂ ਨੂੰ ਜਾਂਦੀ ਹੈ, ਯਾਨੀ ਕਿ ਉਹਦੇ ਪੁੱਤਰ ਪੁੱਤਰਾਂ ਨੂੰ ਜਾਂਦੀ ਹੈ, ਜਾਂ ਫਿਰ ਉਹਦੇ ਜੇ ਪੁੱਤਰ ਪੁੱਤਰੀਆਂ ਨਾ ਹੋਣ ਤਾਂ ਉਹਦੇ ਹਸਬੈਂਡ ਦੇ ਵਾਰਸਾਂ ਨੂੰ ਜਾਂਦੀ ਹੈ। ਠੀਕ ਹੈ, ਪਰ ਜੇਕਰ ਜਿਹੜੀ ਜਾਇਦਾਦ ਆ ਉਹਨੂੰ ਪੇਕਿਆਂ ਤੋਂ ਮਿਲੀ ਹੋਈ ਹੋਵੇ ਤਾਂ ਜਾਂਦੀ ਉਹ ਪੁੱਤਰ ਪੁੱਤਰੀਆਂ ਨੂੰ ਹੈ, ਪਰ ਜੇ ਪੁੱਤਰ ਪੁੱਤਰੀਆਂ ਨਾ ਹੋਣ ਤਾਂ ਜਿਹੜੇ ਫਾਦਰ ਦੇ ਜਿਹੜੇ ਵਾਰਸ ਨੇ ਉਧਰ ਟ੍ਰਾਂਸਫਰ ਹੋ ਜਾਂਦੀ ਹੈ ਪ੍ਰਾਪਰਟੀ, ਤਾਂ ਉਹਦੇ ਫਾਦਰ ਦੇ ਵਾਰਸ ਨੂੰ ਚਲੀ ਜਾਂਦੀ ਹੈ। ਜੇਕਰ ਸੈਲਫ ਅਕਵਾਇਰਡ ਪ੍ਰਾਪਰਟੀ ਹੈ ਤਾਂ ਕੋਈ ਲੇਡੀ ਦੀ ਡੈਥ ਹੁੰਦੀ ਹੈ, ਸੈਲਫ ਅਕਵਾਇਰਡ ਜਿਹੜੀ ਪ੍ਰਾਪਰਟੀ ਹੈਗੀ ਉਹਦੇ ਹਸਬੈਂਡ ਨੂੰ ਵੀ ਜਾਂਦੀ ਹੈ, ਉਹਦੇ ਵਾਰਸਾਂ ਨੂੰ ਵੀ ਜਾਂਦੀ ਹੈ। ਇਹ ਜਿਹੜੇ ਪੇਜ ਨੰਬਰ 241, 243 ਵਗੈਰਾ ਦੇ ਨਾਲ ਐਗਜ਼ਾਮਪਲ ਦੇ ਨਾਲ ਸਮਝਾਇਆ ਗਿਆ, ਪੜ੍ਹ ਲਿਓ। ਇਹ ਆਪਣੇ ਸਿਲੇਬਸ 'ਚ ਤਾਂ ਨਹੀਂ, ਪਰ ਜਨਰਲ ਜਾਣਕਾਰੀ ਲਈ ਮੈਂ ਤੁਹਾਨੂੰ ਪੜ੍ਹਾ ਰਿਹਾ। ਠੀਕ ਹੈ ਜੀ। ਇਹਦੇ ਨਾਲ ਜਿਹੜਾ ਸਾਡਾ ਚੈਪਟਰ ਨੰਬਰ 2 ਪੇਪਰ ਨੰਬਰ 2 ਹੈ, ਤੇ ਕਾਫੀ ਪਾਰਟ ਜਿਹੜਾ ਲੈਂਡ ਰਿਕਾਰਡ ਮੈਨੂਅਲ ਦਾ ਪੇਪਰ ਨੰਬਰ 1 ਦਾ ਉਹ ਸਾਡੇ ਕਲੀਅਰ ਹੋ ਜਾਂਦੇ ਆ। ਕਿਸੇ ਦਾ ਕੋਈ ਕੁਐਸਚਨ ਕਰ ਸਕਦਾ ਜੀ?
ਤੇ ਕੱਲ ਨੂੰ ਕੋਈ ਕਲਾਸ ਲਗਾ ਲਈ ਅਸੀਂ, ਸੰਡੇ ਹੈਗਾ ਜੇ ਤੁਹਾਡੇ ਕੋਲ ਟਾਈਮ ਹੈ ਤਾਂ ਮਾਰਨਿੰਗ ਹੈ ਜੀ। ਆਪਾਂ ਸਟੈਂਡਿੰਗ ਆਰਡਰ ਪੜ੍ਹ ਰਹੇ ਸੀ ਪੇਪਰ ਨੰਬਰ 1 ਦੇ ਵਿੱਚ, ਠੀਕ ਹੈ। ਕੱਲ ਨੂੰ ਪੇਪਰ ਨੰਬਰ 1 ਮੇਰੇ ਖਿਆਲ ਹੈ ਸਟੈਂਡਿੰਗ ਆਰਡਰ ਅਸੀਂ ਪੜ੍ਹਾ ਦਾਂਗੇ, ਠੀਕ ਹੈ ਜੀ, ਇਸੇ ਟਾਈਮ ਦੇ ਵਿੱਚ। ਸਰ ਕੱਲ ਲਾ ਦਿਓ ਕਲਾਸ 'ਚ ਵੀਡੀਓ ਪਾ ਦਿਓ ਜ਼ਰੂਰ ਜੀ, ਮੇਰੇ ਕੋਲ ਗੱਲ ਨਹੀਂ ਕਰਨਾ। ਓਕੇ ਓਕੇ ਕੋਈ ਗੱਲ ਨਹੀਂ, ਥੈਂਕ ਯੂ ਸਰ। ਹਾਂਜੀ ਕੋਈ ਕੁਐਸਚਨ ਤਾਂ ਨਹੀਂ ਕਿਸੇ ਦਾ? ਓਕੇ, ਕਲਾਸ ਓਵਰ, ਥੈਂਕ ਯੂ ਵੈਰੀ ਮਚ। ਥੈਂਕ ਯੂ ਸਰ।